सत श्री अकाल, सलाम, नमस्कार, आदाब, सब सत्कार है सज्जनों ਨੂੰ जो इस वक्त जिंदगी ਦੇ ਰੰਗਾਂ ਤੇ ਆਵਾਜ਼ ਦੀਆਂ ਤਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਭਾਰਤੀ ਸਮਾਂ 7:39 ਹੋ ਚੁੱਕੇ ਨੇ। ਸ਼ਨੀਵਾਰ ਦੀ ਸੁਹਾਣੀ ਸ਼ਾਮ ਹੈ, ਹਨੇਰੀ ਹੈ, ਮੀਂਹ ਦੀ ਸੰਭਾਵਨਾ ਦਿੱਲੀ 'ਚ ਭਰਵਾਂ ਪਿਆ, ਪੰਜਾਬ 'ਚ ਆਮਦ ਦੀ ਉਮੀਦ ਹੈ ਤੇ 21 ਮਈ ਸਨ 2022 8 ਜੇਠ ਨਾਨਕਸ਼ਾਹੀ ਸੰਮਤ 554 ਨੂੰ ਆਥਣ ਦੇ ਵਕਤ ਪਟਿਆਲਾ ਸਟੂਡੀਓ ਤੋਂ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਆਪ ਸਭ ਸੱਜਣਾਂ ਦਾ ਸਵਾਗਤ। ਸੋਮਵਾਰ ਤੋਂ ਸ਼ਨੀਵਾਰ ਸਵੇਰੇ 6 ਤੋਂ 8 ਤੇ ਸ਼ਾਮ ਨੂੰ 7:30 ਤੋਂ 9:30 ਤੁਹਾਡੇ ਨਾਲ ਲਾਈਵ ਪ੍ਰੋਗਰਾਮ ਦੇ ਵਿੱਚ ਜੁੜੀਦਾ ਤੇ ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਆਪਣੀ ਵੈਬਸਾਈਟ tivanaradio.com ਦੇ ਜ਼ਰੀਏ ਲਾਈਵ ਸੁਣਦੇ ਹੋ। ਸਮੇਂ ਮੁਤਾਬਕ 6:30-7 ਵਜੇ ਅਪਲੋਡ ਹੋ ਜਾਂਦਾ। ਪੰਜਾਬੀ ਖਬਰਾਂ ਦਾ ਬੁਲੇਟਿਨ ਆਪਣੀ ਵੈਬਸਾਈਟ ਤੇ ਪੜ੍ਹ ਸਕਦੇ ਹੋ, ਨਾਲ ਰੇਡੀਓ ਸੁਣ ਸਕਦੇ ਹੋ ਤੇ ਉੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ, ਆਪਣੀਆਂ ਐਪਸ ਦੇ ਤੇ ਲਿੰਕ ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਤੇ YouTube ਪੇਜ ਦਾ ਲਿੰਕ ਮਿਲੇਗਾ, ਲਾਈਕ ਕਰੋ, ਬੈਲ ਆਈਕਨ ਦਬਾਓ। ਇਸ ਤੋਂ ਇਲਾਵਾ ਅਮਰੀਕਾ ਦਾ ਕਾਲ ਟੂ ਲਿਸਨ ਨੰਬਰ 667 930 9260 ਮਿਲੇਗਾ। ਉਸ ਨੰਬਰ ਤੇ ਡਾਇਲ ਕਰਕੇ ਇਸ ਪ੍ਰੋਗਰਾਮ ਨੂੰ ਤੁਸੀਂ ਅਮਰੀਕਾ ਭਰ ਦੇ ਵਿੱਚ ਸੁਣ ਸਕਦੇ ਹੋ। 667 930 9260 ਇਹ ਆਪਣਾ ਜਿਹੜਾ ਕਾਲ ਟੂ ਲਿਸਨ ਨੰਬਰ ਹੈ ਤੇ ਆਪਣਾ ਜਿਹੜਾ WhatsApp ਗਰੁੱਪ ਨੰਬਰ ਹੈ ਤੇ ਜਿਸ ਨੰਬਰ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਵੀ ਕਾਲ ਕਰਦੇ ਹੋ ਉਹ ਨੰਬਰ ਹੈ ਪਟਿਆਲਾ ਸਟੂਡੀਓ ਦਾ 9876309655 9876309655 9876309655 ਇਸ ਨੰਬਰ ਤੇ ਡਾਇਲ ਕਰਕੇ ਇਸ ਪ੍ਰੋਗਰਾਮ ਦਾ ਲੁਤਫ ਤੁਸੀਂ ਲੈ ਸਕਦੇ ਹੋ। ਇਹ ਸੀ ਜ਼ਰੂਰੀ ਬੇਨਤੀਆਂ ਤੇ ਖਬਰਾਂ ਕਿ ਮੌਸਮ ਦੇ ਵਿੱਚ ਵੀ ਕਾਫੀ ਤਬਦੀਲੀਆਂ ਹੋਈ ਜਾ ਰਹੀਆਂ ਨੇ। ਸੋ ਭਾਰੀ ਬਰਸਾਤ ਦੇ ਕਾਰਨ 10 ਉਡਾਨਾਂ ਦਿੱਲੀ ਤੋਂ ਅੰਮ੍ਰਿਤਸਰ ਵੱਲ ਮੋੜ ਦਿੱਤੀਆਂ ਗਈਆਂ ਨੇ। ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਜਿਹੜਾ ਜਹਾਜ਼ ਹੈ ਉਹ ਵੀ ਇਸ ਬਾਰਿਸ਼ ਦੇ ਗ੍ਰਹਿ ਕਾਰਨ ਡਾਇਵਰਟ ਕੀਤਾ ਗਿਆ। ਗੁਜਰਾਤ ਦੇ ਵਡੋਦਰਾ ਤੋਂ ਸਵਾਮੀਨਾਰਾਇਣ ਮੰਦਿਰ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਾਜਨਾਥ ਸਿੰਘ ਦਿੱਲੀ ਆ ਰਹੇ ਸਨ। ਜਦੋਂ ਦਿੱਲੀ ਅਤੇ ਏਅਰਪੋਰਟ ਅਥਾਰਟੀ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਕਿ ਉਹ ਅਪਡੇਟ ਫਲਾਈਟ ਦੀ ਜਾਣਕਾਰੀ ਲਈ ਏਅਰਲਾਈਨ ਦੇ ਸੰਪਰਕ ਦੇ ਵਿੱਚ ਰਹਿਣ ਤੇ ਉਹਨਾਂ ਦਾ ਜਹਾਜ਼ ਵੀ ਜਿਹੜਾ ਰਾਜਨਾਥ ਸਿੰਘ ਦਾ ਇਸੇ ਕਾਰਨ ਰਾਜਧਾਨੀ ਦੇ ਵਿੱਚ ਖਰਾਬ ਮੌਸਮ ਦੇ ਕਾਰਨ ਉਹਨਾਂ ਦੀ ਫਲਾਈਟ ਦਿੱਲੀ ਤੋਂ ਆਗਰੇ ਵੱਲ ਨੂੰ ਮੋੜਿਆ ਗਿਆ। ਮੁਹੱਬਤ ਦਾ ਸ਼ਹਿਰ ਹੈ, ਪੇਠੇ ਦੀ ਮਿਠਾਈ ਦਾ ਸ਼ਹਿਰ ਹੈ, ਜੁੱਤੀਆਂ ਇੱਥੇ ਬਹੁਤ ਵਧੀਆ ਬਣਦੀਆਂ ਨੇ। ਆਗਰੇ ਦੇ ਵਿੱਚ ਲੈਦਰ ਦਾ ਬਹੁਤ ਵੱਡਾ ਕੰਮ ਹੈ, ਸ਼ੂ ਇੰਡਸਟਰੀ ਲੈਦਰ ਦੀ ਬਹੁਤ ਵੱਡੀ ਹੈ, ਕਈ ਵਾਰ ਜਾਣ ਦਾ ਮੌਕਾ ਮਿਲਿਆ ਤੇ ਇਤਿਹਾਸਕ ਸ਼ਹਿਰ ਹੈ, ਗੁਰੂ ਸਾਹਿਬ ਦਾ ਵੀ ਵਰਸੋਇਆ ਇਲਾਕਾ ਹੈ ਤੇ ਇਸ ਦੌਰਾਨ ਉੱਥੇ ਅੱਜ ਕੱਲ ਥੋੜਾ ਉਸ ਮਾਹੌਲ ਦੇ ਵਿੱਚ ਕਿਉਂਕਿ ਆਗਰਾ ਦੇ ਵਿੱਚ ਵੀ ਤੇਜੋ ਦਾ ਮਹਿਲ ਦਾ ਰੌਲਾ ਪਿਆ। ਚਲੋ ਰਾਜਨਾਥ ਸਿੰਘ ਜੇ ਆਗਰਾ ਰਹਿਣਗੇ ਤੇ ਉਹ ਤੇਜੋ ਦੇ ਮਹਿਲ ਦੇ ਸਮਰਥਕਾਂ ਨਾਲ ਵੀ ਗੱਲਬਾਤ ਕਰ ਲੈਣਗੇ, ਧਾਨਾਂ ਦੇ ਆਸਰੇ ਡੀਲੇ ਨੂੰ ਪਾਣੀ ਹੋ ਜਾਏਗਾ ਤੇ ਇਸ ਦੌਰਾਨ ਇਸ ਬਰਸਾਤ ਦੀ ਉਮੀਦ ਕੀਤੀ ਜਾ ਸਕਦੀ ਹੈ। ਅੱਤ ਦੀ ਗਰਮੀ ਹੈ, ਹਾਲਾਂਕਿ ਖਾਸ ਕਰਕੇ ਜਿਹੜੀਆਂ ਫਲ ਨੇ, ਫਲਾਂ ਵਾਲੇ ਦਰਖਤ ਨੇ, ਉਹਨਾਂ ਨੂੰ ਇਸ ਹਨੇਰੀ ਦੀ ਥੋੜੀ ਦਿੱਕਤ ਹੁੰਦੀ ਹੈ ਜਿਸ ਦੌਰਾਨ ਕਿਤੇ ਨਾ ਕਿਤੇ ਬਾਕੀ ਤੇ ਇਸ ਦੌਰਾਨ ਕਿਤੇ ਨਾ ਕਿਤੇ ਜਿਹੜਾ ਸਿਲਸਿਲਾ ਚੱਲ ਆ ਰਿਹਾ ਤੇ ਇਸ 9 ਮਿੰਟ ਲੇਟ ਭਾਈ ਹਨੇਰੀ ਹੈ, ਬੱਦਲਵਾਈ ਹੈ, ਸਮਾਨ ਸਮੂਨ ਭਾਂਡੇ ਟਿੰਡੇ ਸਾਂਭੀ ਦੇ। ਭਾਂਡੇ ਟਿੰਡੇ ਨਹੀਂ, ਅੱਜ ਮੈਂ ਥੋੜਾ ਜਿਹਾ ਚੂਚੇ ਕਢਾਉਣ ਦੇ ਚੱਕਰਾਂ 'ਚ ਪੈ ਗਿਆ ਕਿਉਂਕਿ ਕੱਲ ਜਾ ਨਹੀਂ ਸਕੇ ਕਿਸੇ ਕਾਰਨ। ਆਂਡੇ ਪੈ ਸੀ ਇਕੱਠੇ ਕੀਤੇ ਭਾਈ ਸ਼ੈਲੀ ਜੀ, ਚਰਨਜੀਤ ਸਿੰਘ ਤੇ ਹੈਚਰੀ ਵਾਲੇ ਮਿੱਤਰ ਨੂੰ ਮਿਲਣਾ ਸੀ, ਫਿਰ ਤੁਹਾਨੂੰ ਪਤਾ ਟਾਈਮ ਲੱਗ ਜਾਂਦਾ। ਸੋ 9 ਮਿੰਟ ਲੇਟ ਹੋ ਗਏ, ਕੋਈ ਨਹੀਂ, ਦੇਰ ਆਏ ਦਰੁਸਤ ਆਏ। ਜਿਸ ਤਰ੍ਹਾਂ ਦੇ ਸੜਕਾਂ ਦੇ ਹਾਲਾਤ ਨੇ ਅੱਜ ਝਟਕਾ ਸਿਸਟਮ ਠੀਕ ਰਹਿਣਾ ਚਾਹੀਦਾ। ਕਹਿੰਦਾ ਮੈਂ 2 ਮਿੰਟ 'ਚ 2 ਕਿੱਲੇ ਵਾਹ ਕੇ ਆਇਆ। 9 ਮਿੰਟ ਲੇਟ ਹੋ ਗਏ, ਕੋਈ ਗੱਲ ਨਹੀਂ, ਪਹਿਲਾਂ ਵੀ ਚੱਲੀ ਜਾਂਦਾ ਹੁੰਦਾ ਟਿਵਾਣਾ ਰੇਡੀਓ, ਨਾ ਰਿਪੀਟ ਵਾਲਾ ਥੋੜਾ ਜਿਹਾ ਸੁਣ ਲਿਆ ਕਰੋ। ਸੋ ਇਸ ਕਰਕੇ 9 ਮਿੰਟਾਂ ਦੇ ਚੱਕਰ 'ਚ ਨਾ ਪਿਆ ਕਰੋ, ਇਹ ਕੰਮ ਚੱਲਦਾ। ਵੈਸੇ ਪੰਕਚੁਅਲ ਹੋਣਾ ਚਾਹੀਦਾ। ਆਲ ਇੰਡੀਆ ਰੇਡੀਓ 'ਚ ਬੜੇ ਪੰਕਚੁਅਲ ਰਹੇ ਆ, ਸਰਕਾਰੀ ਸਿਸਟਮ ਸੀ, ਭਾਵੇਂ ਮੀਂਹ ਆਵੇ ਹਨੇਰੀ ਆਵੇ, ਜਾਨ ਤਲੀ ਤੇ ਰੱਖ ਕੇ ਹੀਰੋ ਹੋਂਡਾ ਦਵੱਲੀ ਦਾ ਸੀ ਤੇ ਕਦੇ ਲੇਟ ਨਹੀਂ ਸੀ ਹੁੰਦੇ। ਹੁਣ ਆਪਣਾ ਘਰ ਦਾ ਰੇਡੀਓ, ਕੋਈ ਨਹੀਂ, ਜਟਕਾ ਰੇਡੀਓ ਹੈ। ਸੋ ਕਿਉਂਕਿ ਸਾਡੀ ਉਹੀ ਮੱਠੀ ਸਪੀਡ ਹੁੰਦੀ ਨਾ ਗੱਡੀ ਚਲਾਉਣ ਦੀ। ਸੋ ਇਸ ਦੌਰਾਨ ਜਸਟ ਜੋਕਿੰਗ, ਪਰਸਨਲ ਨਾ ਲਿਆ ਕਰੋ ਕਿਸੇ ਗੱਲ ਨੂੰ ਕਿਉਂਕਿ ਅੱਜ ਕੱਲ ਸਾਡੇ ਤਾਂ ਮਾਈਂਡ ਹੈ ਨਹੀਂ, ਮਾਈਂਡ ਅਸੀਂ ਕੀ ਕਰਨਾ, ਪਰ ਬਹੁਤੇ ਮਾਈਂਡ ਬਹੁਤ ਕਰਦੇ ਆ ਵੀਰ। ਸੋ ਨਵਪ੍ਰੀਤ ਸਿੰਘ, ਖੰਘ ਹੋ ਗਈ ਬਾਈ ਜੀ? ਹਾਂ, ਖੰਘ ਹੋ ਜਾਂਦੀ ਹੈ, ਮਿੱਤਰਾਂ ਦੀ ਖੰਘ 'ਚ ਖੰਘਣਾ ਪੈ ਜਾਂਦਾ ਕਦੇ। ਨਵਪ੍ਰੀਤ, ਸੋ ਸ਼ਾਹਕੋਟ ਵਾਲਿਓ, ਇਟਲੀ ਵਾਲਿਓ,
खंघ थोड़ी जी हैगी है जिन्हों कहते कुत्ते खंघ आ करोना तो बाद पता नहीं फेफड़िया नूं की सिस्टम खराब हो जाता खंघ रास ही नहीं आती है ना वो करी दा ओढ़ पोड़ कई बारी आती है ये पता नहीं की कारण है वैसे नहीं आती जो रेडियो शुरू करी दा उदों आती है खंगूरे तो अपने मित्र भी बहुत वड्डे वड्डे मारते ने उन्होंने भी याद कर ली उन्हों का खंगूरा भी कहना स्पीकर पार्ट ही हुंदा जथेदारां वाला एक थोड़ी जी माफी चाहांगे कि विच दी ना थोड़ी थोड़ी देर अपना ना कुछ सैकंड लई सिस्टम इधर साडे वल्लों बंद हो जाता हुंदा ते दोबारा असीं ऑन कर लईदा दिक्कत जिहड़ी है वो इहदे च आउंदी है वो तुसीं ये ना आख्या करो रेडियो बंद हो गया थोड़ी देर लई माड़ा मोटा बंद हो जाता कुछ सैकंड लई पता नहीं कि नुक्स ना लभ्या नहीं मित्र अपने ने बड़ा फरोलिया हुण तकनीकी चीज़ां ने कई बारी पता नहीं लगता कि की कारण बन जावे ते इस करके इस दे विच सुरेंद्र स्वागत है ते लो जी खंघ वाले 1 तो 2 हो गए सुरेंद्र स्वागत है सत श्री अकाल मारो खंगूरा सत श्री अकाल मेहरबानी उदा ही सर जाना खंगूरे की लोड़ ही नहीं नहीं खंगूरा तो तुहाडा बहुत बजदा मैं कई बारी ਉਹਦਾ ਖਾਣਾ ਭੱਜ ਕੇ ਫੀਡਰ ਵੀ ਡਾਊਨ ਕਰਦਾ ਹੁੰਦਾ ਜਦੋਂ ਤੁਸੀਂ ਹੋਲਡ ਤੇ ਹੁੰਦੇ ਹੋ ਚੰਗਾ ਤੁਸੀਂ ਵੀ ਜਥੇਦਾਰ ਹੀ ਹੋ ਵੈਸੇ ਗਲਾ ਗੁਲਾ ਪੂਰਾ ਨਿੱਠ ਕੇ ਸਾਫ਼ ਕਰਦੇ ਹੋ ਹੈਨਾ ਚਲੋ ਖੈਰ ਤੇ ਉਸ ਦੌਰਾਨ ਅੱਜ ਆਪਾਂ ਪੂਰੇ ਜਾਨਵਰ ਪ੍ਰੇਮੀ ਆ ਕਿਉਂਕਿ ਕੜਕਨਾਥ ਕੱਢਣੇ ਦੇ ਆਏ ਆ 25-26 ਪਰ ਉਧਰ ਜਾਨਵਰ ਪ੍ਰੇਮੀ ਮੁੱਖ ਮੰਤਰੀ ਸਾਹਿਬ ਦਾ ਪੁਤਲਾ ਸਾੜੀ ਜਾਂਦੇ ਆ ਅੰਮ੍ਰਿਤਸਰ ਦੇ ਵਿੱਚ क्योंकि पुलिस ने रहायशी क्वार्टरां च ना अनरजिस्टर्ड जिहड़े पालतू कुत्ते ने वो बाहर कढण दे आदेश जारी कर दिते गल यह है कि एडी कतीड़ वध गई है पुलिस वाले ने तो कुत्तियां तो खड़ा छड़ा लिया कहंदे जिन्हां दे रखे हुए ने वो तो रखो भाई अंदर हफ्ते च 1 दिन हवा लवाया करो इन्हां नूं छिले चों बाहर कढिया करो हफ्ते बाद छिला वैसे 40 दिनां दा हुंदा जदों जच्चा ते बच्चा नूं बाहर कढदे सी कहंदे सी बहू बाहर वधी है पर हुण सरकार दा इह जिहड़े पुलिस अफसर कहंदे ना कहंदे जिहड़े पुलिस दे क्वार्टर ने उन्हां च जिहड़े पालतू कुत्ते तुहाडे रखे हुए ने जिहड़े रजिस्टर्ड नहीं है उन्हां नूं बाहर कढो ते इन्हां नूं तुसीं सारा दिन नहीं घुमाउणा इन्हां नूं सिर्फ हफ्ते च 1 दिन घुमाउणा पर इन्हां ने हुण जिहड़ा एक जथेबंदी है मेनका वाली पीटा वाले ये भी पिट स्यापा रोज ही रखते ने उदां इह वातावरण प्रेमी ने ते उदां इह पराली नूं अग लाई बैठे ने इन्नी उहदे च चीकां मारदे ने जानवरां नाल इन्हां दा बहुत प्रेम है एनीमल प्रोटेक्शन सोसायटी ते एंटी क्राइम इन्हां ने मुख मंत्री दा पुतला साड़ दिता भगवंत मान दा भगवंत ने तो नहीं हुण इन्हां नाल गल करनी एंटी करप्शन वालियां ने कहणगे मेरा पुतला साड़िया वो तो मुर्दाबाद तो नहीं गल करदे इहदे च है कि घर विच पालिया कुत्ता जां होर कोई जानवर परिवारक मैंबर बन जांदे ने घर दे मैंबर वजों ही रहिंदे ने कहंदे इह की आदेश होया कि कमांडो बटालीयन के कर्मचारियों नूं आदेश दिता कि जिन्हां ने रहायशी क्वार्टरां च पालतू कुत्ते रखे ने उन्हां कोल कुत्ता रखण दी आग्या नहीं ते इह पालतू कुत्तिਆਂ ਨੂੰ रहायशी क्वार्टरां वाले इलाकों चों बाहर छड्डिया जावे जानी ਇਹ भी मुख मंत्री दे मगर पै गए ने हालांकि जदे इन्हां दी किसी दी घग्गरी पाड़ी ना उदों पता लगूगा सो ਇਹ एलीट किस्म दे लोग ने ठीक है इन्हां दा भी अधिकार है पर जो बच्चे खाधे जा रहे ने उन्हां बारे इन्हां ने कदे मूंह नहीं खोलिया सो चलो कुत्तियां तो काम शुरू करिया इत्थों ही चलदे आ आपां भी वाच डॉग हां भाई इन्हां दी नज़र च जां तां अपनी जिहड़ी आ रहायशगाह च रखो हफ्ते च 1 दिन घुमाओ घरां दे बाहर तुसीं रख लैंदे हो ते लोकां नूं डिस्टर्ब करदे ने सौण नहीं दिंदे ते निआणिਆਂ नूं वढदे ने जे तुसीं पैट रखिया ਉਹਨੂੰ रजिस्टर्ड कराओ बकायदगी दे नाल फिर ਉਹਦੀ ਸਾਂਭ संभाल करो पर पीटा वाले क्योंकि ਉਂਗਲ इस पासों ला दी कि फैसला वापस लिया जाए क्योंकि ये भी धरना पार्टी ने ये पता नहीं कदों साडे रेडियो नूं भी आके घेर लैण सुरेंद्र वीर जी नहीं 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 अज उन्होंने ओदा खाना बर्थ वास्ते छड्ड के आए अजे नहीं 2 घंटे बह जाना फिर उन्होंने कहना हुणे कढ के दे दो हाँ वो तो फिर नवीं सरकार वाले कढ सकदे आ तो वैसे तो 22वें दिन कढण नहीं वो मैं सुनाउणा तुहानूं एक पहला शुरू ही इत्थों करदे आ साडे खानदान च एक बजुर्ग फिर हुण मेरे भी खानदान ने कहना बख्शदा किसी नूं हुंदा है ठीक है ते ਉਹ ਨਾ ਜਦੋਂ ਨਵਾਂ ਇਹ ਕੰਮ ਚੱਲਿਆ ਨਾ ਮੁਰਗੀਆਂ ਤੋਂ ਮੁਕਤੀ ਮਿਲੀ ਤੇ ਉਹ ਇੱਕ ਤਾਂ ਹੁੰਦੀਆਂ ਸੀ ਪਿੰਡ ਵਾਲੀਆਂ ਦੇਸੀ ਵੀ ਉਹਦੇ ਆਂਡੇ ਇਕੱਠੇ ਕਰਨੇ ਲੈ ਜਾਓ ਚੱਕ ਕੇ ਜੀ ਉਹ ਗਰੇਵਾਲ ਦਾ ਹੁੰਦਾ ਸੀ ਇੱਕ ਇਹਦੇ ਸਰਹੰਦ ਰੋਡ ਤੇ ਉਹਨਾਂ ਦੇ ਚੱਲਦਾ ਸੀ ਉਹਨਾਂ ਨੂੰ ਦੇ ਦੋ ਤੇ ਮੁੜ ਕੇ 21 ਦਿਨਾਂ ਬਾਅਦ ਆ ਕੇ ਉਹਨਾਂ ਤੋਂ ਲੈ ਜਾਣੇ ਇੱਕ ਬ੍ਰੈਲਰ ਆ ਜਿਹੜਾ ਛੋਟਾ ਚੱਲਿਆ ਬਾਅਦ ਚੱਲਿਆ ਇੱਕ ਵੱਡਾ ਬ੍ਰੈਲਰ ਹੁੰਦਾ ਸੀ ਜਿਹੜਾ 5-6 ਕਿਲੋ ਦਾ ਹੋ ਜਾਂਦਾ ਸੀ ਠੀਕ ਹੈ ਤੇ
ਉਹਨਾਂ ਦੇ ਆਂਡੇ ਸਾਂਭ ਲੈਣੇ ਜੀ, ਉਹ ਕਢਾ ਕੇ ਰੱਖ ਲਓ। ਇੱਕ ਜਿਹੜੇ ਲਾਲ ਵਾਲੇ ਉਹ, ਇੱਕ ਜਿਹੜੇ ਚਿੱਟੇ ਹੁੰਦੇ ਸੀ ਜਿਹੜਾ ਅੱਜ ਕੱਲ੍ਹ ਪੋਲਟਰੀ ਫਾਰਮ ਸੀ ਕਹਿੰਦਾ, ਮਤਲਬ 4-5 ਕਿਸਮਾਂ ਹੁੰਦੀਆਂ ਸੀ। ਤੇ ਸਾਨੂੰ ਹਾਸਾ ਆਵੇ, ਆਂਡੇ ਇਕੱਠੇ ਕੀਤੇ, ਇਕੱਠੇ ਕਰਕੇ ਤੇ ਇਹਨੂੰ ਗਰੇਵਾਲ ਨੂੰ ਦੇ ਕੇ ਆਉਣੇ ਸੀ। ਜਿਹੜਾ ਗੁਆਂਢੀਆਂ ਦਾ ਬਜ਼ੁਰਗ ਆ ਗਿਆ, ਕਹਿੰਦਾ ਕਾਕਾ 2 ਘੰਟੇ ਉੱਤੇ ਬਹਿ ਜਾਓ ਉਹਨਾਂ ਨੂੰ ਕਹਿੰਦਾ ਹੁਣੇ ਕੱਢ ਕੇ ਦੇ ਦਿਓ। ਮੈਂ ਕਿਹਾ 2 ਘੰਟੇ ਜਦੋਂ ਭੁੰਨ ਕੇ ਦੇ ਦੂੰਗਾ, ਕੱਢ ਕੇ ਕੋਈ ਨਹੀਂ ਦਿੰਦਾ। ਭੁਰਜੀ ਬਣਾ ਦੂ। ਹਾਂ, ਭੁਰਜੀ ਖਾਣੀ ਹੈ ਤੇ ਗੱਲ ਕਰੋ, ਬਣ ਕੇ ਆਜੂ। ਕਹਿੰਦਾ ਕਿਉਂ ਮਸ਼ੀਨ 'ਚ ਰੱਖੀ ਦਾ ਕੀ ਫਾਇਦਾ, ਜੇ ਇੱਕੀਆਂ ਨਹੀਂ ਬਾਅਦ ਹੀ ਦੇਣੇ ਆ। ਉਹ ਮੈਂ ਕਿਹਾ ਈਟ ਹੀ ਦੇਣੀ ਆ, ਓਨੀ ਹੋਣੀ ਆ, ਇਹ ਮੁਰਗੀ ਵਾਲਾ ਹੀ ਆ, ਡੁਪਲੀਕੇਟ ਮੁਰਗੀ ਆ। ਇਹਨਾਂ ਸੋਚ ਕੇ ਜਦੋਂ ਤਾਂ ਕਰਕੇ ਜੋ ਤੁਸੀਂ ਕਿਹਾ ਕਿ ਮੈਂ ਉਹਦੇ ਛੱਡ ਆਇਆ, ਤੇ ਮੈਂ ਕਿਹਾ ਵੀ 2 ਘੰਟੇ ਬਹਿ ਕੇ ਕਢਾ ਲਿਓ। ਨਹੀਂ, ਮੈਨੂੰ ਹੋਰ ਵੀ ਕਈ ਕੰਮ ਕਰਨੇ ਹੁੰਦੇ ਆ। ਤੇ ਅਸੀਂ ਉਹ ਇੱਕ ਨਾਲ ਕੋਈ ASI ਬਹਿ ਗਿਆ, ਉਹ ਕਹਿੰਦਾ ਮੈਂ ਪਸਿਆਣੇ ਵਾਲੇ ਪੁਲ ਤੇ ਛੱਡਣਾ। ਮੈਂ ਚੱਲ ਤੂੰ ਵੀ ਬਹਿ ਜਾ। ਫਿਰ ਕੁਛ ਸਾਡੇ ਗੁਆਂਢੀ ਸੀ, ਉਹ ਬਹਿ ਗਏ, ਉਹਨਾਂ ਨੂੰ ਛੱਡਿਆ। ਕਿਉਂਕਿ ਆਪਾਂ ਨਰਿੰਦਰ ਸਿੰਘ ਕਪੂਰ ਵਾਂਗੂ ਨਾ ਗੱਡੀ ਖਾਲੀ ਨਹੀਂ ਰੱਖੀ ਦੀ, ਉੱਥੇ ਵੀ ਰੇਡੀਓ ਚੱਲਦਾ ਰਹਿੰਦਾ। ਨਾਲ ਜਿਹੜਾ ਮਿਲ ਗਿਆ ਰਾਹ 'ਚ ਉਹਨੂੰ ਅੰਜੀਰਾਂ ਖਵਾਈਆਂ, ਤੇ ਫਿਰ ਉਹਨਾਂ ਨੂੰ ਵੀ ਵੰਡੀਆਂ ਕਈਆਂ ਨੂੰ, ਹਨਾ, ਤੁਹਾਨੂੰ ਵੀ ਦਿੰਦੀਆਂ। ਵਧੀਆ ਲੱਗੀਆਂ। ਅੱਛਾ ਦੱਸ ਕਿਵੇਂ ਰਿਹਾ? ਤੁਸੀਂ ਫਸਟ ਟਾਈਮ ਮੇਰਾ ਖਿਆਲ ਖਾਧੀਆਂ ਆਪਣੇ ਵਾਲੀ ਅੰਜੀਰਾਂ, ਲਾਸਟ ਈਅਰ ਬਚ ਗਏ ਤੁਸੀਂ ਕਰੋਨਾ ਕਰਕੇ। ਸਵਾਦ ਨਹੀਂ? ਬਸ ਜਵਾਕਾਂ ਨੇ ਸਾਂਭ ਲਈਆਂ ਤੇ ਕੁਛ ਸਰਦਾਰਨੀ ਨੇ, ਤੇ ਆਪਣੀ ਤਾਂ ਵਾਰੀ। ਇੱਕ ਸੈਕਿੰਡ, ਤੁਹਾਡੀ ਮਤਲਬ ਵਾਰੀਓ ਨਹੀਂ ਆਈ? ਮੇਰੀ ਵਾਰੀ ਆਈ, ਪਤੀਲਾ ਖੜ ਕੇ। ਕੋਈ ਨਹੀਂ, ਕਾਹਨੂੰ ਲਿਆਉਣਾ ਤੋੜ ਕੇ, ਹੋਰ ਮੈਂ ਚੜਦਾ ਦੁਬਾਰਾ। ਉਹ ਭਗਵਾਨ ਮਾਨ ਵਾਲਾ ਪਤੀਲਾ ਖੜ ਗਿਆ ਜਿਹੜਾ ਢੀਂਸੇ ਵਾਲਾ ਖੜਕਾਇਆ ਸੀ ਨਾ 2014 'ਚ, ਠੀਕ ਹੈ ਨਾ, ਉਹ ਪਤੀਲਾ ਖੜਕ ਗਿਆ ਆਪਣਾ। ਨਹੀਂ, ਕੋਈ ਨਹੀਂ, ਅਜੇ ਕਿਹੜਾ ਮਿਰਜ਼ਾ ਮੁੱਕ ਗਿਆ ਕਿ ਸਰੰਗੀ ਟੁੱਟ ਗਈ। ਕੋਈ ਨਹੀਂ, ਐਕਚੁਅਲੀ ਤੋੜਨੀਆਂ ਬਹੁਤ ਔਖੀਆਂ ਨੇ ਨਾ। ਪਰਸੋਂ ਮੈਂ ਸੋਚਿਆ ਨਾ ਵੀ ਚਲੋ ਵਾਕ ਕਰਨ ਜਾਵਾਂ, ਗਰਮੀ ਚੰਗੀ ਆ ਜਾਂਦੀ। ਪਰ ਜਦੋਂ ਮੈਂ ਅੰਜੀਰਾਂ ਤੋੜਨ ਲੱਗ ਪਿਆ, ਤੋੜੀਆਂ ਦਾ 2-3 ਕਿਲੋ, ਤੇ ਬਾਈ ਜੀ ਘੰਟਾ 1.5 ਘੰਟਾ ਕਿਉਂਕਿ ਉੱਪਰ 8-10 ਫੁੱਟ ਦਾ ਦਰਖਤ ਹੈ, ਉੱਪਰ ਟਾਹਣੀਆਂ ਤੇ ਚੜ੍ਹਨਾ ਪੈਂਦਾ। ਤੇ ਇੱਕ ਤਾਂ ਬੂਟਾ ਛੋਟਾ ਹੀ, ਦੂਜਾ ਬੂਟਾ ਹੈਗਾ 12-13 ਫੁੱਟ ਦਾ, ਤੇ ਐਨ ਪੂਰਾ ਗਰਮੀ ਨਾਲ ਗੜੋਚ ਹੋ ਗਿਆ। ਉਹ ਮਾਤਾ ਰਾਣੀ ਸਾਡੀ ਕਹਿੰਦੀ ਕਿਉਂ ਐਵੇਂ ਡਿੱਗ ਜਾਏਗਾ, ਸੁਰਿੰਦਰ ਵਾਂਗੂ ਰਹਿਣ ਦੇ ਤੂੰ। ਪਰ ਕਿਉਂਕਿ ਮੈਂ ਦੇਖੋ ਸੁਰਿੰਦਰ ਦਾ ਵਜਨ ਵਾਲਾ, ਅਸੀਂ ਤਾਂ ਐ ਨਾ ਲਿਪਟ ਕੇ ਮਤਲਬ ਅੰਜੀਰਾਂ ਤੇ ਤੋੜੀਆਂ, ਕੋਈ ਦਿੱਕਤ ਨਹੀਂ। ਬਰੀਕ ਤੋਂ ਬਰੀਕ ਟਾਹਣੀ ਤੇ ਵੀ ਚੜ੍ਹ ਜਾਈਦਾ ਲਚਕੇ ਨਾਲ। ਅਜੇ ਤੱਕ ਬਚੇ ਹੋਏ ਆ, ਦਰਖਤਾਂ ਤੇ ਚੜ੍ਹਨ ਦਾ ਅਜੇ ਹੌਸਲਾ ਹੈਗਾ, ਹਨਾ। ਪਰ ਬਾਹਲੀਆਂ ਟੀਸੀ ਵਾਲੀਆਂ ਜਿਹੜੀਆਂ ਨੇ ਨਾ, ਉਹ ਬਚ ਜਾਂਦੀਆਂ ਨੇ। ਖੈਰ, ਪਰ ਸੁਰਿੰਦਰ ਵੀਰ, ਇਹ ਜਿਹੜਾ ਦੇਖੋ, ਜੇ ਕੋਈ ਸਰਕਾਰ ਫੈਸਲਾ ਕਰਦੀ ਹੈ, ਅੱਛੀ ਚੀਜ਼ ਹੈ ਕਿ ਜਿਨ੍ਹਾਂ ਨੇ ਕੁੱਤੇ ਰੱਖੇ ਨੇ, ਪਹਿਲੀ ਵਾਰੀ ਫੈਸਲਾ ਆਇਆ, ਜਿਹੜੀਆਂ ਸਿਕਿਉਰਿਟੀ ਫੋਰਸਿਸ ਨੇ ਇਹਨਾਂ ਦੇ ਵੱਲੋਂ ਜਿਹੜੇ ਹੁਕਮ ਆਏ ਸਨ ਕਿ ਰਿਹਾਇਸ਼ੀ ਕੁਆਟਰਾਂ ਦੇ ਵਿੱਚ ਇਹ ਆਦੇਸ਼ ਵਧੀਕ DGP ਵੱਲੋਂ ਜਾਰੀ ਕੀਤੇ ਗਏ ਸਨ। ਪਰ ਹੁਣ ਇਹ ਪੀਟਾ ਵਾਲੇ ਬਿਨਾਂ ਵਜ੍ਹਾ ਮੁੱਖ ਮੰਤਰੀ ਦਾ ਪੁਤਲਾ ਸਾੜਨ ਲੱਗੇ, ਕਿਉਂਕਿ ਕਮਾਂਡੋ ਬਟਾਲੀਅਨ ਦੇ ਜਿਹੜੇ ਕਰਮਚਾਰੀ ਨੇ, ਕੋਈ ਵਿਚਾਰਾ ਰਾਤ ਨੂੰ ਆਉਂਦਾ ਹੈ, ਕੋਈ ਵੇਲੇ ਆਉਂਦਾ। ਹੁਣ ਘਰਾਂ ਅੱਗੇ ਰੱਖੇ ਅਵਾਰਾ ਕੁੱਤੇ ਜਾਂ ਪਾਲਤੂ ਕੁੱਤੇ ਉਹਨਾਂ ਨੂੰ ਵੱਢਦੇ ਨੇ, ਗੰਦਗੀ ਕਰਦੇ ਨੇ। ਪਿੱਛੇ ਚੰਡੀਗੜ੍ਹ 'ਚ 2 ਜੱਜ ਆਪਸ 'ਚ ਲੜ ਪਏ ਸੀ, ਕਿਉਂਕਿ ਇੱਕ ਜੱਜ ਸੈਰ ਕਰਾਉਣ ਆਉਂਦਾ ਸੀ ਕੁੱਤੇ ਨੂੰ, ਤੇ ਦੂਸਰੇ ਜੱਜ ਦੇ ਘਰ ਦੇ ਮੂਹਰੇ ਕਾਰਵਾਈ ਪਾਉਂਦਾ ਸੀਗਾ, ਹਨਾ, ਕੰਧ ਲੱਤ ਚੱਕ ਕੇ ਪਾਉਂਦਾ ਸੀ, ਕਦੇ ਵੈਸੇ ਸਟੂਲ ਮਾਰਦਾ ਸੀਗਾ। ਤੇ ਉੱਥੇ 2 ਜੱਜ ਆਪਸ 'ਚ ਲੜੇ ਕੁੱਤੇ ਪਿੱਛੇ। ਇਹ ਚੀਜ਼ਾਂ ਆਮ ਹੋ ਰਹੀਆਂ ਨੇ। ਜੇ ਕੋਈ ਫੈਸਲਾ ਕਿ ਜੇ ਪੈਟ ਰੱਖਿਆ ਭਾਈ ਅੰਦਰ ਰੱਖੋ, ਲੋਕਾਂ ਨੂੰ ਕਿਉਂ ਵਧਾਉਂਦੇ ਹੋ? ਸੋ ਇਸ ਤਰ੍ਹਾਂ ਕਈ ਲੋਕ ਕਹਿਣਗੇ ਦੇਖੋ ਜੀ ਸਾਡਾ ਕੁੱਤਾ ਸਾਡੀ ਗਲੀ 'ਚ ਕਿਸੇ ਨੂੰ ਛਿਪਣ ਨਹੀਂ ਦਿੰਦਾ, ਪਰ ਦੂਜੀ ਗਲੀ 'ਚ ਵੜ ਕੇ ਵੇਖੋ ਤੁਹਾਡੀ ਘੱਗਰੀ ਪਲਾਜ਼ੋ ਕਿਵੇਂ ਪਾੜਦਾ ਉਹ। ਸੋ ਐਡਾ ਮਤਲਬ ਲੋਕਾਂ ਨੇ ਗੰਦ ਪਾ ਰੱਖਿਆ। ਆ ਸਾਡੇ ਗੁਆਂਢ 'ਚ ਹੈਗੇ ਕਈਆਂ ਦੇ ਸਬਜ਼ੀਆਂ ਲਾਈਆਂ ਹੋਈਆਂ ਨੇ, ਉਹ ਭੈਣ ਜੀ ਕਹਿੰਦੇ ਸਾਡੀਆਂ ਸਾਰੀਆਂ ਸਬਜ਼ੀਆਂ ਪੱਟ ਦਿੰਦੇ ਨੇ, ਕਿਉਂਕਿ ਜਿਹੜੀਆਂ ਸਾਈਡ ਦੀਆਂ ਲਾਈਨਾਂ ਨੇ, ਬਰਮ ਨੇ ਜਿਹੜੀਆਂ ਵਾਲ ਟੂ ਵਾਲ ਟਾਈਲਾਂ ਲਾਈ ਜਾਂਦੇ ਆ, ਮੇਰ ਜਿਹੜਾ ਵੀ ਆਉਂਦਾ, ਇਹਨਾਂ ਵਿਚਾਰਿਆਂ ਦੇ ਪੈਰ ਸੜਦੇ ਆ। ਇਹ ਚਾਹੁੰਦੇ ਆ ਗਿੱਲੀ ਮਿੱਟੀ, ਆ ਸਾਡੇ ਪਿੱਛੇ ਜਗ੍ਹਾ ਉਹ ਘੁਰਨੇ ਬਣਾ ਕੇ ਰਹਿੰਦੇ ਆ ਕੁੱਤੇ ਗਿੱਲੀ ਮਿੱਟੀ 'ਚ। ਤੇ ਜੇ ਕੋਈ ਸਬਜ਼ੀ ਲਾਉਂਦਾ ਸਬਜ਼ੀ ਪੁੱਟ ਦਿੰਦੇ ਆ, ਭਿੰਡੀਆਂ ਭੁੰਡੀਆਂ ਕੁਛ ਨਹੀਂ ਛੱਡ ਦਿੰਦੇ, ਕਿਉਂਕਿ ਜਿੱਥੇ ਖੇਤ ਗਿੱਲਾ ਉੱਥੇ ਇਹਨਾਂ ਨੇ ਘੁਰਨਾ ਬਣਾ ਕੇ ਬਹਿਣਾ ਗਰਮੀ 'ਚ। ਪਰ ਉਹ ਜਗ੍ਹਾ ਛੱਡੀ ਹੋਈ ਨਹੀਂ ਲੋਕਾਂ ਨੇ, ਤੇ ਇਸ ਕਰਕੇ ਉਹ ਵੀ ਦੁਖੀ ਨੇ, ਹਾਈਪਰ ਹੁੰਦੇ ਨੇ। ਜੇ ਹੁਣ ਅੰਦਰ ਰੱਖਣ ਦਾ ਆਦੇਸ਼ ਦਿੱਤਾ ਤੇ ਆ ਪੀਟਾ ਵਾਲਿਆਂ ਨੇ ਪਿੱਟ ਪਟਾਊਗਾ ਪਾ ਲਿਆ ਜੀ। ਕੱਲਾ ਅੰਦਰ ਰੱਖਣ ਦਾ ਨਹੀਂ, ਮੈਂ ਹੋਰ ਦੱਸਦਾ ਕਿ ਜਦੋਂ ਨਾ ਖੇਤਾਂ 'ਚ ਬੜੇ ਦੁਖੀ ਹੋਈਦਾ ਸੀਗਾ, ਟਿਊਬਵੈਲ ਤੇ ਨਾ ਨਿੰਬੂ ਦੇ ਦਰਖਤਾਂ, ਨਿੰਬੂ ਦੇ ਉਹਦੇ ਥੱਲੇ ਵੜ ਜਾਂਦੇ ਸੀ ਤੇ ਨਿੰਬੂ ਦੀਆਂ ਜੜ੍ਹਾਂ ਖਾਲੀ ਨੰਗੀਆਂ ਕਰ ਦਿੰਦੇ ਸੀ, ਕਿਉਂਕਿ ਪਾਣੀ ਲੱਗਾ ਹੁੰਦਾ, ਜਗ੍ਹਾ ਠੰਡੀ ਹੁੰਦੀ ਸੀ, ਥੱਲੇ ਬੈਠਣਾ ਹੁੰਦਾ ਸੀ, ਮਿੱਟੀ ਪੱਟ ਕੇ ਨਾ ਤੇ ਨਿੰਬੂ ਦੀਆਂ ਜੜ੍ਹਾਂ ਕੱਢ ਦਿੰਦੇ ਸੀ ਬਾਹਰ। ਇਹ ਬੜੀ ਸਮੱਸਿਆ ਖੜੀ ਕਰਦੇ ਸੀ। ਗੱਲ ਇਹ ਆ ਕਿ ਦੇਖੋ
ਜਿਹਨੇ ਰੱਖਣਾ ਉਹ ਘਰ ਦੇ ਅੰਦਰ ਰੱਖੇ, ਉਦਾਂ ਵੀ ਤਾਂ ਬੈੱਡ ਤੇ ਸਵਾਲਦੇ ਹੋ ਤਾਂ ਫਿਰ ਸਾਂਭੋ ਅੰਦਰ। ਗਲੀਆਂ ਦੇ ਵਿੱਚ ਕਿਉਂ ਗੰਦ ਜਿਹੜਾ ਉਹ ਪਾਉਂਦੇ ਹੋ? ਠੀਕ ਹੈ, ਕਿਤੇ ਨਾ ਕਿਤੇ ਦੇਖੋ ਸਰਕਾਰ ਨੂੰ ਫੈਸਲੇ ਤਾਂ ਲੈਣੇ ਪੈਣਗੇ, ਔਰ ਇਦਾਂ ਦੇ ਫੈਸਲੇ ਭਾਵੇਂ ਲੋਕ ਔਖੇ ਹੋਣ ਜੋ ਮਰਜ਼ੀ ਹੋਣ। ਇਹ ਨਹੀਂ ਹੈ ਕਿ ਕੁੱਤਾ ਪਾਲੋ ਤੁਸੀਂ ਆਪਣੇ ਸ਼ੌਂਕ ਲਈ ਤੇ ਜਿਹੜਾ ਉਹ ਗੁਆਂਢੀਆਂ ਦੇ ਘਰ ਗੰਦ ਪਾਵੇ, ਇਹ ਕੁਛ ਜਿਹੜਾ ਉਹ ਨਹੀਂ ਚੱਲੂਗਾ। ਠੀਕ ਹੈ, ਜਿਹਨੇ ਸਾਂਭਣਾ ਆਪਣੇ ਘਰ ਦੇ ਅੰਦਰ ਰੱਖੇ ਜੋ ਮਰਜ਼ੀ। ਇਹਦੇ ਤੇ ਸਰਕਾਰ ਨੂੰ ਸਖਤ ਹੋਣਾ ਪਏਗਾ। ਦੂਸਰੀ ਗੱਲ, ਜੇ ਘਰ ਦੇ ਅੰਦਰ ਹੋਏਗਾ ਤੇ ਘੱਟੋ ਘੱਟ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ। ਹੁਣ ਕੀ ਹੈ ਕਿ ਅਵਾਰਾ ਕੁੱਤੇ ਇੰਨੇ ਫਿਰਦੇ ਨੇ, ਤੁਸੀਂ ਸੈਰ ਲਈ ਨਿਕਲੋ, ਸਭ ਤੋਂ ਪਹਿਲਾਂ ਇਹ ਖਤਰਾ ਬਣਿਆ ਹੁੰਦਾ ਕਿ ਪਤਾ ਨਹੀਂ ਕਿਹੜੇ ਨੇ ਤੁਹਾਨੂੰ ਢਾਹ ਲੈਣਾ। ਗੱਲ ਕੀ ਹੈ, ਕੁਛ ਵਿਹਲੜ ਲਾਣਾ ਮੇਨਕਾ ਗਾਂਧੀ ਸਪੋਰਟ ਕਰਦੀ ਹੈ, ਠੀਕ ਹੈ, ਇਹਨਾਂ ਦੇ ਅਧਿਕਾਰ ਨੇ, ਪਰ ਜਿਹੜੇ ਪੰਜਾਬ ਦੇ ਵਿੱਚ ਗਰੀਬ ਬੱਚੇ ਖਾਧੇ ਨੇ ਇਹਨਾਂ ਨੇ, ਜਿਹੜੇ ਭੇਡਾਂ ਦੇ ਵਾੜਿਆਂ 'ਚ ਬੱਕਰੀਆਂ ਦੇ ਵਾੜਿਆਂ 'ਚ ਵੜ ਕੇ ਘਾਣ ਕਰਦੇ ਨੇ, ਕਟਰੂ ਦੁਧਾਰੂਆਂ ਦਾ ਘਾਣ ਕਰਦੇ ਨੇ, ਉਹਦੇ ਲਈ ਕੌਣ ਜ਼ਿੰਮੇਵਾਰ ਹੈ ਜੀ? ਜੇ ਰੱਖਣੇ ਆ ਇਹਨਾਂ ਦਾ ਕੋਈ ਸਿਸਟਮ ਹੋਵੇ, ਕਿਉਂਕਿ ਸੁਪਰੀਮ ਕੋਰਟ ਦਾ ਵੀ ਹੁਕਮ ਆਇਆ ਸੀ ਇਸ ਬਾਰੇ ਕਿ ਜਿਹੜੇ ਬਿਮਾਰੀ ਯੁਕਤ ਨੇ, ਜਿਹੜੇ ਬਚ ਨਹੀਂ ਸਕਦੇ, ਉਹਨਾਂ ਨੂੰ ਮਾਰ ਦਿਓ। ਕੁੱਤਿਆਂ ਦੀ ਜਿਹੜੀ ਨਸਬੰਦੀ ਹੈ ਉਹਦੇ ਤੇ ਕਰੋੜਾਂ ਦੀਆਂ ਠੱਗੀਆਂ ਲੱਗਦੀਆਂ ਨੇ, ਉਹ ਸਿਲਸਿਲਾ ਕੁਛ ਨਹੀਂ ਹੁੰਦਾ। ਆਪਣਾ ਸਵਾਗਤ ਬਾਈ ਜੀ, ਮਾਖਾ ਗੋਟ ਫਾਰਮ ਤੋਂ 68 ਨੰਬਰ। ਹਾਂਜੀ ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਨਾਲ ਬਾਈ ਸਿੰਦਰ ਜੀ ਨੂੰ ਤੇ ਬਾਕੀ ਆਪਣੇ ਸਾਰੇ ਪਰਿਵਾਰ ਨੂੰ। ਅੱਛਾ ਬਾਈ ਜੀ, ਕੀ ਨਾਂ ਤੁਹਾਡਾ, ਕਿੱਥੇ ਤੁਸੀਂ ਬੱਕਰੀ ਪਾਲਣ ਦਾ ਕੰਮ ਕਰਦੇ ਹੋ? ਤੁਹਾਡਾ ਕਮੈਂਟ ਜੀ ਮੇਰਾ ਨਾਮ ਅਮਰੀਕ ਸਿੰਘ ਹੈ ਜੀ। ਵੈਸੇ ਅਮਰੀਕ ਮਾਖਾ ਦੇ ਨਾਂ ਤੇ ਮੇਰੀ ਫੇਸਬੁੱਕ ਆਈਡੀ ਚੱਲਦੀ ਹੈ ਤੇ ਮਾਖਾ ਗੋਟ ਇਨਫੋਰਮੇਸ਼ਨ ਮੇਰਾ YouTube ਚੈਨਲ ਚੱਲਦਾ ਜੀ। ਅੱਛਾ, ਕਿਹੜੀ ਜਗ੍ਹਾ ਤੁਸੀਂ ਬੱਕਰੀਆਂ ਰੱਖੀਆਂ ਹੋਈਆਂ ਖੁਦ? ਮੈਂ ਝੀਰ ਦੇ ਨਾਲ ਪਿੰਡ ਹੈ ਜੀ ਮੇਰਾ, ਮਾਖਾ ਮਾਨਸਾ ਤੇ ਝੀਰ ਪੈਂਦਾ ਜੀ। ਮਾਖਾ ਪਿੰਡ ਹੈ? ਹਾਂਜੀ, ਮਾਖਾ ਝੀਰ ਦੇ ਨਾਲ ਝੀਰ ਖੱਟਾ ਦਬੂਗੜ ਏਰੀਏ ਦੇ ਵਿੱਚ। ਕਿੰਨੀਆਂ ਕੁ ਬੱਕਰੀਆਂ ਰੱਖੀਆਂ, ਕਿਹੜੀ ਨਸਲ ਦੀਆਂ? ਲੋਈ ਬੱਕਰੀ ਹੈ ਕਿਹੜੀ? ਮੇਰੇ ਕੋਲ ਬੀਟਲ ਬੱਕਰੀਆਂ ਜੀ, 20 ਬੱਕਰੀਆਂ ਦਾ ਬੀਟਲ ਨੇ ਤੇ 10 ਬਰਬਰੀਆਂ ਜੀ। ਅੱਛਾ, ਹਾਂਜੀ 3 ਨਗ ਨੇ ਜੀ। ਅੱਛਾ, ਇਹ ਤੁਸੀਂ ਮਤਲਬ ਪਰਿਵਾਰਕ ਤੌਰ ਤੇ ਪਹਿਲਾਂ ਰੱਖਦੇ ਆ, ਉਹ ਨਾਲ ਖੇਤੀਬਾੜੀ ਕਰਦੇ ਹੋ? ਕਿੱਦਾਂ ਗੋਟ ਫਾਰਮਿੰਗ ਕਿਵੇਂ ਸ਼ੁਰੂ ਕੀਤੀ ਤੁਸੀਂ? ਹਾਂਜੀ, ਇਹ ਮੈਂ ਨਾ 3 ਸਾਲ ਪਹਿਲਾਂ ਇੱਕ ਬੱਕਰੀ ਤੋਂ ਸ਼ੁਰੂ ਕੀਤਾ ਸੀਗਾ ਜੀ। ਅੱਛਾ, ਕਿੱਥੋਂ ਲਿਆਂਦੀ ਸੀ, ਕਿੰਨੇ ਦੀ ਲਿਆਂਦੀ ਸੀ? ਉਹ ਬੱਕਰੀ ਮੈਂ 6000 ਦੀ ਲਿਆਂਦੀ ਸੀ, ਬਰਬਰੀ ਬੱਕਰੀ ਜੀ। ਅੱਛਾ, ਉਸ ਤੋਂ ਬਾਅਦ ਹੌਲੀ ਹੌਲੀ ਮੋਬਾਈਲ ਦੇ ਨਾਲ ਜੁੜਦੇ ਰਹੇ, ਗਰੁੱਪ ਜੁੜਦੇ ਰਹੇ, ਜਿਵੇਂ ਦੇਖਦੇ ਰਹੇ, ਬਸ ਉਹੀ ਚੀਜ਼ਾਂ ਮੋਬਾਈਲ ਦੇ ਵਿੱਚ ਆਉਣ ਲੱਗੀਆਂ ਜਿਹਦਾ ਸ਼ੌਂਕ ਸੀ। ਨਾਲ ਕੀ ਕੰਮ ਕਰਦੇ ਹੋ, ਹੋਰ ਕੀ ਕੰਮ ਕਰਦੇ ਹੋ? ਨਾਲ ਖੇਤੀ ਹੈ ਜੀ, 10-12 ਕਿੱਲੇ ਦੀ ਇਸ ਵੇਲੇ ਮੂੰਗੀ ਲੱਗੀ ਹੋਈ ਹੈ, ਉਸ ਤੋਂ ਬਾਅਦ ਝੋਨਾ ਲੱਗੂਗਾ ਜੀ। ਅੱਛਾ ਅੱਛਾ, ਓਕੇ। ਹਾਂਜੀ, ਇਹਨਾਂ ਨੂੰ ਕਿਉਂਕਿ ਬੱਕਰੀਆਂ ਤਾਂ ਚਾਰ ਕੇ ਲਿਆਉਣੀਆਂ ਪੈਂਦੀਆਂ ਹੁੰਦੀਆਂ ਨੇ, ਹੈਨਾ? ਨਹੀਂ, ਬਾਕੀ ਜ਼ਰੂਰੀ ਨਹੀਂ ਹੈਗਾ, ਬਾਕੀ ਹੁਣ ਜਗ੍ਹਾ ਘੱਟ ਗਈ ਚਾਰਨ ਵਾਸਤੇ, ਬਾਕੀ ਸਾਡੇ ਤਾਂ ਹੈਗੀ ਨਹਿਰ ਨੂਰ, ਪਰ ਫਿਰ ਵੀ ਕੰਮ ਦੇ ਉਸ ਚ ਖੇਤੀ ਦੇ ਨਾਲ ਨਾਲ ਫਿਰ ਘਰੇ ਚਾਲ ਫੀਡਿੰਗ ਤੇ ਚੱਲ ਰਿਹਾ ਕੰਮ ਵਧੀਆ ਜੀ। ਅੱਛਾ, ਬਾਕੀ ਨੀਰਾ ਇਹਨਾਂ ਦਾ ਗੁਆਰੇ ਦਾ ਨੀਰਾ ਆਪਣੇ ਆ ਜਾਂਦਾ ਜੀ। ਇਸ ਟਾਈਮ ਛੋਟਾ ਨਾ ਆ ਰਿਹਾ ਹੋਣਾ ਤੇ ਅੱਗੇ ਜਾ ਕੇ ਗੁਆਰੇ ਦਾ ਜੂਆ, ਬਾਕੀ ਹਰਾ ਚਾਰਾ ਜਿਹੜਾ ਘਰੇ ਆ ਮੱਝਾਂ ਗਾਈਆਂ ਨੂੰ ਪੈਂਦਾ, ਕੋਈ ਪ੍ਰੋਬਲਮ ਨਹੀਂ ਹੈਗੀ ਮੈਨੂੰ ਤਾਂ ਇਸ ਟਾਈਮ ਤੇ ਇਸ ਕੰਮ ਚ ਕੋਈ ਪ੍ਰੋਬਲਮ ਨਹੀਂ ਲੱਗੀ। ਅੱਛਾ, ਵਧੀਆ ਮਤਲਬ ਅਰਨਿੰਗ ਹੈ ਗਾਵਾਂ ਪਾਲਣ ਨਾਲ, ਬੱਕਰੀ ਪਾਲਣ ਚ? ਹਾਂਜੀ, ਪਰ ਗੱਲ ਇਹ ਹੈ ਨਾ ਕਿ ਲੋਕੀ ਟਿਚਰਾਂ ਵੀ ਕਰਦੇ ਨੇ ਤੇਰਾ ਜੇਠ ਬੱਕਰੀਆਂ ਵਾਲਾ, ਕਿਉਂਕਿ ਲੋਕੀ ਕਹਿੰਦੇ ਨੇ ਸਰਦਾਰਾਂ ਦਾ ਕੰਮ ਨਹੀਂ, ਗਰੀਬ ਲੋਕਾਂ ਦਾ ਕੰਮ ਹੈ, ਬਦਕਿਸਮਤੀ ਹੈ। ਨਹੀਂ, ਬਾਕੀ ਤੁਸੀਂ ਕਹਿੰਦੇ ਸੀ ਵੀਡੀਓ ਦੇਖੀ ਉਹਦੇ ਵਿੱਚ ਟਿਚਰਾਂ ਵਾਲੇ ਗਾਣੇ ਵੀ ਸੈੱਟ ਕੀਤੇ ਹੋਏ ਜੀ, ਜਿਹੜੇ ਲੋਕਾਂ ਨੇ ਉਹ ਪਹਿਲਾਂ ਸੀਗੇ, ਹੁਣ ਨਹੀਂ ਹੈਗਾ ਜੀ ਉਹ ਕੰਮ। ਅੱਛਾ, ਵੈਰੀ ਗੁੱਡ। ਬਾਕੀ ਇੱਕ ਕਿੱਲਾ ਜੀ ਆਪਾਂ ਠੇਕੇ ਤੇ ਲੈਂਦੇ ਜੀ, ਆਪਣੇ 65,70,000 ਨੂੰ ਕਿੱਲਾ ਜੀ। ਹਾਂ, ਜੇ ਠੇਕੇ ਤੇ ਲੈ ਕੇ ਵਾਹੀ ਕਰੀਏ ਤੇ ਉਹ 50,000 ਰੁਪਏ ਛੱਡਦਾ ਨਹੀਂ ਹੈਗਾ ਜੀ ਆਪਾਂ ਨੂੰ ਸਾਲ ਵਿੱਚ। ਅੱਛਾ, ਇਹਦੇ ਚ ਤੁਹਾਨੂੰ ਕੀ ਆਮਦਨ ਹੋ ਜਾਂਦੀ ਹੈ 20 ਬੱਕਰੀਆਂ ਚ? ਇੱਕ ਬੱਕਰੀ 1.5 ਸਾਲ ਦੇ ਵਿੱਚ 2 ਵਾਰ ਸੂਦੀ ਹੈ ਜੀ। ਅੱਛਾ, ਜਦੋਂ ਉਹ ਦੁਬਾਰਾ ਸੂਦੀ ਉਹਦੇ ਪਿਛਲੇ ਬੱਚੇ ਹੋਣਗੇ ਜਿਹੜੇ ਉਹ 16,000 ਦੇ ਹੋਣਗੇ ਜੀ। ਅੱਛਾ, ਹਾਂਜੀ, ਤੁਸੀਂ ਦੇਖ ਲਓ ਵੀ ਜਿਹੜੇ ਨਵੇਂ ਬੱਚੇ ਆ ਗਏ ਉਹ ਆਪਾਂ ਨੂੰ ਪ੍ਰੋਫਿਟ ਹੈ ਜੀ, ਭਾਵੇਂ ਉਹ ਲਾ ਲਓ ਪ੍ਰੋਫਿਟ ਤੇ ਭਾਵੇਂ ਪਿਛਲੇ ਲਾ ਲਓ, 16,000 ਰੁਪਏ ਹੁੰਦੀ ਹੈ 1.5 ਸਾਲ ਦੇ ਵਿੱਚ ਇੱਕ ਬੱਕਰੀ ਜੀ। ਅੱਛਾ, ਇਹਦੀ ਖੁਰਾਕ ਵਗੈਰਾ ਜਿਹੜੀ ਹੈ ਫਿਰ ਕਿਵੇਂ ਪੂਰੀ ਕਰਦੇ ਹੋ? ਦਿੱਕਤ ਕੀ ਹੈ ਬੱਕਰੀ ਪਾਲਣ ਚ? ਇੱਕ ਤਾਂ ਰੌਲਾ ਬਹੁਤ ਪਾਉਂਦੀ ਹੈ ਹੁਣ ਵਾਸਤੇ ਤਾਂ ਮੋਟਾ ਆਹਾਰ ਜਿਹੜਾ ਪਈ ਜਾਂਦਾ ਜੀ, ਛੋਲੇ ਦਾ ਨੀਰਾ ਤੇ ਗੁਆਰੇ ਦਾ ਨੀਰਾ, ਮੋਟਾ ਆਹਾਰ ਤਾਂ ਪਈ ਜਾਂਦਾ, ਬਾਕੀ ਸਰੀਰ ਲਾ ਲਈ ਛੋਲਿਆਂ ਦਾ ਸੁੱਕਾ ਚਾਰਾ ਬੀਜ ਦਿਓ ਜਾਂ ਹਰਾ ਵੀ ਬੀਜ ਦਿਓ ਕੁਛ, ਜਿਵੇਂ ਮੱਕੀ ਦਾ? ਇਹ ਰਾਜਸਥਾਨ ਸਾਈਡ ਤੋਂ ਮਿਲ ਜਾਂਦਾ ਜੀ, 200-250 ਰੁਪਏ ਕੁਆਟਰ ਸੁੱਕਾ ਨੀਰਾ ਤਾਂ ਆਪਾਂ ਨੂੰ ਆਪਣੀ ਸਾਈਡ ਵਿੱਚ ਨਹੀਂ ਹੁੰਦਾ, ਛੋਲੇ ਨਾਲ ਗੁਆਰੇ ਹੁੰਦਾ ਨਹੀਂ, ਤੇ ਹਰਿਆਣਾ ਜਾਂ ਰਾਜਸਥਾਨ ਚੋਂ ਲੋੜੋ ਗਿਆਤੀ ਆਏਗਾ 300 ਨੂੰ ਵੱਧ ਤੋਂ ਵੱਧ ਪਹੁੰਚ ਹੁੰਦੀ ਹੈ ਜੀ। ਅੱਛਾ, ਤੇ ਕੁਆਟਰ ਨੀਰਾ ਮੈਨੂੰ ਲੱਗਦਾ ਘੱਟੋ ਘੱਟ 10-12 ਦਿਨਾਂ ਚ ਖਾ ਜਾਣੀ ਆ, ਕੋਈ ਬੜਾ ਇੰਨਾ ਹੈ ਨਹੀਂ ਖਰਚਾ। ਓਕੇ,
ਬਾਕੀ ਜਿਹੜੀ ਆਪਾਂ ਇਹਨਾਂ ਨੂੰ ਮਿਨਰਲ ਵਗੈਰਾ ਜਾਂ ਵਿਟਾਮਿਨ ਵਗੈਰਾ ਦੇਣੇ ਆ ਉਹ ਆਉਂਦੀਆਂ ਜੀਰਵੈਕ ਕੰਪਨੀਆਂ ਜਾਂ ਮੈਡੀਸਨ ਆਉਂਦੀ ਜਿਹੜੀ ਉਹ ਦੇਈ ਜਾਂਦੇ ਨਾਲ ਜਿਹੜੀ ਤੇ ਜ਼ਰੂਰਤ ਪੈਂਦੀ ਹੈ ਉਹਨੂੰ ਦੇਣੀ ਆ ਉਹ ਚੀਜ਼। ਬਾਕੀ ਮੱਕੀ ਵਗੈਰਾ ਫੀਡ ਬਣ ਜਾਂਦੀ ਹੈ ਘਰ ਦੀ, ਕੋਈ ਗੱਲ ਨਹੀਂ, ਕਣਕ ਕੁਣਕ ਹੁੰਦੀ ਹੈਗੀ। ਖੇਤੀ ਵਾਲੇ ਬੰਦੇ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਜਿਹੜਾ ਬੰਦਾ ਉਹਨੂੰ ਦਿੱਕਤ ਆਉਂਦੀ ਹੈ। ਦੁੱਧ ਵਗੈਰਾ ਵੇਚਦੇ ਹੋ ਜਾਂ ਫਿਰ ਇਹਨਾਂ ਦੇ ਲੇਲੇ ਵਗੈਰਾ ਜਾਂ ਵੇਚ? ਹਾਂਜੀ, ਉਹ ਦੁੱਧ ਦਾ ਇਹਨਾਂ ਦਾ ਹਲਕਾ ਹੁੰਦਾ ਜੀ, ਜੇ ਦੁੱਧ ਨੂੰ ਪਾਈਏ ਤਾਂ ਗਾਂ ਨਾਲੋਂ ਵੀ ਹਲਕਾ ਹੁੰਦਾ, ਇਸ ਕਰਕੇ ਆਪਣੇ ਮਰੀਜ਼ ਪੀਂਦੇ ਆ ਉਦਾਂ। ਪਰ ਜਦੋਂ ਬਿਮਾਰੀ ਵਾਲੇ ਕਈ ਵਾਰੀ ਵੱਧ ਲੈ ਲੈਂਦੇ ਨੇ ਜਿਹੜੇ ਪੀਣ ਦੇ ਸ਼ੌਕੀਨ ਹੁੰਦੇ ਨੇ ਨਾ। ਨਹੀਂ, ਉਹ ਫਰੀ ਦੇ ਦੇਈਦਾ ਜੀ, ਕੋਈ ਪਿੰਡ ਚ ਆਉਂਦਾ ਜੀ, ਉਹ ਤਾਂ ਕੋਈ ਉਹ ਨਹੀਂ ਹੈਗਾ। ਨਹੀਂ, ਬੱਚੇ ਹੀ ਚਾਹੁੰਦੇ ਆ ਜੀ, ਬੱਚੇ ਉਹਨਾਂ ਛੇਤੀ ਬੱਚੇ ਤਿਆਰ ਹੁੰਦੇ ਆ ਜੀ। ਅੱਛਾ, ਜਿੰਨਾ ਮਤਲਬ ਉਹਨਾਂ ਨੂੰ ਦੁੱਧ ਚੰਗਾ ਦਿੰਦੇ ਹੋ। ਅੱਛਾ, ਆਮ ਬੱਕਰੀ ਜਿਹੜਾ ਜੇ ਕੋਈ ਪੀਣ ਵਾਸਤੇ ਦੁੱਧ ਦਾ ਵਧੀਆ ਮੰਨਦੇ ਆ ਕੋਈ, ਮਤਲਬ ਉਹ ਕੀ ਮਤਲਬ ਜਿਹੜਾ ਕਿੰਨਾ ਕੁ ਦੁੱਧ ਦੇ ਦਿੰਦੀ ਹੈ ਜਿਹੜੀ ਬੀਟਲ ਨਸਲ ਹੈ? ਜਿਹੜੀ ਬੀਟਲ ਨਸਲ ਹੈ 3 ਲੀਟਰ ਦੁੱਧ ਦੇ ਦਿੰਦੀ ਹੈ, ਜਿਹੜੀ ਪੂਰੀ ਵਧੀਆ ਹੀ। ਅਸਲ ਜਿਹੜਾ ਆਪਾਂ ਵੇਚੇ ਨਹੀਂ ਦਿੰਦੇ, ਜਿਹੜੇ ਕੋਈ ਲੋੜ ਪੈਂਦੀ ਹੈ ਪਿੰਡ ਚ ਜਾਂ ਕੋਈ ਆ ਜਾਂਦਾ ਗਾ ਤਾਂ ਵੈਸੇ ਬਿਮਾਰੀ ਵਾਲੇ ਨੂੰ ਦੇ ਦਈਦਾ। ਜਿਹਨੂੰ ਡੇਲੀ ਸ਼ੁਰੂ ਕਰਨਾ ਉਹਦੇ ਵਾਸਤੇ ਤਾਂ ਨਹੀਂ ਹੈਗਾ, ਜਿਹਨੂੰ ਲੀਟਰ 2 ਲੀਟਰ ਕੋਈ ਚਾਹੀਦਾ, ਗਲਾਸ ਚਾਹੀਦਾ, ਉਹ ਦੇ ਦਈਦਾ ਫਰੀ, ਉਹ ਤਾਂ ਕੋਈ ਪੈਸੇ ਨਹੀਂ ਲੈਂਦੇ ਆਪਾਂ। ਓਕੇ, ਮਤਲਬ ਇੱਕ ਕਿਸਾਨ ਵਾਸਤੇ ਇਹ ਵਧੀਆ ਧੰਦਾ ਹੈ ਤੁਹਾਡੇ ਹਿਸਾਬ ਨਾਲ? ਹਾਂਜੀ, ਇੱਕ ਕਿਸਾਨ ਵਾਸਤੇ ਆ। ਜੇ ਕੋਈ ਆਦਰ ਕਰਦਾ ਗਾ ਨਾ ਉਹਦੇ ਵਾਸਤੇ ਫਿਰ ਹਰੇ ਚਾਰੇ ਦਾ, ਤੂੜੀ ਟੱਪੇ ਦਾ ਸਾਰਾ ਕੁਛ ਹੀ ਫਿਰ ਔਖਾ ਹੋਇਆ ਹੁੰਦਾ ਨਾ, ਵੀ ਮੁੱਲ ਦਾ ਸਾਰਾ ਕੁਛ ਮੁੱਲ ਦਾ ਪਾ ਕੇ ਤਾਂ ਨਹੀਂ ਮੈਨੂੰ ਲੱਗਦਾ। ਇਹ ਇੱਕ ਧੰਦਾ ਜੀ, ਇਹ ਕੋਈ ਪ੍ਰੋਫੈਸ਼ਨਲ ਧੰਦਾ ਨਹੀਂ ਹੈਗਾ ਜੀ। ਹਾਂਜੀ, ਮੈਂ ਹੁਣ ਤਾਂ ਓਵਰੇਜ ਹੋ ਗਿਆ ਵੈਸੇ 45 ਸਾਲ ਦੀ ਏਜ ਹੈ ਮੇਰੀ। ਇਸ ਤੋਂ ਪਹਿਲਾਂ ਮੈਂ ਬੀਪੀ ਐਡਾ ਐਮਏ ਫਿਜ਼ੀਕਲ ਕਰੀ ਸੀਗੀ ਜੀ, ਬਾਕੀ ਬੀਪੀ ਲੱਗਣਾ ਸੀਗਾ, ਨਹੀਂ ਲੱਗੀ ਹੈ ਤੇ ਫਿਰ ਇੱਧਰ ਨੂੰ ਰੁਝਾਨ ਕੀਤਾ ਜੀ, ਫਿਰ ਹੋਰ ਕੁਛ ਕਰਤਾ ਸਕਦੇ ਨੇ ਜੋ ਕਰਿਆ ਜੀ। ਹਾਂਜੀ, ਅੱਛਾ, ਇਹ ਦੱਸੋ ਆਪਣਾ ਬਾਈ ਜੀ ਮਾਖਾ ਸਾਹਿਬ ਕਿ ਇੱਕ ਜਿਵੇਂ ਇਹ ਰੌਲਾ ਬਹੁਤ ਪਾਉਂਦੀਆਂ ਨੇ, ਜਿਵੇਂ ਮੁਰਗੇ ਜਾਂ ਇਹ ਮਿਆਂ ਜ਼ਿਆਦਾ ਕਰਦੀਆਂ ਨੇ, ਆਂਢ ਗੁਆਂਢ ਜਾਂ ਬੰਦਾ ਤੰਗ ਵੀ ਹੁੰਦਾ ਬੱਕਰੀਆਂ ਤੋਂ, ਇਹਨਾਂ ਦੇ ਮਿਆਂਕਣ ਤੋਂ ਜੀ? ਨਹੀਂ, ਜਦੋਂ ਉਹ ਮਿਆਂ ਉਦੋਂ ਕਰਦੀਆਂ ਜੀ ਇਹ, ਜਦੋਂ ਇਹਨਾਂ ਦੇ ਬੱਚੇ ਨਹੀਂ ਹੁੰਦੇ ਨਾਲ, ਜਦੋਂ ਕੱਲੀ ਚੜੀ ਹੁੰਦੀ ਹੈ ਇੱਕ, ਜਦੋਂ ਇਹਨਾਂ ਦਾ ਪਰਿਵਾਰ ਹੀ ਵਿੱਚ ਹੈਗਾ ਫਿਰ ਇਹ ਨਹੀਂ ਕਰਦੀਆਂ। ਫਿਰ ਇਹਨਾਂ ਨੇ ਜਿਹੜਾ ਦਿੱਕਣਾ ਜੇ ਕੋਈ ਮੀਂਹ ਬਾਰਿਸ਼ ਆਉਂਦੀ ਹੋਵੇ ਥੋੜਾ ਬਹੁਤ ਕਰਦੀਆਂ, ਨਹੀਂ ਅਦਰਵਾਈਜ਼ ਨਹੀਂ ਕਰਦੀਆਂ। ਓਕੇ, ਅੱਛਾ, ਅਦਰਵਾਈਜ਼ ਨਹੀਂ ਜ਼ਿਆਦਾ ਕੋਈ ਸ਼ੋਰ ਸ਼ਰਾਬਾ ਨਹੀਂ ਕਰਦੀਆਂ ਜਾਂ ਇਹਨਾਂ ਚੋਂ ਮਤਲਬ ਅਦਰਵਾਈਜ਼ ਨਹੀਂ ਹੈ ਨਾ? ਓਕੇ, ਹਾਂਜੀ, ਹਾਂ। ਮਤਲਬ ਇੱਕ ਕਿਸਾਨ ਵਾਸਤੇ ਵਧੀਆ ਧੰਦਾ ਜੇ ਨਾਲ ਕਿਸਾਨ ਇਸ ਤਰ੍ਹਾਂ ਦੇ ਸਹਾਇਕ ਧੰਦੇ ਰੱਖਣ ਤੇ ਉਹ ਨਾਲ ਕੋਈ ਨਾ ਕੋਈ ਜਿਹੜਾ ਪਠੋਰਾ ਤਿਆਰ ਹੋ ਜਾਂਦਾ, ਛੇਲਾ ਤਿਆਰ ਹੋ ਜਾਂਦਾ ਛੇਲੀ, ਤੇ ਉਹ ਬਿਹਤਰ ਤਰੀਕਾ ਹੈ ਮਤਲਬ, ਹੈ ਨਾ, ਸੋਹਣੀ ਕਮਾਈ ਹੋ ਜਾਂਦੀ। ਆਪਣੇ ਕੋਲ ਬਰੀਡ ਰੱਖੀ ਹੋਈ ਹੈ ਜੀ, ਉਹਦੇ ਵਿੱਚ ਨਾ ਕਿਤੇ ਵੀ ਆਪਾਂ ਕਾਟੋ ਮਾਲ ਚ ਦੇਣੇ ਨਹੀਂ ਹੈਗਾ ਕਿਸੇ ਕਸਾਈ। ਸੋਹਣੀ ਵਰਦੀ ਹੈ, ਚਿੱਟੀ ਅੱਖ ਚ ਬਿਲਦੀ ਨਹੀਂ ਪੰਜਾਬ ਚ, ਸਾਰੇ ਚ ਮੈਨੂੰ ਤਕਰੀਬਨ ਕੀ ਹੈ, ਥੋੜੇ ਬਹੁਤ ਲੋਕਾਂ ਕੋਲ ਹੈਗੀ ਆ, ਖੜੇ ਤਾਂ ਨਹੀਂ ਆ। ਬਾਕੀ ਆਪਣਾ ਹਾਂਜੀ, ਮਾਸ ਵਾਸਤੇ ਕਸਾਈ ਨੂੰ ਨਹੀਂ ਵੇਚਦੇ ਤੇ ਹੋਰ ਫਿਰ ਬਿਜ਼ਨਸ ਕੀ ਕਰਦੇ ਉਹਦਾ, ਕਿ ਇਹਨਾਂ ਨੂੰ ਦੁੱਧ ਅੱਗੇ ਵੇਚਦੇ ਹੋ? ਬਾਕੀ ਨਵੇਂ ਫਾਰਮਰ ਲਈ ਜਾਂਦੇ ਜੀ, ਨਵੇਂ ਫਾਰਮਰ ਨੂੰ ਬਹੁਤ ਵਧੀਆ ਹੋ ਰਿਹਾ ਹੈਗਾ, ਜਿਹੜਾ ਬੰਦਾ ਜੁੜਿਆ ਹੈਗਾ ਉਸ ਨੂੰ ਵੱਧ ਪਤਾ ਲੱਗਦਾ ਵੀ ਕੀ ਗੱਲ ਹੈ ਜੀ। ਬਾਕੀ ਜਿਹੜੇ ਮੇਲ ਹੁੰਦੇ ਨੇ ਉਹ ਬਰੀਡਰ ਦੇ ਤੌਰ ਤੇ ਜਾਈ ਜਾਂਦੇ ਜੀ, ਪੁਰਾਣੇ ਬਰੀਡਰ ਲੋਕ ਕੱਢਦੇ ਰਹਿੰਦੇ ਆ, ਜਾਂਦਾ ਲਾਸਟ ਤਾਂ ਉੱਠੀ ਹੈ ਜੀ, ਇਹ ਗੱਲ ਨਹੀਂ ਆਪਾਂ ਕਹਿੰਦੇ ਵੀ ਲਾਸਟ ਤਾਂ ਹੁੰਦੀ ਹੈ। ਤਾਂ ਵਿਕਣਾ ਹੀ ਹੈ, ਬੇ ਤਾਂ ਇੱਕ ਬਿਜ਼ਨਸ ਹੈ ਜਾਂ ਲੋੜ ਹੈ, ਸਾਰੇ ਲੋਕ ਯੂਜ਼ ਕਰਦੇ ਆ। ਉਹ ਮਲੇਰਕੋਟਲੇ ਜਾਂਦੇ ਜਦੋਂ ਵੱਡਾ ਹੋ ਜਾਂਦਾ, ਜਿਹੜਾ 1-2 ਵਾਰੀ ਬੱਚੇ ਲੈ ਕੇ ਬਰੀਡਰ ਤੋਂ ਹੀ, ਉਸ ਤੋਂ ਬਾਅਦ ਉਹ ਮਲੇਰਕੋਟਲੇ ਕੱਢ ਦਿੰਦੇ ਨੇ ਈਦ ਵਗੈਰਾ ਤੇ ਜਾਂ ਕਿਸੇ ਵੀ ਪ੍ਰੋਗਰਾਮ ਤੇ। ਤੁਸੀਂ ਇੰਨਾ ਵੈਲ ਐਜੂਕੇਟਡ ਹੋ, ਡੀਪੀਐਡ ਬੀਪੀਐਡ ਕੀਤੀ ਹੈ, ਤੇ ਮਤਲਬ ਨੌਜਵਾਨ ਜੇ ਇਸ ਪਾਸੇ ਨੂੰ ਆਉਣ ਤੇ ਵਧੀਆ ਆਪਣਾ ਸਹਾਇਕ ਧੰਦਾ, ਮਤਲਬ ਵਧੀਆ ਗੁਜ਼ਾਰਾ ਹੋ ਸਕਦਾ। ਬਾਹਰ ਅਮਰੀਕਾ ਕੈਨੇਡਾ ਚ ਜਾ ਕੇ ਵੀ ਤਾਂ ਬੱਕਰੀਆਂ ਦਾ ਫਾਰਮ, ਗਾਵਾਂ ਕੁੱਕੜਾਂ ਦਾ ਫਾਰਮ ਹੈ। ਜੇ ਅਸੀਂ ਇਸ ਨਜ਼ਰੀਏ ਤੋਂ ਇੱਥੇ ਕਰੀਏ ਤਾਂ ਕੋਈ ਮਾੜਾ ਨਹੀਂ ਹੈ ਕੰਮ, ਕੋਈ ਵੀ ਮਾੜਾ ਨਹੀਂ ਹੈ। ਆਉਣ ਵਾਲੇ ਸਮੇਂ 'ਚ ਕਰਨਾ ਪਊਗਾ ਜੀ। ਛੋਟੇ ਕਿਸਾਨ ਲਈ। ਅੱਛਾ, ਹਾਂਜੀ। ਤੇ ਆਪਣਾ ਚਲੋ ਕੋਈ ਨਹੀਂ, ਨੰਬਰ ਬੋਲ ਦਿਓ ਜੇ ਕਿਸੇ ਨੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਇਹਦੇ ਬਾਰੇ ਗੱਲ ਕਰ ਸਕਦਾ। ਆਪਣਾ ਨੰਬਰ ਤੁਸੀਂ ਬੋਲ ਦਿਓ ਬਾਈ ਜੀ, ਨਾਮ ਬੋਲ ਦਿਓ, ਨੰਬਰ ਬੋਲ ਦਿਓ। ਹਾਂਜੀ, ਪਹਿਲਾਂ ਤਾਂ ਆਪਣਾ ਫੇਸਬੁੱਕ ਤੇ ਪੇਜ ਚੱਲਦਾ ਜੀ, ਮਾਖਾ ਗੌਟ ਇਨਫੋਰਮੇਸ਼ਨ। ਕੋਈ ਨਹੀਂ, ਉਹਦੇ ਤੋਂ ਮੈਂ ਆਪਣੇ ਪੇਜ ਤੋਂ ਨਾ ਤੇ ਮੇਰੇ ਵਾਲੇ ਪੇਜ ਤੇ ਜਿੱਥੇ ਰੇਡੀਓ ਚੱਲਦਾ ਇੱਥੇ ਕਮੈਂਟ ਵੀ ਕਰ ਦਿਓ, YouTube ਤੇ ਵੀ ਕਮੈਂਟ ਕਰ ਦਿਓ ਤੇ ਆਪਣਾ ਨੰਬਰ ਵਗੈਰਾ ਲਿਖ ਦਿਓ। ਮਾਖਾ ਸਾਹਿਬ ਕਦੇ ਸਮਾਂ ਮਿਲੇ ਆਵਾਂਗੇ ਤੁਹਾਡੇ ਕੋਲ ਮਿਲਣ। ਹਾਂਜੀ ਜਦੋਂ ਮੈਂ ਤੁਹਾਡਾ ਪ੍ਰੋਗਰਾਮ ਸਾਲ ਤੋਂ ਸੁਣ ਰਿਹਾ ਜੀ, ਬਾਕੀ ਆਨਲਾਈਨ ਚੱਲ ਰਹੇ ਜੀ ਆਪਾਂ ਲਾਈਵ ਹੈ ਇਸ ਵਕਤ ਰੇਡੀਓ ਦੇ ਨਾਲ ਦੀ ਨਾਲ। ਹਾਂ, ਅੱਛਾ ਤੇ ਬਾਕੀ ਆਪਣਾ ਸਾਲ ਤੋਂ ਸੁਣ ਰਿਹਾ ਤੁਹਾਡਾ ਪ੍ਰੋਗਰਾਮ, ਬਾਕੀ ਕਿਹੜੇ ਕਾਲ ਜਾਂ ਕੁਛ ਕਰਿਆ ਨਹੀਂ, ਬਾਕੀ ਸੁਣੀ ਜਾਈਦਾ, ਬਹੁਤ ਵਧੀਆ ਪ੍ਰੋਗਰਾਮ ਹੁੰਦਾ ਜੀ। ਬਹੁਤ ਵਧੀਆ, ਤੁਸੀਂ ਅੱਜ ਦੇਖੋ ਕਾਲ ਕੀਤੀ, ਕਿੰਨੀ ਜਾਣਕਾਰੀ ਦਿੱਤੀ, ਤੁਹਾਡੀ ਰੀਚ ਕੋਈ ਹੋਰ, ਤੁਸੀਂ ਇੰਨਾ ਪੜ੍ਹ ਲਿਖ ਕੇ ਮਤਲਬ ਇੱਕ ਅਧਿਆਪਕ ਦਾ ਕੋਰਸ ਕੀਤਾ ਤੇ ਇਸ ਕਰਕੇ ਬਹੁਤ ਵਧੀਆ ਚੀਜ਼ ਹੈ ਮਾਖਾ ਸਾਹਿਬ, ਤੇ ਤੁਸੀਂ ਇਹ ਕੰਮ 'ਚ ਡਟੇ ਰਹੋ। ਸਲੂਟ ਹੈ ਤੁਹਾਡੀਆਂ ਕੋਸ਼ਿਸ਼ਾਂ ਨੂੰ।
ਹਾਂਜੀ ਇੱਕ ਦਿਨ ਮੈਂ ਪਰਸੋਂ ਪਤਾ ਨਹੀਂ ਚੌਥੇ ਰਾਤ ਨੂੰ ਪਾਣੀ ਲਾ ਰਿਹਾ ਸੀ, ਉਦੋਂ ਵੀ ਬੱਕਰੀਆਂ ਭੇਡਾਂ ਦੀ ਪਤਾ ਨਹੀਂ ਹੋਰ ਜਿਹੜੀ ਆਬਾਦੀ ਮੈਨੂੰ ਲੱਗਦਾ ਇਹਨਾਂ ਦੀ ਵਧੀਆ ਬੱਕਰੀਆਂ ਦੀ ਭੇਡਾਂ ਦੀ ਬਾਕੀਆਂ ਦੀ ਘਟੀ ਜਾਊ ਗੱਲਾਂ ਸੁਣ ਰਿਹਾ ਸੀ ਮੈਂ। ਬਹੁਤ ਵਧੀਆ ਲੱਗੀਆਂ ਜੀ। ਅੱਛਾ ਜਿਵੇਂ ਕਹਿੰਦੇ ਆ ਨਾ ਕਿ ਦੁੱਧ ਮਾਝਾ ਨਾ ਘਿਓ ਗਾਈ, ਦੁੱਧ ਮਾਝਾ ਜਾਨੀ ਮੱਝ ਦਾ ਦੁੱਧ ਮਾਝਾ ਘਿਓ ਗਾਈ ਤੇ ਬੋਲੀ ਬੱਕਰੀ, ਕਿ ਬੱਕਰੀ ਦੇ ਦੁੱਧ ਦੀ ਬੋਲੀ ਬਾਕਮਾਲ ਹੁੰਦੀ। ਕਦੇ ਖਾਧੀ ਹੈ? ਕਿੱਦਾਂ ਉਹਦੀ ਗੁਣਵੱਤਾ ਬਹੁਤ ਹੈ, ਹੁੰਦਾ ਤਾਂ ਪਤਲੀ ਜਿਹੀ ਹੁੰਦੀ ਉਹ ਬੋਲੀ ਇਹਦੀ, ਮਤਲਬ ਤਾਜ਼ੀ ਬੋਲੀ ਤਾਂ ਨਹੀਂ ਖਾਧੀ ਜੀ, ਚਾਹ ਜ਼ਰੂਰ ਪੀਤੀ ਹੈ। ਚਾਹ ਅੱਛਾ ਚਾਹ ਬਹੁਤ ਵਧੀਆ ਹੋਈ। ਚਾਹ ਦਾ ਜਿਵੇਂ ਆਪਾਂ ਕਹਿ ਦਈਏ ਨਾ, ਤੁਸੀਂ ਇੱਕ ਦਿਨ ਗੱਲ ਚੱਲਦੀ ਸੀ ਆਪਣੇ ਚ ਵੀ ਚਾਹ ਉਬਾਲ ਕੇ ਉਸ ਤੋਂ ਬਾਅਦ ਉਹਨੂੰ ਉੱਪਰ ਖਾ ਕੇ ਝੱਗ ਬਣਾ ਕੇ ਪੀਣੀ ਚਾਹੀਦੀ ਹੈ, ਜਿਸ ਤਰ੍ਹਾਂ ਕਹਿ ਰਹੇ ਸੀ ਨਾ ਇੱਕ ਦਿਨ ਚੱਲ ਰਿਹਾ ਸੀ। ਹਾਂ ਉਹ ਬਹੁਤ ਸਵਾਦ ਹੁੰਦੀ ਝੱਗ ਵਾਲੀ ਚਾਹ। ਹਾਂ ਇਹਦੀ ਝੱਗ ਵਾਲੀ ਚਾਹ ਬਣਦੀ ਹੈ ਜੀ। ਹਾਂ ਅੱਛਾ ਇਹਦੀ ਝੱਗ ਵਾਲੀ ਕੁਦਰਤੀ ਬਣਦੀ ਹੈ ਇਹਦੀ? ਹਾਂਜੀ ਹਾਂਜੀ ਜਿਵੇਂ ਪੀਨੇ ਨਾ ਮੁੱਛਾਂ ਨਾਲ ਲੱਗਦੀ ਰਹਿੰਦੀ ਹੈਗੀ। ਟੇਸਟ ਵੀ ਮਿੱਠਾ ਘੱਟ ਪੈਂਦਾ ਜੀ, ਮਿੱਠਾ ਜੇ ਥੋੜਾ ਜ਼ਿਆਦਾ ਪਾ ਦਈਏ ਤਾਂ ਥੋੜਾ ਦੁੱਧ ਵੈਸੇ ਪਹਿਲਾਂ ਮਿੱਠਾ ਹੁੰਦਾ, ਜ਼ਿਆਦਾ ਹੋ ਜਾਂਦਾ ਜੀ। ਗੱਲ ਇਹ ਹੈ ਨਾ ਕਿ ਹਾਕਾਂ ਮਾਰਦੇ ਬੱਕਰੀਆਂ ਵਾਲੇ ਨਹੀਂ ਦੁੱਧ ਪੀ ਕੇ ਜਾਈ ਗੋਰੀ ਆ ਪਤੀਲੀ ਟੰਗੀ। ਹਾਂਜੀ ਹਾਂਜੀ ਇਹ ਸਾਰਾ ਕੁਝ ਆਪਣੇ ਪੇਜ ਤੋਂ ਮਿਲਦਾ ਹੀ ਗਾਣੇ ਦੇ ਉੱਤੇ ਲੱਗਿਆ ਹੋਇਆ, ਜਿਹੜੀ ਵੀਡੀਓ ਪਾਵਾਂਗੇ ਨਾ ਉਹ ਹਰ ਵਕਤ ਲੱਗਿਆ ਹੁੰਦਾ। ਕੋਸ਼ਿਸ਼ ਕਰਾਂਗੇ ਅਸੀਂ ਵੀ ਇੱਕ ਦੋ ਬੱਕਰੀਆਂ ਰੱਖੀਏ ਭਾਈ, ਇੱਥੇ ਗਾਵਾਂ ਹੈਗੀਆਂ ਨਾਲ ਬੱਕਰੀਆਂ ਵੀ ਪਾ ਲੈਣੇ ਤੁਹਾਨੂੰ ਪੁੱਛ ਕੇ। ਹਾਂਜੀ ਕੋਈ ਕਈ ਵਾਰੀ ਆਪਣੇ ਪਰਿਵਾਰ ਹੈਗਾ ਜਿਹੜਾ ਜੁੜਿਆ ਹੋਇਆ ਆਪਣੇ ਰੇਡੀਓ ਨਾਲ ਜੀ। ਹਾਂ ਜੇ ਕੋਈ ਜੁੜਨਾ ਚਾਹਵੇ ਤਾਂ ਮੈਂ ਲਿੰਕ ਸੈਂਡ ਕਰੂੰਗਾ ਜੀ ਆਪਣੇ ਕਮੈਂਟਾਂ 'ਚ। ਅੱਛਾ ਕੋਈ ਨਹੀਂ ਤੁਸੀਂ ਲਿੰਕ ਸੈਂਡ ਕਰਿਓ, ਨਾਂ ਲਿਖ ਦਿਓ, ਜਰੂਰ ਜੁੜਾਂਗੇ, ਆਵਾਂਗੇ ਕਦੇ ਤੁਹਾਡੇ ਕੋਲ ਮਿਲਣ, ਜਾਂ ਤੁਸੀਂ ਆਏ ਤਾਂ ਪਟਿਆਲੇ ਜਰੂਰ ਆਇਓ। ਠੀਕ ਹੈ ਬਾਈ ਜੀ? ਹਾਂਜੀ ਹਾਂਜੀ ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ ਮਾਖਾ ਸਾਹਿਬ, ਥੈਂਕ ਯੂ। ਸੋ ਇਹ ਹੈ ਜੀ, ਦੇਖੋ ਕੰਮ ਕੋਈ ਮਾੜਾ ਨਹੀਂ ਹੈ। ਸੂਰ ਪਿਗਰੀ ਫਾਰਮ ਬਹੁਤ ਵਧੀਆ ਕੰਮ ਹੈ। ਇਹ ਸਿਰਫ ਜਮਾਦਾਰਾਂ ਦਾ ਕੰਮ ਨਹੀਂ, ਜ਼ਿਮੀਂਦਾਰਾਂ ਦਾ ਵੀ ਕੰਮ ਹੈ। ਪਿਗਰੀ ਫਾਰਮ 'ਚ ਅੱਛਾ ਲੋਕ ਪੈਸਾ ਕਮਾ ਰਹੇ ਨੇ ਤੇ ਆਪਣੇ ਬਹੁਤ ਸਾਰੇ ਲੋਕਾਂ ਨੇ ਪਿਗਰੀ ਫਾਰਮ ਵੀ ਸ਼ੁਰੂ ਕੀਤੇ ਨੇ, ਵਧੀਆ ਅਰਨਿੰਗ ਹੈ। ਜਿੰਨੀ ਵੇਸਟ ਆ ਤੁਸੀਂ ਆ ਵੇਖੋ ਘਰਾਂ ਦੀ, ਖਾਸ ਕਰਕੇ ਮੈਰਿਜ ਪੈਲਸਾਂ ਦੀ, ਸਬਜ਼ੀ ਮੰਡੀਆਂ ਦੀ, ਉਹ ਵੇਸਟ ਦੇ ਹੀ ਪਲ ਜਾਂਦੇ ਨੇ। ਜਿਹੜਾ ਜਾਨਵਰ ਅਸੀਂ ਸਭ ਤੋਂ ਗੰਦਾ ਬਣਾ ਰੱਖਿਆ ਨਾ ਸੂਰ, ਉਹ ਸਾਫ਼ ਸੁਥਰਾ ਜਾਨਵਰ ਹੈ ਤੇ ਇਸ ਕਰਕੇ। ਪਰ ਗੱਲ ਇਹ ਹੈ ਕਿ ਬਾਹਰ ਅਸੀਂ ਜਾ ਕੇ ਸਾਰੇ ਕੰਮ ਕਰਦੇ ਹਾਂ, ਇੱਥੇ ਅਸੀਂ ਖੌਤੀ ਸਰਦਾਰ ਬਣਦੇ ਹਾਂ ਤਾਂ ਹੀ ਜੱਟ ਮਰਦਾ, ਕਿਸਾਨ ਮਰਦਾ। ਸੁਰਿੰਦਰ ਬਾਈ ਜੀ ਗੱਲਬਾਤ ਤੁਹਾਡੀ ਗੈਰ ਹਾਜ਼ਰੀ ਚੱਲੀ। ਬਾਈ ਜੀ ਮਾਖਾ ਗੋਟ ਫਾਰਮਿੰਗ ਆ ਮਾਨਸਾ ਦੇ ਵਿੱਚ ਇਹਨਾਂ ਦਾ, ਤੇ ਕਹਿੰਦੇ ਬੱਕਰੀਆਂ ਵਗੈਰਾ ਰੱਖੀਆਂ ਹੋਈਆਂ, ਮਤਲਬ ਚੰਗਾ ਕੰਮ ਹੈ। ਡੀਪੀਐਡ ਬੀਪੀਐਡ ਕੀਤੀ ਹੈ ਗੱਭਰੂ ਨੇ, ਪਰ ਜੌਬ ਨਹੀਂ ਮਿਲੀ। 10-12 ਕਿੱਲੇ ਦੀ ਖੇਤੀ ਹੈ ਮਾਖਾ ਸਾਹਿਬ ਦੀ, 20-22 ਬੱਕਰੀਆਂ 25 ਕਹਿੰਦੇ ਰੱਖੀਆਂ ਤੇ ਬਹੁਤ ਵਧੀਆ ਅਰਨਿੰਗ ਕਹਿੰਦੇ ਹੁੰਦੀ ਹੈ। ਸੋ ਕੰਮ ਕੋਈ ਮਾੜਾ ਨਹੀਂ ਹੈ। ਉਹ ਸਾਡੇ ਰਿਸ਼ਤੇਦਾਰ ਸੀ, ਡੈਥ ਹੋ ਗਈ ਕਰੋਨਾ 'ਚ ਉਹਨਾਂ ਦੀ, ਮਾਮਾ ਜੀ ਸਰਬਜੀਤ ਸਿੰਘ ਹੋਰੀ ਨੀਲੇ ਦੀ। ਉਹ ਕਈ ਵਾਰੀ ਉਹਨਾਂ ਨੇ ਹੱਸਣਾ, ਕਹਿੰਦੇ ਵੀ ਆਪਾਂ ਨਾ ਫਰਿੱਜ ਲਿਆਂਦੀ ਹੈਗਾ ਜੀ, ਫਰਿੱਜਾਂ ਉਦੋਂ ਘੱਟ ਸੀਗੀਆਂ। ਇਹਦਾ ਫਰਿੱਜ ਮਤਲਬ ਕਹਿੰਦੇ ਆਏ ਆ ਵੀ ਜਿਵੇਂ ਫਰਿੱਜ 'ਚੋਂ ਦੁੱਧ ਕੱਢ ਕੇ ਜਦੋਂ ਜੀ ਕਰੇ ਨਾ ਬੰਦਾ ਚਾਹ ਬਣਾ ਲੈਂਦਾ, ਬੱਕਰੀ ਦਾ ਇਹ ਕੰਮ ਹੈ। ਇਹਦਾ 2 ਡੰਗ ਜਾਂ 3 ਡੰਗ ਨਹੀਂ, ਜਦੋਂ ਜੀ ਕਰੇ ਉਦੋਂ ਹੀ ਚੋ ਲਓ। ਸੋ ਫਰਿੱਜ ਵਾਲਾ ਹੀ ਕੰਮ ਹੈ ਇਹਦੇ ਦੁੱਧ ਦਾ ਵੀ। ਸੁਰਿੰਦਰ ਵੀਰ ਜੀ ਮਗਰ ਮਾਖਾ ਸਾਹਿਬ ਨੂੰ ਬੱਚੇ ਪੜਾਉਣ ਦਾ ਨਹੀਂ ਮੌਕਾ ਮਿਲਿਆ, ਪਰ ਬੱਕਰੀਆਂ ਪੜਾਤੀਆਂ ਪੜ ਕੇ। ਹਾਂ ਨਹੀਂ ਬਹੁਤ ਅੱਛੀ ਗੱਲ ਹੈ, ਕੋਈ ਜ਼ਰੂਰੀ ਨਹੀਂ। ਮਤਲਬ ਹੁਣ ਜਦੋਂ ਜੌਬਾਂ ਨਹੀਂ ਮਿਲਦੀਆਂ, ਦੇਖੋ ਇੰਨਾ ਪੜ੍ਹ ਲਿਖ ਕੇ ਜੇ ਨਹੀਂ ਕੋਈ ਕੰਮ, ਈਵਨ ਮੈਂ ਸੁਰਿੰਦਰ ਵੀਰ ਯੂਨੀਵਰਸਿਟੀ ਤੋਂ ਬਾਅਦ ਨਾ ਮੈਂ ਕਈ ਕੰਮ ਸੋਚੇ। ਮੈਂ ਦੇਖੋ ਉਦੋਂ ਟਰਕੀ ਰੱਖਣ ਦਾ ਸੀਗਾ, ਮੈਂ ਸੋਚਿਆ ਨਾਲ ਥੋੜਾ ਚਲੋ ਵਿਹਲੇ ਸੀ ਜਿੰਨੀ ਦੇਰ, ਮੈਂ ਟਰਕੀ ਰੱਖਣ ਦੀ ਟ੍ਰੇਨਿੰਗ ਲਈ, ਬੀ ਫਾਰਮਿੰਗ ਦੀ ਟ੍ਰੇਨਿੰਗ ਲਈ। ਉਹ ਕਹਿੰਦੇ ਤੁਸੀਂ ਇੰਨਾ ਪੜ੍ਹ ਲਿਖ ਕੇ ਯਾਰ ਕਿਸ ਕੰਮ 'ਚ ਪੈ ਗਏ ਹੋ? ਤੇ ਉੱਥੇ ਟ੍ਰੇਨਿੰਗ ਕਰੀਏ ਸੁਰਿੰਦਰ ਬਾਈ ਕ੍ਰਿਸ਼ੀ ਵਿਗਿਆਨ ਕੇਂਦਰ, ਤੇ ਜਿਹੜੇ ਬਾਕੀ ਟ੍ਰੇਨੀ ਜ਼ਿਮੀਂਦਾਰਾਂ ਦੇ ਮੁੰਡੇ ਸੀ ਉਹ ਕਹਿੰਦੇ ਬਾਈ ਜੀ ਤੁਸੀਂ ਨਾ ਰੱਖਣੀਆਂ ਮੱਖੀਆਂ ਨਾ ਵਾਸਤਾ, ਲੋਨ ਲੈਣਾ ਹੋਊਗਾ, ਸਾਨੂੰ ਸਿੱਖ ਲੈਣ ਦਿਓ, ਤੁਸੀਂ ਪਿੱਛੇ ਬਹਿ ਜਾਓ। ਉਹ ਮੈਂ ਕਿਹਾ ਵੀ ਲੋਨ ਨਹੀਂ ਭਰਾਵਾ ਲੈਣਾ, ਅਸੀਂ ਕੰਮ ਸ਼ੁਰੂ ਕਰਨ ਦਾ ਸੋਚਦੇ ਹਾਂ ਮੱਖੀਆਂ। ਕਹਿੰਦੇ ਫੇਰ ਠੀਕ ਆ, ਕਹਿੰਦੇ ਸਾਨੂੰ ਤਾਂ ਤੁਹਾਨੂੰ ਵੇਖ ਕੇ ਐਂ ਲੱਗਦਾ ਵੀ ਤੁਸੀਂ ਤਾਂ ਲੋਨ ਵਾਲਿਓ, ਤੁਸੀਂ ਕਿਹੜਾ ਰੱਖਣੀਆਂ ਨੇ। ਸੋ ਕੰਮ ਕੋਈ ਮਾੜਾ ਨਹੀਂ ਹੈ, ਕੰਮ ਸਾਰੇ ਕਰਨੇ ਚਾਹੀਦੇ ਨੇ। ਦੇਖੋ ਗੁਰੂ ਸਾਹਿਬ ਨਾਨਕ ਸਾਹਿਬ ਨੇ ਮੱਝਾਂ ਚਾਰੀਆਂ, ਈਸਾ ਮਸੀਹ ਨੇ ਭੇਡਾਂ ਚਾਰੀਆਂ, ਹਜ਼ਰਤ ਮੁਹੰਮਦ ਸਾਹਿਬ ਨੇ, ਈਸਾ ਮਸੀਹ ਨੇ ਭੇਡਾਂ ਚਾਰੀਆਂ, ਕ੍ਰਿਸ਼ਨ ਜੀ ਨੇ ਗਾਈਆਂ ਚਾਰੀਆਂ, ਹਜ਼ਰਤ ਮੁਹੰਮਦ ਸਾਹਿਬ ਨੇ ਗਧੇ ਚਾਰੇ। ਆਮ ਲੋਕਾਂ ਵਾਲੇ ਧੰਦੇ ਇਹਨਾਂ ਮਹਾਂਪੁਰਸ਼ਾਂ ਗੁਰੂਆਂ ਪੀਰਾਂ ਨੇ ਕੀਤੇ ਨੇ। ਤੇ ਫਿਰ ਜੇ ਅਸੀਂ ਕਰ ਲਾਂਗੇ ਸਾਡੇ ਕੀ ਪਾਉ ਪੈ ਜੂ? ਸਾਡੇ ਜੋ ਖੌਤੀ ਸਰਦਾਰ, ਉਹ ਫਲਾਂ, ਉਹ ਟਮਕਾਂ, ਉਹ ਨਹੀਂ ਨਿਕਲਦਾ, ਤਾਂ ਹੀ ਅਸੀਂ ਫੇਲ ਹਾਂ। ਹੁਣ ਬਾਹਰ ਜਾ ਕੇ ਅਸੀਂ ਸਾਰੇ ਕੰਮ ਕਰਦੇ ਹਾਂ, ਜੇ ਉਰੇ ਸਾਰੇ ਕੰਮ ਕਰ ਲਈ ਤਾਂ ਬਿਹਤਰ ਨਾ ਰਵੇ। ਖੈਰ ਆਪਣੀ ਗੱਲ ਚੱਲ ਰਹੀ ਸੀ ਆ ਪੀਟਾ ਵਾਲਿਆਂ ਦੇ, ਜਿਹੜੇ ਕਹਿੰਦੇ ਮੁੱਖ ਮੰਤਰੀ ਦਾ ਪੁਤਲਾ ਸਾੜਤਾ। ਮੈਂ ਵੇਖ ਰਿਹਾ ਇੱਕ ਸਰਦਾਰ ਲੰਮੀ ਦਾੜੀ ਵਾਲਾ ਤੇ ਬਾਕੀ ਮੁੰਡੇ ਕੁਝ ਬੀਬੀਆਂ ਬੜੇ ਬੈਨਰ ਬੂਨਰ ਲਏ ਨੇ, ਕਹਿੰਦੇ ਦੇ ਆਰ ਆਵਰ ਫੈਮਿਲੀ ਮੈਂਬਰ। ਭਾਈ ਫੈਮਿਲੀ ਮੈਂਬਰ ਉਹ ਤਾਂ ਘਰੇ ਰੱਖੋ, ਉਹਨਾਂ ਨੂੰ ਗਲੀਆਂ 'ਚ ਨਾ ਛੱਡੋ, ਫਿਰ ਨਾਲ ਬੈਡਰੂਮ ਤੇ ਪਾਓ, ਬੈੱਡ ਤੇ ਪਾਓ। ਫੈਮਿਲੀ ਮੈਂਬਰ ਨੂੰ ਫੈਮਿਲੀ ਮੈਂਬਰ ਵਾਂਗੂ ਰੱਖੋ। ਜੇ ਤੁਹਾਡਾ ਕੋਈ ਦਾਦਾ ਚਾਚਾ ਗਲੀਆਂ 'ਚ ਕਿਸੇ ਨੂੰ ਵੱਢਦਾ ਫਿਰੇ
ਨਿਆਣਿਆਂ ਨੂੰ ਵੱਢਦਾ ਫਿਰੇ ਤੇ ਅਗਲੇ ਫਿਰ ਤੁਹਾਡੇ ਦਾਦੇ ਚਾਚੇ ਤੇ ਡਾਂਗ ਨਹੀਂ ਮਾਰੂਗਾ। ਜੇ ਕੁੱਤੇ ਦੇ ਡਾਂਗ ਮਾਰਤੀ ਫਿਰ ਤੁਸੀਂ ਪਿੱਟ ਪਟਾਊਗਾ ਪਾਉਂਦੇ ਹੋ। ਤੇ ਲਾਲੀ ਟੋੜਾ ਨੂੰ ਲੈ ਲਈਏ, ਇਹਨਾਂ ਕੋਲ ਵੀ ਗੱਲਾਂ ਕਾਫੀ ਨੇ। ਲਾਲੀ ਸਵਾਗਤ ਹੈ ਬਾਈ, ਵੈਲਕਮ। ਹਾਂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਬਸ ਫੋਨ ਕਰਨਾ ਨਹੀਂ ਲੱਗਿਆ ਸੀ ਕਿਉਂਕਿ ਸਰੋਤੇ ਵਿਚਾਰੇ ਪਹਿਲੇ ਬਹੁਤ ਅੰਦਰ ਵੀ ਅਸੀਂ ਗੱਲ ਕਰੀਏ। ਗੱਲ ਕਰ ਦੋ, ਇੰਨੇ ਦਿਨ ਤਾਂ ਹੋ ਜਾਣੀ ਸੀ। ਬੱਕਰੀਆਂ ਦੀ ਗੱਲ ਚੱਲਦੀ ਸੀ ਨਾ ਆਪਣੇ ਯੂਪੀ ਦੇ ਵਿੱਚ ਨਾ, ਬੱਕਰੀਆਂ ਉੱਥੇ ਸਾਡਾ ਕਾਫੀ ਨੁਕਸਾਨ ਕਰਨ ਲੱਗਦੀ ਸੀ। ਅੱਛਾ। ਤੇ ਉਹਨਾਂ ਨੂੰ ਆਪਣੇ ਕੰਮ ਨੇ ਫੜ ਕੇ ਲਿਆ ਜੀ ਇੱਕ ਵਾਰੀ, ਬਹੁਤ ਨੁਕਸਾਨ ਕੀਤਾ ਪਿਆ। ਮੈਂ ਵੀ ਹੁਣ ਇਹਨਾਂ ਨੂੰ ਸਜ਼ਾ ਕੀ ਦਈਏ। ਸਜ਼ਾ ਫਿਰ ਉਹਨਾਂ ਨੂੰ ਇਹ ਦਿੱਤੀ ਵੀ ਉਹਨਾਂ ਦਾ ਅਸੀਂ ਦੁੱਧ ਚੋਇਆ ਤੇ ਦੁੱਧ ਚੋ ਕੇ ਤੇ ਦੁੱਧ ਪੀਤਾ ਤੇ ਉਹ ਫੜਨਾ ਜਦੋਂ ਫੜ ਲਈਆਂ ਤੇ ਉਹਨਾਂ ਦੇ ਮਾਲਕ ਆ ਗਏ ਵੀ ਐਂ ਕਰਕੇ। ਮੈਂ ਕਿਹਾ ਤੁਸੀਂ ਰੋਜ਼ ਰੋਜ਼ ਸਾਡੇ ਆਗੂਆਂ ਦੀ ਫਸਲ ਖਰਾਬ ਕਰਦੇ ਹੋ, ਤੁਹਾਡੇ ਜਾਨਵਰ ਤੁਸੀਂ ਕੰਮ ਪੁੱਛ ਸਕਦੇ ਹੋ। ਕਹਿੰਦੇ ਜੀ ਹੁਣ ਮੈਂ ਕਿਹਾ ਹੁਣ ਤਾਂ ਇਹੀ ਹੈ ਭਾਈ, ਇੱਕ ਤਾਂ ਅਸੀਂ ਚੋ ਦੀ ਤੇ ਬਾਕੀ ਜਿਹੜੀ ਦੂਸਰੀ ਹੈ ਵੀ ਕੱਲ ਨੂੰ ਇੱਕ ਗਲਾਸ ਹੋਰ ਦੇ ਦੋ ਚੋ ਕੇ, ਠੀਕ ਹੈ ਕਿ ਨਹੀਂ। ਫਿਰ ਦੂਜੇ ਦਿਨ ਨਾ ਲੀਟਰ ਤੋਂ ਦੁਬਾਰਾ ਸਾਹਿਬ ਤੁਸੀਂ ਯਕੀਨ ਨਹੀਂ ਕਰਨਾ, ਬਾ ਕਮਾਲ ਮੈਂ ਖੁਦ ਕੀਤਾ ਕਿਉਂਕਿ ਕਹਿੰਦੇ ਹੁੰਦੇ ਨਾ ਵੀ ਕਾਫੀ ਲੱਗਾ ਮਤਲਬ ਕਾਰਗਰ ਹੈ ਪੀਣ ਵਾਸਤੇ। ਤੇ ਬਾਹ ਕਮਾਲ ਜਿਹੜਾ ਟੇਸਟ ਆ ਜਿਹੜਾ ਬਗੈਰ ਮੈਂ ਮਤਲਬ ਮਿੱਠੇ ਦਾ ਪੀਤਾ ਦੁੱਧ 2-3 ਵਾਰੀ, ਕਈ ਵਾਰ ਹੋਇਆ 2-3 ਵਾਰ ਨਹੀਂ ਕਾਫੀ ਵਾਰ ਹੋਇਆ ਕਿਉਂਕਿ ਦੇਖੋ ਹੋਰ ਤਾਂ ਆਪਾਂ ਸਜ਼ਾ ਲਾ ਨਹੀਂ ਸਕਦੇ ਸੀ। ਬਹੁਤ ਵਧੀਆ ਹੈ। ਬਿਲਕੁਲ ਬਿਲਕੁਲ ਬਿਲਕੁਲ। ਕੋਈ ਲੱਗਾ ਤੁਸੀਂ ਹੁਣ ਮੈਨੂੰ ਨਾ ਕਹਿ ਦਿਓ ਹੁਣ ਆਪਾਂ ਨੇ ਵੀ ਕੰਮ ਕਰਨਾ। ਹਾਂ ਵੀ ਲਾਲੀ ਬੱਕਰੀ ਵੀ ਚੋ ਲੈਂਦਾ ਓਏ, ਇਕੱਲਾ ਸੀਐਮ ਨਹੀਂ ਬਣਦਾ, ਲਾਲੀ ਵੀ ਬਣੂ। ਬੱਕਰੀ ਚੋਣ ਦਾ ਸਵਾਦ ਵੀ ਬਹੁਤ ਆਉਂਦਾ ਲਾਲੀ। ਲਾਲੀ ਆਪਣਾ ਵੀ ਬੱਕਰੀਆਂ ਚੋਂਦਾ, ਸੁਰਿੰਦਰ ਵੀ ਅੱਜ ਮੰਨ ਗਿਆ ਰੇਡੀਓ ਤੇ, ਕਹਿੰਦਾ ਚੰਨੀ ਨੇ ਵੀ ਚੋਈ, ਮੈਂ ਵੀ ਚੋਰੀ ਦੀ ਬੱਕਰੀ ਚੋਈ ਹੈ ਨਾਲ ਦੁੱਧ ਪੀਤਾ। ਨਹੀਂ ਸਾਰੀਆਂ ਦੇਖਦੇ ਬਾਹਰ ਨੇ ਨਾ ਵੀ ਦੁਬਾਰਾ ਨਾ ਲਾਈ ਨਹੀਂ ਭਾਈ, ਅਸੀਂ ਹੋਰ ਤਾਂ ਵੇਲੇ ਅਸੀਂ ਕੁੱਟ ਨਹੀਂ ਸਕਦੇ, ਮਾਰ ਨਹੀਂ ਸਕਦੇ ਉਹਨੂੰ ਨਾ ਕੁਛ, ਤੇ ਸਿਰਫ ਉਹਦਾ ਦੁੱਧ ਪੀਤਾ ਤੇ ਚੋਈ। ਹਾਂ ਚਿੱਤ ਬੱਕਰੀ ਰੱਖਣ ਨੂੰ ਕਰਦਾ ਵੀ ਬੰਨੇ ਬੰਨੇ ਲਾ ਦੇ ਬੇਰੀਆਂ, ਕਈ ਵਾਰੀ ਪੰਜਾਬਣ ਐ ਵੀ ਕਹਿੰਦੀ ਹੈ ਸਿੰਘਾ ਲਿਆ ਬੱਕਰੀ ਦੁੱਧ ਰਿੜਕਾਵੇ। ਤੇ ਸੁਰਿੰਦਰ ਵੀਰ ਚਲੋ ਬੱਕਰੀ ਦਾ ਆਪਾਂ ਕਾਫੀ ਰਿੜਕ ਲਈ ਤੇ ਕੁੱਤਿਆਂ ਦੀ ਵੀ ਗੱਲ ਹੋ ਗਈ ਤੇ ਚੋਰੀਆਂ ਬੱਕਰੀਆਂ ਲਾਲੀ ਤੋਂ ਵੀ ਚੁਆਤੀਆਂ, ਅੱਜ ਪਤਾ ਲੱਗਿਆ ਇਹਦੀ ਵੀ ਚੋਰੀ ਫੜੇਗੀ। ਤੇ ਇਸ ਦੌਰਾਨ ਸੁਰਿੰਦਰ ਬਾਈ ਜੀ ਜੇ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤੇ ਬ੍ਰਹਮ ਜਿੰਪਾ ਨੌਕਰੀਆਂ ਵੰਡੀਆਂ ਨੇ, ਕਹਿੰਦਾ ਕੁਝ ਪਟਵਾਰੀ ਵੀ ਰੱਖੇ ਨੇ, ਨਾਲ ਅਨਮੋਲ ਰਤਨ ਸਿੰਘ ਸਿੱਧੂ ਖੜੇ ਨੇ ਵਕੀਲ ਸਾਹਿਬ ਸਰਕਾਰੀ। ਕਹਿੰਦੇ ਮੁੜ ਵਸੇਬਾ ਤੇ ਆਫਤ ਪ੍ਰਬੰਧਨ ਤੇ ਜਲ ਸਰੋਤ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਆਖਿਆ, ਕਹਿੰਦੇ ਨੌਜਵਾਨ ਰੁਜ਼ਗਾਰ ਦੀ ਤਲਾਸ਼ ਲਈ ਵਿਦੇਸ਼ ਜਾ ਰਹੇ ਨੇ, ਉਹਦੇ ਲਈ ਅਸੀਂ ਬਿਹਤਰ ਸਹੂਲਤਾਂ ਕਰਾਂਗੇ। ਤੇ ਸੈਕਟਰ 43 ਚੰਡੀਗੜ੍ਹ ਦੇ ਵਿੱਚ ਜੁਡੀਸ਼ੀਅਲ ਅਕੈਡਮੀ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਵੱਲੋਂ ਐਨਜੀਓ ਕ੍ਰਾਸ ਹੋਰੀਜ਼ਨ ਦੇ ਸਹਿਯੋਗ ਨਾਲ ਮਨੁੱਖੀ ਤਸਕਰੀਆਂ ਚੁਣੌਤੀ ਵਿਸ਼ੇ ਤੇ ਸੈਮੀਨਾਰ ਹੋਇਆ। ਮਾਲਟਾ ਕਾਂਡ ਤੇ ਚਰਚਾ ਹੋਈ ਤੇ ਨੌਜਵਾਨ ਕਿਉਂ ਵਿਦੇਸ਼ ਜਾਂਦੇ ਨੇ ਉਹਨਾਂ ਤੇ ਚਰਚਾ ਹੋਈ। ਕਹਿੰਦੇ ਸੂਬੇ ਦੇ ਭੋਲੇ ਭਾਲੇ ਲੋਕਾਂ ਦੀ ਏਜੰਟ ਲੁੱਟਮਾਰ ਕਰਦੇ ਨੇ ਵਿਦੇਸ਼ ਜਾਣ ਦੇ ਚੱਕਰਾਂ 'ਚ। ਇਹਦੇ ਬਾਰੇ ਕਾਨੂੰਨ ਨਜ਼ਰੀ ਤੋਂ ਐਡਵੋਕੇਟ ਅਨਮੋਲ ਰਤਨ ਸਿੱਧੂ ਜੋ ਏਜੀ ਨੇ ਉਹਨਾਂ ਨੇ ਵੀ ਜਾਣਕਾਰੀ ਦਿੱਤੀ। ਇਸ ਸੰਬੰਧੀ ਰਾਜ ਸਭਾ ਦੇ ਜੁਆਇੰਟ ਡਾਇਰੈਕਟਰ ਡਾਕਟਰ ਮਨੋਜ ਆਏ, ਹੋਰ ਲੋਕ ਆਏ, ਚਰਚਾਵਾਂ ਹੋਈਆਂ। ਪਰ ਪੰਜਾਬ ਸਰਕਾਰ ਜਿਹੜਾ ਰੁਜ਼ਗਾਰ ਮੌਕੇ ਪੈਦਾ ਕਰੇਗੀ, ਕੀ ਲੱਗਦਾ ਹੈ ਕਿ ਵਿਦੇਸ਼ ਜਾਣ ਦਾ ਰੁਝਾਨ ਠੱਲਣ ਦੇ ਵਿੱਚ, ਜਿਵੇਂ ਇਹਨਾਂ ਨੇ ਦਾਅਵਾ ਕੀਤਾ ਸੀ ਕਿ ਗੋਰੇ ਇੱਥੇ ਆਉਣਗੇ, ਇੱਥੋਂ ਵਾਲੇ ਬਾਹਰ ਨਹੀਂ ਜਾਣਗੇ, ਇਹ ਸਿਰਫ ਹਵਾਈ ਗੱਲਾਂ ਨੇ ਜਾਂ ਮਾੜਾ ਮੋਟਾ ਕੁਝ ਹੋ ਜਾਏਗਾ? ਜੀ 2-3 ਖਬਰਾਂ ਇਕੱਠੀਆਂ ਹੋ ਗਈਆਂ, ਇੱਕ ਕਰਕੇ ਲੈ ਲੈਣਾ। ਪਹਿਲਾਂ ਤਾਂ ਲੈ ਲਾ, ਲਾਲੀ ਨੇ ਜਿਹੜੀ ਬੱਕਰੀ ਚੋਈ ਸੀ, ਬੱਕਰੀ ਨੇ ਚੰਨੀ ਦਾ ਕੁਝ ਨਹੀਂ ਬਣਾਇਆ ਤੇ ਕੱਟੇ ਨੇ ਕੈਪਟਨ ਦਾ ਕੁਝ ਨਹੀਂ ਬਣਾਇਆ ਤੇ ਹਾਥੀ ਨੇ ਸਿੱਧੂ ਦਾ ਕੋਈ ਨਹੀਂ ਸਵਾਰਿਆ, ਸਾਰੇ ਜੋੜਾਂ 'ਚ ਬਹਿ ਗਏ। ਹੁਣ ਆ ਜਾਈਏ, ਗੱਲ ਆ ਗਈ ਆ ਜਿਹੜੇ ਕਹਿੰਦੇ ਕਿ ਕੁੱਤੇ ਫੈਮਿਲੀ ਮੈਂਬਰ ਆ, ਉਹਨਾਂ ਨੂੰ ਘੱਟੋ ਘੱਟ ਇਹ ਸਮਝ ਲੈਣਾ ਚਾਹੀਦਾ ਜਵਾਕ ਜੰਮ ਕੇ ਸੜਕ ਤੇ ਨਹੀਂ ਛੱਡਿਆ ਜਾ ਸਕਦਾ। ਤੇ ਇਹ ਸੜਕ ਤੇ ਜਦੋਂ ਜਵਾਕ ਘੁੰਮਣਾ ਹੋ ਜਾਣ ਲੱਗ ਜਾਂਦਾ, ਆਵਾਰਾ ਹੋ ਜਾਂਦਾ, ਤੇ ਉਦੋਂ ਮਾਂ ਬਾਪ ਨੂੰ ਨਾ ਇਸ਼ਤਿਹਾਰ ਦੇਣਾ ਪੈਂਦਾ। ਕਹਿੰਦੇ ਅਸੀਂ ਇਹਨੂੰ ਚੱਲ ਤੇ ਅਚਲ ਸੰਪत्ति ਤੋਂ ਬੇਦਖਲ ਕਰ ਦਿੱਤਾ ਵੀ ਇਹਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਹੈ। ਇਸ ਕਰਕੇ ਜੇ ਕੁੱਤੇ ਪਾਲੇ ਆ ਤੇ ਚੁੱਪ ਕਰਕੇ ਰਜਾਈਆਂ 'ਚ ਵਾੜ ਲਓ ਉਹਨਾਂ ਨੂੰ, ਉਦਾਂ ਵੀ ਰਜਾਈਆਂ 'ਚ ਵਾੜ ਦੇਈਓ। ਇਸ ਕਰਕੇ ਇਹ ਆ ਕਿ ਘੱਟੋ ਘੱਟ ਲੋਕਾਂ ਦੇ ਘਰਾਂ 'ਚ ਤਾਂ ਨਾ ਗੰਦ ਪਵੇ। ਠੀਕ ਹੈ, ਹੁਣ ਆ ਜਾਈਏ ਮੌਜੂਦਾ ਸਰਕਾਰ ਵੱਲ। ਗੱਲ ਇਹ ਹੈ ਸੁਰਿੰਦਰ ਵੀਰ, ਅੱਜ ਆਪਾਂ ਆਪਣੇ ਪ੍ਰਾਈਮ ਬੈਂਡ ਦਾ ਮੁੱਢਲਾ ਟਾਈਮ ਇਹਨਾਂ ਨੂੰ ਦਿੱਤਾ। ਖਬਰਾਂ ਲੱਗਦੀਆਂ ਨੇ ਮੁੱਖ ਮੰਤਰੀ ਦਾ ਪੁਤਲਾ ਪਰਾਲੀ ਦਾ ਬਣਾ ਕੇ ਸਾੜ ਦਿੱਤਾ,
ਫੋਟੋਆਂ ਲੱਗ ਗਈਆਂ, ਨਾਂ ਚਮਕ ਗਏ, ਆਹੀ ਕੁਛ ਤਾਂ ਚਾਹੁੰਦੇ ਆ ਲੋਕ। ਤਾਂ ਕੁੱਤੇ ਤੋਂ ਕੁੱਤੇ ਕੰਮਾਂ ਦੀ ਕੋਈ ਨਾ ਕੋਈ NGO ਬਣਾ ਕੇ ਜਿਹੜਾ ਪੋਲਿਸ਼ ਹੋਣਾ ਚਾਹੁੰਦੇ ਆ, ਕਿਉਂਕਿ ਮਿਨਿਸਟਰਾਂ ਨੂੰ ਕੁਛ ਨੂੰ ਜਨੂਨ ਆ ਇਦਾਂ ਦਾ ਹੀ। ਕੋਈ ਬੰਦਾ ਮਾੜੀ ਜੀ ਵੀਡੀਓ ਭੇਜ ਕੇ ਮੇਨਕਾ ਨੂੰ ਫੋਨ ਮਾਰੇ, ਨਾਲ ਦੀ ਨਾਲ ਬੈਕ ਕਾਲ ਆ ਜਾਂਦੀ ਹੈ ਤੇ ਉਸ ਤੋਂ ਸਬੰਧ ਬਣ ਜਾਂਦੇ ਨੇ ਰਾਜਨੀਤਿਕ ਲੋਕਾਂ ਨਾਲ। ਹੁਣ ਤਾਂ ਚਲੋ ਸਿਆਸਤ ਚੋਂ ਬਾਹਰ ਹੈ, ਇੱਕ ਸਿਲਸਿਲਾ ਬਣ ਜਾਂਦਾ ਹੈ। ਫਿਰ ਇਹਨਾਂ ਦੀਆਂ ਜਿਹੜੀਆਂ ਸਟਰਲਾਈਜ਼ ਕਰਦੇ ਨੇ, ਨਸਬੰਦੀ ਕਰਦੇ ਨੇ, ਨਲਬੰਦੀ ਕਰਦੇ ਨੇ, ਉਹ NGO ਚੱਲਦੀਆਂ ਨੇ। ਜੇ ਕੋਈ ਇਹਨਾਂ ਦੀ, ਜਿਵੇਂ ਹੁਣ ਇਹਨਾਂ ਦੀ ਸੰਸਥਾਵਾਂ ਕੋਲ ਠੇਕਾ ਨਹੀਂ ਹੈ ਪਟਿਆਲੇ ਕੁੱਤਿਆਂ ਦੀ ਨਸਬੰਦੀ ਦਾ, ਦੂਸਰੀਆਂ ਜਿਹੜੀਆਂ ਨਸਬੰਦੀ ਕਰਨ ਵਾਲੀਆਂ ਸੰਸਥਾਵਾਂ ਨੇ ਪ੍ਰਾਈਵੇਟ, ਉਹ ਘੱਟ ਰੇਟ ਤੇ ਬਿੱਡ ਚੱਕਦੀਆਂ ਨੇ, ਇਹਨਾਂ ਦੇ ਰੇਟ ਜ਼ਿਆਦਾ ਨੇ। ਜੇ ਉਹ ਬਿੱਡ ਚੱਕਦੇ ਨੇ ਨਸਬੰਦੀਆਂ ਦੀ, ਖੱਸੀ ਕਰਨ ਦੀ, ਤਾਂ ਇਹ ਉਹਨਾਂ 'ਚ ਡਿੱਕਾ ਡਾਉਂਦੇ ਨੇ। ਜਿਵੇਂ ਪਟਿਆਲੇ ਹੋਇਆ ਸੀ, ਇਹਨਾਂ ਦਾ ਰੇਟ ਜ਼ਿਆਦਾ ਸੀ, ਘੱਟ ਰੇਟ ਵਾਲੀ ਨੂੰ ਗਵਰਨਮੈਂਟ ਨੇ ਟੈਂਡਰ ਦਿੱਤਾ। ਇਹਨਾਂ ਨੇ ਫਿਰ ਜਿਹੜੀ ਨਸਬੰਦੀ ਕਰਦੀ ਸੰਸਥਾ ਸੀ ਉਹਦੇ ਤੇ ਕਿੰਤੂ ਕੀਤਾ ਕਿ ਜਿਹੜੇ ਤੁਸੀਂ ਗਲੀਆਂ 'ਚੋਂ ਕੁੱਤੇ ਚੱਕਦੇ ਹੋ ਨਸਬੰਦੀ ਵਾਸਤੇ, ਆਖੇ ਉਹਨਾਂ ਕੁੱਤਿਆਂ ਨੂੰ ਪਰਿਵਾਰਕ ਮਾਹੌਲ ਨਹੀਂ ਦਿੰਦੇ। ਲਓ ਜੀ, ਉਸ ਡਾਕਟਰ ਨੂੰ ਧਮਕੀਆਂ ਦਿੱਤੀਆਂ ਮੇਨਕਾ ਨੇ, ਕਹਿੰਦੀ ਚੱਕ ਕੇ, ਮੁਸਲਮਾਨ ਸੀ ਡਾਕਟਰ, ਕਹਿੰਦੀ ਚੱਕ ਕੇ ਤੈਨੂੰ ਪਾਕਿਸਤਾਨ ਮਾਰੂ। ਇੱਕ ਵੈਟਰਨਰੀ ਡਾਕਟਰ ਨੂੰ, ਉਹ ਕੁੱਤੇ ਦਾ ਕੋਈ ਟ੍ਰੀਟ ਕਰਦਾ ਸੀ, ਕੋਈ ਦਿੱਕਤ ਆ ਗਈ ਤੇ ਉਹਨੂੰ ਕਿੰਨੀ ਮਾਂ ਭੈਣ ਇੱਕ ਕੀਤੀ ਸੀ UP ਦੇ ਨੂੰ, ਸਾਰੇ ਵੈਟਰਨਰੀ ਡਾਕਟਰ ਇਹਦੇ ਖਿਲਾਫ ਹੋ ਗਏ ਸੀ। ਸੋ ਇਹਨਾਂ ਲੋਕਾਂ ਨੂੰ ਨਾ, ਜਿਹੜੇ ਮਾਨਸਿਕ ਤੌਰ ਤੇ ਕਿਸੇ ਨੂੰ ਕੋਈ ਡਿਪਰੈਸ਼ਨ ਹੈ, ਕੋਈ ਇਹ ਚੀਜ਼ ਆ, ਉਹ ਇਸ ਤਰ੍ਹਾਂ ਫਿਰ ਉਹ ਕੁੱਤਿਆਂ ਦੇ ਭਗਤੋਂ, ਫਲਾਣਿਆਂ ਦੇ ਭਗਤੋਂ, ਧਮਕਾਣਿਆਂ ਦੇ ਭਗਤ। ਸਭ ਤੋਂ ਵੱਧ ਮਨੁੱਖਤਾ ਨੂੰ ਵੀ ਤਵੱਜੋ ਦੇਣੀ ਚਾਹੀਦੀ ਹੈ ਜਿਸ ਜਾਮੇ 'ਚੋਂ ਤੁਸੀਂ। ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਮੇਨਕਾ ਦੇ ਪਤੀ ਨੇ ਬਥੇਰਿਆਂ ਦੀ ਨਸਬੰਦੀ ਨਲਬੰਦੀ ਕੱਟੀ ਸੀ ਆਬਾਦੀ ਘਟਾਉਣ ਦੇ ਵਾਸਤੇ, ਉਹ ਵੀ ਮਨੁੱਖਤਾ ਦਾ ਘਾਣ ਸੀ। ਫਿਰ ਜੇ ਇੱਕ ਸਿਸਟਮ ਬਣਿਆ ਨਸਬੰਦੀ ਨਲਬੰਦੀ ਦਾ, ਫਿਰ ਉਹ ਤੁਸੀਂ ਕਿਉਂ ਨਹੀਂ ਅਡਾਪਟ ਕਰਦੇ? ਬੜੀਆਂ ਕਹਾਣੀਆਂ ਨੇ ਮੇਨਕਾ ਦਾ ਜਿਹੜਾ ਜੂ ਬਣਿਆ ਹੋਇਆ ਨਾ ਸੰਜੇ ਗਾਂਧੀ ਦੇ ਨਾਂ ਤੇ, ਉਸ ਦੀਆਂ ਜੀ ਸੁਰਿੰਦਰ। ਇੱਕ ਗੇਮ ਚੱਲਦੀ ਹੈ, ਇਹਦੇ ਵਿੱਚ ਇੱਕ ਮਾਫੀਆ ਚੱਲਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਬਿਨਾਂ ਤੇ। ਜੀ ਹੁਣ ਆਜੋ ਨੌਕਰੀਆਂ ਵੱਲ ਨੂੰ। ਨਹੀਂ, ਨੌਕਰੀਆਂ ਤੇ ਜਾਣ ਤੋਂ ਪਹਿਲਾਂ ਇੱਕ ਗੱਲ ਹੋਰ ਕਹਿ ਦਿਆਂ, ਤੇ ਨਸਬੰਦੀ ਦੀ ਲੋੜ ਹੀ ਨਹੀਂ ਹੈ। ਕੋਈ ਆਪਣਾ ਸਰੋਤਾ ਹੋਵੇ ਜਿਹੜਾ ਸਰਕਾਰ ਦੇ ਨੇੜੇ ਹੋਵੇ, ਉਹਨਾਂ ਨੂੰ ਜਾ ਕੇ ਸਾਡੀ ਸਲਾਹ ਦੇ ਦੇਵੇ। ਅਸੀਂ ਤਾਂ ਫ੍ਰੀ 'ਚ ਦਿੱਤੀ ਆ ਵੀ ਜਿਹੜੀਆਂ ਹੁਣ 10 ਬਟਾਲੀਅਨ ਮੰਗੀਆਂ ਨੇ ਪੈਰਾ ਮਿਲਟਰੀ ਫੋਰਸ ਦੀਆਂ ਕੇਂਦਰ ਸਰਕਾਰ ਤੋਂ, ਉਹਨਾਂ ਨੂੰ ਕਹੋ ਕਿ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਕਵੇ ਜਿਹੜੀਆਂ 2017 ਦੀ ਚੋਣ ਵੇਲੇ ਭੇਜੀਆਂ ਸੀ ਉਹ ਭੇਜ ਦੋ ਦੁਬਾਰਾ। ਉਹ ਭੇਜ ਦੇਖੋ, ਜੇ ਉਹ ਕਿਸੇ ਵੀ ਸੂਬੇ 'ਚ, ਕਿਉਂਕਿ ਉਹ ਵਿਚਾਰੇ ਬਦਨਾਮ ਹੀ ਇੰਨੇ ਹੋ ਚੁੱਕੇ ਨੇ, ਜੇ ਉਹ ਬਾਈ ਜੀ ਉਰੇ ਆ ਗਿਆ ਤੇ ਉਹ ਭੇਤ ਖੁੱਲ ਗਿਆ। ਜੇ ਉਹ ਬਟਾਲੀਅਨ, ਕਿਉਂਕਿ ਮੇਘਾਲਿਆ ਦੇ ਜਿਹੜੇ ਲੋਕ ਨੇ ਕ੍ਰਿਸਚੀਅਨ ਨੇ ਮੂਲ 'ਚ, ਵੈਸੇ ਤਾਂ ਹਿੰਦੂ ਸੀ ਪਹਿਲਾਂ, ਉਹ ਕ੍ਰਿਸਚੀਅਨ ਡਾਇਵਰਟ ਹੋ ਗਏ। ਚਾਈਨਾ ਵਾਲੇ ਜਾਂ ਹੋਰ ਮੁਲਕਾਂ ਵਾਲੇ ਲੋਕ ਜਿਵੇਂ ਕੁੱਤਾ ਖਾਂਦੇ ਨੇ, ਉਹ ਖਾਂਦੇ ਨੇ ਇਦਾਂ, ਪਰ ਉਹ ਹੁਣ ਬਦਨਾਮ ਹੀ ਇੰਨੇ ਹੋ ਗਏ ਕਿ ਬਾਈ ਜੀ ਪੰਜਾਬ ਕੀ ਕਿਸੇ ਦੂਸਰੇ ਸੂਬੇ 'ਚ ਵੀ ਇਹਨਾਂ ਨੂੰ ਕੁੱਤਾ ਮਾਰ ਨਹੀਂ ਦਿੱਤਾ ਜਾਏਗਾ। ਪ੍ਰੋਬਲਮ ਇਸ ਗੱਲ ਦੀ ਹੈ ਜੀ। ਉਹ ਵਧੀਆ ਤਰੀਕਾ ਹੈ, ਸਸਤਾ ਤਰੀਕਾ ਦਿੱਤਾ ਸੀਗਾ ਡਾਕਟਰ ਦਲਜੀਤ ਸਿੰਘ ਅੱਖਾਂ ਵਾਲੇ ਸਰਜਨ ਨੇ ਜਿਹੜੇ, ਉਹਨਾਂ ਨੇ ਕਿ ਜੰਮਦੀ ਕਤੂਰੀ ਦੇ ਨਾ ਗੁਪਤ ਅੰਗ ਦੇ ਵਿੱਚ 2 ਔਂਸ ਮੈਡੀਕੇਟਡ ਕਾਟਨ ਰੱਖ ਦਿਓ। ਇਹ ਸਭ ਤੋਂ ਸਸਤਾ ਇਲਾਜ ਹੈ ਨਸਬੰਦੀ ਦਾ, ਤੇ ਉਹ ਬੱਚੇ ਨਹੀਂ ਜਾਂਦੀ। ਇਹ 30-35% ਕੁੱਤੀਆਂ ਨੇ ਤੇ ਬਾਕੀ ਕੁੱਤੇ ਨੇ। ਇਹ ਕੀ ਕਰਦੇ ਨੇ? ਕੁੱਤਿਆਂ ਦੀ ਨਸਬੰਦੀ ਕਰਦੇ ਨੇ, ਇੱਕ ਅੱਧੀ ਕੁੱਤੀ ਦੀ ਕਰਦੇ ਨੇ। ਉਸ ਦੌਰਾਨ ਫਿਰ ਉਹ ਕਤੂਰੇ ਸਾਲ 'ਚ 2 ਵਾਰੀ ਦੇ ਦਿੰਦੇ ਆ। ਇਹ ਜਿਹੜਾ ਸਿਲਸਿਲਾ ਚੱਲਦਾ ਨਾ ਕਿ ਕੁੱਤਿਆਂ ਦੀ ਬਜਾਏ ਕੁੱਤੀਆਂ ਦੀ ਨਸਬੰਦੀ ਕਰਨ, ਜਿਹੜੀਆਂ 30% ਨੇ, ਕਿਉਂਕਿ ਇੱਕ ਕੁੱਤੇ ਦੀ ਨਸਬੰਦੀ ਕਰਤੀ, ਕੀ ਗਰੰਟੀ ਆ ਦੂਜਾ ਕੁੱਤਾ ਮੀਟਿੰਗ ਨਹੀਂ ਕਰੂਗਾ। ਉਸ ਸਿਲਸਿਲੇ ਵਿੱਚ ਜੇ ਸਿਰਫ ਤੇ ਸਿਰਫ ਕੁੱਤੀਆਂ ਦੀ ਨਸਬੰਦੀ ਕੀਤੀ ਜਾਵੇ ਤਾਂ ਇਹ ਸਮੱਸਿਆ ਤੋਂ ਨਿਜਾਤ ਮਿਲ ਸਕਦੀ ਆ, ਅਦਰਵਾਈਜ਼ ਇਹੀ ਕੁਝ ਨਹੀਂ ਹੋਣਾ। ਆਹੀ ਕਮੈਂਟ ਮੈਂ ਲਿਖਿਆ ਸੀਗਾ ਸੁਖਬੀਰ ਤੇ ਹਰਸਿਮਰਤ ਦੀ ਵਾਲ ਤੇ, ਉਦੋਂ 3-4 ਲੋਕ ਮਾਰਤੇ ਸੀ ਬੱਚੇ ਕੁੱਤਿਆਂ ਨੇ। ਜਨਾਬ ਹੋਰਾਂ ਨੇ ਮੈਨੂੰ ਬਲੌਕ ਕਰਤਾ ਸੀ, ਇਹਨਾਂ ਦਾ ਰਾਜ ਸੀ ਉਦੋਂ। ਮੈਂ ਇਹ ਲਿਖਿਆ ਸੀ ਵੀ ਇਹ ਕਤੀੜ ਰਾਜ ਵੱਧ ਰਿਹਾ, ਇਹਨੂੰ ਕਾਬੂ ਕਰੋ। ਮਾਸੂਮ ਬੱਚੇ ਖਾ ਗਏ ਸੀਗੇ ਕੁੱਤੇ। ਸੋ ਇਸ ਸਿਲਸਿਲੇ ਵਿੱਚ ਉਹ ਜਿਹੜਾ ਨਾ 2 ਔਂਸ ਮੈਡੀਕੇਟਡ ਕਾਟਨ ਦਾ ਸੁਝਾਅ ਦਿੱਤਾ ਸੀਗਾ, ਆਰਟੀਕਲ ਸੀ ਬਕਾਇਦਾ ਡਾਕਟਰ ਦਲਜੀਤ ਸਿੰਘ ਜਿਹੜੇ ਆਮ ਆਦਮੀ ਪਾਰਟੀ ਨੇ ਫਿਰ ਕੱਢ ਦਿੱਤੇ ਸੀ। ਸੋ ਉਹ ਪੈਟਰਨ ਅਪਣਾਈਏ, ਕਿਉਂਕਿ ਕਰੋੜਾਂ ਦੀ ਠੱਗੀ ਹੁੰਦੀ ਹੈ। ਬੰਬੇ ਦੇ ਵਿੱਚ 5 ਕਰੋੜ ਦਾ ਕੁੱਤਿਆਂ ਦੀ ਨਸਬੰਦੀ ਦਾ ਘਪਲਾ ਹੋਇਆ। ਸੋ ਇਹ ਬਹੁਤ ਵੱਡਾ ਮਾਫੀਆ ਜਿਹੜਾ ਇਹਨਾਂ ਦੀ NGO ਦੀ ਬਣਾ ਤੇ ਚੱਲ ਰਿਹਾ ਜੀ। ਸੁਰਿੰਦਰ ਨਹੀਂ, ਉਹ ਇੱਕ ਨਾ ਚੁਟਕਲਾ ਬੜਾ ਸੋਹਣਾ ਸੁਣਾਇਆ ਜਾਂਦਾ ਹੁੰਦਾ ਸੀ ਜਦੋਂ ਆਪਾਂ ਨਾ ਕਾਲਜ ਪੜ੍ਹਦੇ ਹੁੰਦੇ ਸੀ ਤੇ ਕੈਂਪ ਲੱਗਦੇ ਹੁੰਦੇ ਸੀ NSS ਦੇ, ਉਹ 'ਚ ਚੁਟਕਲੇ ਬੜੇ ਚੱਲਦੇ ਹੁੰਦੇ ਸੀ। ਠੀਕ ਆ,
ਉਹ ਕਹਿੰਦੇ ਕੋਈ ਬੰਦਾ ਨਾ ਡਾਕਟਰ ਕੋਲੇ ਚਲਾ ਗਿਆ, ਕਹਿੰਦਾ ਡਾਕਟਰ ਸਾਹਿਬ ਪਿਛਲੇ ਸਾਲ ਮੈਂ ਆਪਣਾ ਆਪਰੇਸ਼ਨ ਕਰਾਇਆ ਸੀ ਤੁਹਾਡੇ ਤੋਂ। ਕਹਿੰਦਾ ਹਾਂ ਮੈਂ ਕੀਤਾ ਸੀ, ਮੈਨੂੰ ਯਾਦ ਆ। ਕਹਿੰਦਾ ਮੇਰੇ ਘਰ ਵਾਲੀ ਦੇ ਫਿਰ ਬੱਚਾ ਹੋ ਗਿਆ। ਕਹਿੰਦਾ ਮੈਂ ਤੇਰਾ ਕੀਤਾ ਸੀ, ਸਾਰੇ ਪਿੰਡ ਦਾ ਥੋੜੀ ਕੀਤਾ ਸੀਗਾ। ਤੇ ਉਹੀ ਕੁਛ ਹੁਣ ਫਿਰ ਇਹ ਕਰ ਰਹੇ ਨੇ। ਹੁਣ ਗੱਲ ਤੇ ਆ ਕਿ ਜੇ ਸਿੱਧੇ ਮੱਥਾ ਮਾਰਨਾ ਹੀ ਨਹੀਂ ਜਿੱਥੇ ਮਾਰਨਾ ਤੇ ਪੁੱਠੇ ਬੰਨੇ ਨੂੰ ਜਾਣਾ, ਤੇ ਇਹਦਾ ਮਤਲਬ ਜਿਹੜੇ ਚੁਟਕਲੇ ਪਹਿਲਾਂ ਚੱਲ ਰਹੇ ਆ ਉਹ ਠੀਕ ਹੀ ਚੱਲ ਰਹੇ ਸੀਗੇ, ਠੀਕ ਹੈ ਨਾ। ਹੁਣ ਜਿੱਥੇ ਨਸਬੰਦੀ ਕਰਨੀ ਉੱਥੇ ਕਰੋ, ਤੇ ਜਿੱਥੇ ਜ਼ਰੂਰਤ ਹੀ ਨਹੀਂ ਉੱਥੇ ਕਰਨ ਦਾ ਕੀ ਫਾਇਦਾ। ਗੱਲ ਇਹ ਹੈ ਕਿ ਪੈਸਾ ਇਕੱਠਾ ਕਰਨਾ ਨਾ, ਇਹਦੇ ਠੇਕੇ ਚੜਨੇ ਨੇ, ਕਰੋੜਾਂ 'ਚ ਜਾਣੇ ਨੇ, ਤੇ ਕਰੋੜਾਂ ਦੇ ਵਿੱਚੋਂ ਤੁਸੀਂ ਖਾਣੇ ਨੇ, ਉਹਦੇ ਸਿਰ ਤੇ ਚੱਲਣ ਡਿਆ ਸਾਰਾ ਜੁਗਾੜ ਤੁਹਾਡਾ ਜਿਹੜਾ। ਇਸ ਕਰਕੇ ਹੈ ਕਿ ਜਦੋਂ ਬਿਜ਼ਨਸ ਬਣ ਗਿਆ ਤਾਂ ਬਿਜ਼ਨਸ 'ਚ ਫਿਰ ਇਹੀ ਕੁਛ ਹੋਣਾ। ਹੁਣ ਆ ਗਈ ਮੌਜੂਦਾ ਸਰਕਾਰ ਤੇ, ਮੌਜੂਦਾ ਸਰਕਾਰ ਨਾਲ ਮੌਜੂਦਾ ਸਰਕਾਰ ਕਹਿ ਰਹੀ ਹੈ ਕਿ ਅਸੀਂ ਨੌਕਰੀਆਂ ਦੇ ਦੂਸਰਾ ਕੀ ਕਹਿੰਦੇ ਹੁੰਦੇ ਮੌਕੇ ਜਿਹੜੇ ਆ ਉਹ ਦਿਆਂਗੇ, ਮਤਲਬ ਅੱਗੇ ਹੋਰ ਨੌਕਰੀਆਂ ਮੁਹੱਈਆ ਕਰਵਾਵਾਂਗੇ। ਕਿੰਨਿਆਂ ਕੁ ਨੂੰ ਕਰਾ ਲਓਗੇ? ਪਾਪੂਲੇਸ਼ਨ ਦੇ ਹਿਸਾਬ ਨਾਲ ਜਿੰਨਾ ਬੇਰੁਜ਼ਗਾਰ ਫਿਰਦਾ ਤੁਸੀਂ ਉਹਦੇ ਚੋਂ 5% ਨੂੰ ਵੀ ਨੌਕਰੀਆਂ ਨਹੀਂ ਦੇ ਸਕੋਗੇ। ਸਰਕਾਰ ਦਾ ਜਲੂਸ ਨਿਕਲ ਜਾਣਾ। ਕਿੰਨਿਆਂ ਕੁ ਨੂੰ ਨੌਕਰੀ ਤੁਸੀਂ ਦੇ ਲਓਗੇ? ਕਹਿਣਾ ਬੜਾ ਸੌਖਾ। ਜਿਹੜਿਆਂ ਦੇ ਟੈਸਟ ਕਲੀਅਰ ਕੀਤੇ ਹੋਏ ਆ ਕੇਵਲ ਤੇ ਕੇਵਲ ਅਪੁਆਇੰਟਮੈਂਟ ਲੈਟਰ ਦੇਣੀ ਆ, ਉਹ ਕੋਈ 2011 ਦਾ ਤੁਰਿਆ ਫਿਰਦਾ, ਕੋਈ 2016 ਵਾਲੇ ਚ ਤੁਰਿਆ ਫਿਰਦਾ, ਤੇ ਕੋਈ 2021 ਵਾਲੇ ਚੋਂ ਵੀ ਤੁਰੇ ਫਿਰਦੇ ਆ। ਉਹਨਾਂ ਨੂੰ ਤਾਂ ਅੱਜ ਤੱਕ ਐਡਜਸਟ ਨਹੀਂ ਕਰ ਸਕੇ। ਸਰਕਾਰ ਆਈ, ਸਰਕਾਰ ਆਉਂਦੀ ਨੇ ਕਹਿ ਦਿੱਤਾ ਕਿ ਜਿਹੜੇ ਰਿਟਾਇਰ ਪਟਵਾਰੀ ਤੇ ਕਾਨੋ ਗੋਆ ਉਹਨਾਂ ਸਾਰਿਆਂ ਨੂੰ ਭਰਤੀ ਕੀਤਾ ਜਾਊਗਾ। ਕਾਹਦੇ ਵਾਸਤੇ? ਲਿਆਓ ਨਵੇਂ ਨੂੰ। ਕਿੱਡੀ ਕੋ ਗੱਲ ਆ? ਟ੍ਰੇਨਿੰਗ ਤਾਂ ਟ੍ਰੇਨਿੰਗ ਆ ਨਾ, ਟ੍ਰੇਨਿੰਗ ਲੈ ਲੂਗਾ, ਟ੍ਰੇਨਿੰਗ ਦੇ ਨਾਲ ਕੰਮ ਚੱਲ ਵੀ ਸਕਦਾ, ਸਾਰਾ ਕੁਝ ਹੋ ਸਕਦਾ। ਗੱਲ ਇਹ ਹੈ ਕਿ ਤੁਸੀਂ ਘੱਟੋ ਘੱਟ ਸ਼ੁਰੂਆਤ ਤਾਂ ਭਰਤੀ ਦੀ ਕਰੋ ਨਾ। ਜੇ ਸ਼ੁਰੂਆਤ ਕਰੋਗੇ ਵੱਧ ਤੋਂ ਵੱਧ 3 ਮਹੀਨੇ ਦਾ ਪ੍ਰੋਸੈਸ ਆ, 3 ਮਹੀਨੇ 'ਚ ਭਰਤੀ ਹੋ ਸਕਦੀ ਆ। ਪਰ ਇਹ ਤਾਂ 1700 ਤਾਂ ਰਿਟਾਇਰ ਪਟਵਾਰੀ ਦੇਖੀ ਜਾਂਦੇ ਆ 25,000 ਨੂੰ, ਨਵੇਂ ਨੂੰ ਤਾਂ ਇੰਨਾ ਦੇਣਾ ਨਹੀਂ। ਸੋ ਗੱਲ ਇਹ ਹੈ ਕਿ ਵਕਤੀ ਤੌਰ ਤੇ ਤੁਸੀਂ ਜੇ ਰੱਖਣਾ 6 ਮਹੀਨੇ ਲਈ ਰੱਖ ਲਓ, 2 ਮਹੀਨੇ 'ਚ ਅਪੁਆਇੰਟਮੈਂਟ ਹੋ ਸਕਦੀ ਹੈ ਫਾਸਟ ਟਰੈਕ ਤੇ। ਜਿਹੜਾ 1000 ਹੈ ਤੁਸੀਂ ਉਹਨੂੰ ਫਟਾਫਟ ਪਹਿਲਾਂ ਰੱਖੋ। ਦੂਸਰਾ ਹੈ ਚਲੋ ਪਾਰਟ ਟਾਈਮ ਜਿਹੜੇ ਆਲਰੇਡੀ ਪਟਵਾਰੀ ਨੇ ਉਹਨਾਂ ਨੂੰ 2 ਮਹੀਨੇ ਲਈ ਐਕਸਟਰਾ ਪੈਸੇ ਦੇ ਦਿਓ, ਘਰ ਦੀ ਗੱਲ ਹੈ, ਤੇ ਉਹਨਾਂ ਨੂੰ ਐਕਸਟਰਾ ਦੇ ਦਿਓ ਕਿ ਭਾਈ 2-4 ਮਹੀਨੇ ਹੋਰ ਕੱਢੋ, ਆ 10,000 5,000 ਐਕਸਟਰਾ ਲੈ ਲਓ। ਤੇ ਇਸ ਮੀਨ ਟਾਈਮ ਜਿਹੜੇ ਪਟਵਾਰੀ ਆਲਰੇਡੀ ਕੰਮ ਕਰਦੇ ਨੇ, ਟ੍ਰੇਨੀ ਨੇ, ਇਹਨਾਂ ਦੇ ਨਾਲ ਅਸਿਸਟੈਂਟ ਰੱਖੇ ਨੇ, ਭਰਤੀ ਖੁੱਲੀ ਖੋਲ ਦਿਓ। ਜ਼ਰੂਰੀ ਨਹੀਂ ਜਿਹੜਾ ਮਰਜ਼ੀ ਆਵੇ, ਪਰ ਉਹ ਰਿਟਾਇਰ ਬੰਦੇ ਯਾਰ ਵਿਚਾਰੇ 65 ਸਾਲ ਦੇ ਆ, ਰਿਟਾਇਰ ਹੋ ਚੁੱਕੇ ਆ, ਕਈ ਘਾਗ ਨੇ ਬੜੇ, ਉਹਨਾਂ ਨੂੰ ਤੁਸੀਂ ਮੁੜ ਕੇ 25,000 ਦੇ ਰਹੇ ਹੋ, ਜੇਠਾਂ ਨੂੰ ਪੂਜ ਰਹੇ ਹੋ। ਆ ਦਿਓਰ ਮਾੜੇ ਨੇ ਜਿਹੜੇ ਨਵੇਂ ਰੱਖੇ ਆ, ਇਹਨਾਂ ਨੂੰ ਰੱਖੋ, ਨਵੀਆਂ ਅਪਾਇੰਟਮੈਂਟ ਕਰੋ, ਅਗਲੇ ਨਿੱਠ ਕੇ ਕੰਮ ਕਰਨਗੇ। ਪੁਰਾਣੇ ਖੁੰਡੇ ਬੰਦੇ ਵਿਚਾਰੇ ਥੱਕੇ ਹਾਰੇ, ਉਹਨਾਂ ਨੂੰ ਤੁਸੀਂ ਨੌਕਰੀਆਂ ਦੇ ਰੱਖ ਰਹੇ ਹੋ, ਫਿਰ ਕਹਿੰਦੇ ਅਸੀਂ ਸਿਆਣੇ ਬੜੇ ਆ। ਖੈਰ ਬੱਕਰੀ ਦੇ ਦੁੱਧ ਬਾਰੇ ਕਈ ਕਮੈਂਟ ਆਏ ਨੇ। ਭੈਣ ਹਰਵਿੰਦਰ ਜੌਲ ਕਹਿੰਦੇ ਇਹਦਾ ਲੋਸ਼ਨ ਕਰੀਮ ਬੜੇ ਮਹਿੰਗੇ ਨੇ ਬੱਕਰੀ ਦੇ ਦੁੱਧ ਦੇ। ਟਰਲਿਕ ਦੇ ਵਿੱਚ ਕਹਿੰਦੇ ਬੱਕਰੀ ਦਾ ਦੁੱਧ ਇੱਥੇ ਬਹੁਤ ਮਹਿੰਗਾ ਵਿਕਦਾ। ਟਰਲਿਕ 'ਚ ਪਲਾਂਟ ਹੈ ਬੱਕਰੀ ਦੇ ਦੁੱਧ ਦਾ, ਚੀਜ਼ ਜਾਣੀ ਕਿ ਜਿਹੜਾ ਬਹੁਤ ਸਵਾਦ ਬਣਦਾ ਇਹਦਾ ਪਨੀਰ। ਤੇ ਇਸ ਦੌਰਾਨ ਬਾਹਰ ਆ ਕੇ ਜੱਟਾਂ ਦੇ ਪੁੱਤ ਸਾਰਾ ਕੁਝ ਕਰਦੇ ਆ। ਸਿਕੰਦਰ ਕਹਿੰਦਾ ਇੱਥੇ ਵੀ ਕਰ ਲੈਣਾ ਚਾਹੀਦਾ। ਕਹਿੰਦੇ ਲਾਲੀ ਕਹਿੰਦੇ ਚੰਨੀ ਵਾਲੀ ਬੱਕਰੀ ਦਾ ਨਹੀਂ ਲਾਇਆ। ਜਤਿੰਦਰ ਕੁਮਾਰ ਥੈਂਕ ਯੂ। ਦੇਖੋ ਕੰਮ ਸਾਰੇ ਕਰਨੇ ਚਾਹੀਦੇ ਨੇ। ਆਪਾਂ ਤਾਂ ਆਪ ਬੱਕਰੀ ਵੀ ਰੱਖ ਲੈਣੇ। ਸੁਰਿੰਦਰ ਵੀਰ ਟਵਾਣਾ ਯਾਰ ਤੇਰਾ ਬੱਕਰੀਆਂ ਵਾਲਾ, ਤੁਹਾਡੀ ਨਿੰਮ ਖਵਾਇਆ ਕਰਾਂਗੇ ਹਨਾ। ਨਿੰਮ ਸਾਡੀ ਨੇ ਇੰਨਾ ਕੁਛ ਕੀਤਾ। ਲੈ ਮਨਦੀਪ ਚਾਲ ਕਹਿੰਦਾ ਕੜਕਨਾਥ ਮੁਰਗਾ ਸਵਾਦ ਨਹੀਂ ਬਣਦਾ ਜਿੰਨਾ ਦੇਸੀ ਸੀਲ ਮੁਰਗਾ ਸਵਾਦ ਬਣਦਾ। ਪਰ ਬਾਈ ਜੀ ਬੈਸਟ ਚਿਕਨ ਆ ਜਿਹੜੇ ਖਾਂਦੇ ਨੇ ਉਹਨਾਂ ਵਾਸਤੇ ਗੁਣ ਵੇਖਿਆ ਕਰੋ, ਸਵਾਦ ਦੇ ਚੱਕਰਾਂ 'ਚ ਨਾ ਪਿਆ ਕਰੋ। ਸਵਾਦਾਂ ਦੇ ਅਸੀਂ ਪੱਟੇ ਆ। ਸਤਿੰਦਰ ਸਿੰਘ ਰੰਧਾਵਾ ਆਪਣੇ ਸਬਸਕ੍ਰਾਈਬਰ ਨੇ। ਮਨਦੀਪ ਜੱਸੀ ਕਹਿੰਦਾ ਜੰਡ ਦੇ ਖੋਖੇ ਖਾ ਕੇ ਦੇਖਿਆ ਜੀ ਸਵਾਦ ਨਹੀਂ ਆਇਆ। ਮਨਦੀਪ ਸਵਾਦਾਂ 'ਚ ਨਾ ਪਿਆ ਕਰੋ, ਗੁਣ ਵੇਖਿਆ ਕਰੋ। ਉਹਦੀਆਂ ਫਲੀਆਂ ਨੇ ਕੱਟ ਕੇ ਰਾਇਤੇ 'ਚ ਪਾ ਲਓ, ਕੋਈ ਨਹੀਂ ਦੱਸ ਦਾਂਗੇ ਤੁਹਾਨੂੰ ਆਫ ਦੀ ਈਅਰ। ਤੇ ਗੋਲੂ ਸੰਧੂ ਕਹਿੰਦਾ ਚੰਡੀਗੜ੍ਹ 'ਚ ਪੰਜਾਬ 'ਚ ਠੱਪ ਹੋ ਸਕਦੀ ਹੈ ਦੁੱਧ ਦੀ ਸਪਲਾਈ। ਕਿਸਾਨਾਂ ਨੇ ਵੇਰਕਾ ਪਲਾਂਟ ਘੇਰਿਆ, ਪੱਕਾ ਮੋਰਚਾ ਲਾਤਾ। ਜਵਾਕਾਂ ਨੂੰ ਜ਼ਹਿਰ ਪਿਆਉਣ ਤੋਂ ਚੰਗਾ ਦਿਓ ਸਾਡਾ ਹੱਕ। ਅਵਤਾਰ ਤਾਰਾ ਗਿੱਲ ਰਣੀਆਂ, ਗੁਰਵਿੰਦਰ ਸਿੰਘ ਢਿੱਲੋਂ, ਨਵਪ੍ਰੀਤ ਬਾਈ ਜੀ ਥੈਂਕ ਯੂ। ਤੇ ਆਪਣਾ ਸੁੱਤੇ ਰਹਿੰਦੇ ਹੋ ਵਾਚਮੈਨ ਸਰੋਤੇ ਸਿਕੰਦਰ ਸਿੰਘ ਔਜਲਾ। ਸਾਡੇ ਠੰਡ ਹੋ ਗਈ, ਥੋੜਾ ਮੀਂਹ ਪੈ ਗਿਆ। ਹਾਂ ਕੁਝ ਇਲਾਕਿਆਂ 'ਚ ਬਾਰਿਸ਼ ਸੁਰਿੰਦਰ ਵੀਰ ਹੋ ਗਈ ਹੈ। ਆਪਣੇ ਤੇ ਹਾਲਾਤ ਇਹ ਹੈ ਕਿ ਘਟਾ ਆ ਕੇ ਬਨੇਰਿਓ ਮੁੜ ਗਈ ਵੀਰਾ, ਕੁਛ ਪੁੰਨ ਕਰ ਲੈ। ਪੁੰਨ ਭਾਈ ਅਸੀਂ ਕਰਦੇ ਨਹੀਂ, ਅਸੀਂ
अकल ही वंडदे आ जिन्नी साडे कोल हैगी आ। ते सुरेंद्र भाई जी की लगता है कि सरकार रोजगार जां कोई इस तरह दी स्कीमां बकरी पालन गोट फार्मिंग कोई इदां दा प्लांट लाउंदे जिवें बाई जी कहंदा दुध दी वैल्यू कोई नहीं है बकरी दा जिहड़ा प्लांट पैकिंग जिवें भैन होरां ने आख्या भावें छोटे पद्धर ते हुंदा ਇਹ जे अगर ਇਹਦਾ पनीर बनदा चीज़ बनदा लोशन बनदा इदां दे यूनिट लगन ते माड़ा काम कोई नहीं है पर इन्हां ने कराउणा नहीं उस पासे जे टरलिक च प्लांट बन सकदा है तां इसे वेरका दे विच जां किसी होर यूनिट च गॉट फार्मिंग इत्थे पटियाले नेड़े बहुत वधिया सरकार दा ते उस पासे लाया जा सकदा है जवानी नूं जी। देखो पहली गल ते आ किसी ने कोई प्लांट नहीं लाउणा किसी ने बकरियां पालनियां नहीं किसी ने सूर नहीं पालने किसी ने मज्झां नहीं किसी ने गाइयां नहीं रखनियां। तुसीं पिंडां दी हालत तां देखो हर व्यक्ति मुੱਲ दुध ते उतर आया शहर तां छड्डो पिंडां वाले उतर गए। हर बंदे ने डंगर जेड़े वो वेचते वेला हो गया। इक्को गल कहंदा कि अगली पीढ़ी डंगर सांभण लई तैयार नहीं है। हालात ये बनी हुई है दुध प्योर तुहानूं पंजाब च लभ ही नहीं सकता। किसानी अंदोलन चलिया सी मैं उदों भी कहा सी हरियाणे ने जिस लैवल ते जाके उत्थे पंजाब बैठे पंजाबियां दी मदद कीती आ चाहे वह सब्जियां दी सी चाहे वह दुध दही दी सी ते चाहे लस्सी दी सी वो पंजाब कदी कर ही नहीं सकदा। जदों कि कोई टाइम पंजाब दा हुंदा सी कि पंजाब सेवा भावना वाला स्टेट मन्निया जाता सी पर हरियाणा बहुत अगे निकल चुकिया। पंजाब च ते तुसीं जिहदे घरे एक मੱਝ नहीं वो दुध नूं फोन करो उहनूं कहो सवेरे क्विंटल दुध चाहीदा वो कहंदा ठीक है जी सवेरे मिल जूगा। अब मैं भी लैंदा मैनूं पता हालत की आ 4.5 फैट नहीं जी वो पानी ਉਹਦੇ ਰਿਪੋਰਟ ਦੱਸੀ ਸੀ ਕਿ ਦੇਸੀ ਗਾਈਆਂ ਘਟ ਗਈਆਂ ਤੇ ਮੱਝਾਂ ਘਟ ਗਈਆਂ पर खपत वध गई है तो दुध आउंदा कित्थों है पता ही है कि वह सारा जहर बनदा पुछण वाला है कोई नहीं चैक कोई नहीं है सरकारां दा ते चलो सरकारां दे चैक दी गल होई है। केंद्र सरकार ने पेट्रोल 8 रुपये ते डीजल 6 रुपए ड्यूटी घटा दी है। सिलेंडर भी कहते थोड़ा सस्ता करांगे क्योंकि महंगाई रिकॉर्ड तोड़ गई। आखिर निर्मला सीतारमण बीबी ने लोगों के दबाव के चलदियां पेट्रोल 8 ते डीजल 6 रुपए घटाया क्योंकि सवेरे राजनाथ सिंह ने कहा सी कि महंगाई के मुद्दे ते बीजेपी के वर्कर लीडर अपने आप को दोषी ना समझण। महंगाई तो कहते अमेरिका च भी आई है ते धरन टिकाने आए पई है हाय तौबा हो रही है। हालांकि आपोजिशन या मीडिया इन्ने जोगा है नहीं कि महंगाई का मुद्दा चुके। एक दो चैनल ने नैशनल पद्धर के रवीश वर्गे जिहड़े चकते ने पर फिर भी लोग तराह तराह करते हैं। राम लला दियां जिहड़े लल्ले ने विचारियां दियां जानां निकलियां पईयां ने महंगाई नाल ते आखिर ये सरकार ने शर्मो शर्मी खसियानी बिल्ली खंभा नोचे फैसला लिया स्वागत करना बनता है। पर इस दौरान दूसरा रज्जे पुज्जे लोग ने लालू ते पर्चा हो गया विरोधी सारे टंगे जा रहे ने क्योंकि हरियाणे वाले चौटाला ने भी बादल साहब नाल यारी निभाई सी पिछे जे भावें पढ़ भी आया 10वीं 12वीं करया चोण लड़न नूं पर अज फिर झटका दे दिता सेंटर ने। ते इस मुतलक बेहिसाबी जायदाद के मामले च हरियाणे के मुख्यमंत्री ओम प्रकाश चौटाला साबका दोषी करार दिते गए ने ते इस संबंधी जिहड़ा विशेष जज विकास ढुल होरां ने हुक्म सुनाया 26 मई तारीख पा दी है सजा ते बहस होनी है। 2005 का एक केस है 2010 के चार्जशीट होया सी 93 तो 6 तक 6 करोड़ रुपए की जायदाद बनाने का दोष लग्या। 6 करोड़ तो नौकरां नूकरां ने बना ली होनी इन्हां दे ने पर चलो है जी चोरी लख दी भी कख दी भी इस चोरी च हुण विरोधी फड़े जा रहे ने जिहड़े किते ना किते अखां दिखाउण दी जुरत रखदे ने क्योंकि चौटालिया ने भी पिछे जे बादलां नाल रल के तीजा बदल बनाउण दी कोशिश करी सी। ਇਹ सिलसिला पंजाब ਵੱਲ ਨੂੰ भी आ सकता है ਤੇ बीजेपी ਦੇ ਜਿਹੜੇ ਵਿਰੋਧੀ ਨੇ ਕੋਈ ਅਦਾਲਤ 'ਚ ਟੰਗਿਆ ਜਾਂਦਾ ਕੋਈ CBI CID ਟੰਗ ਦਿੰਦੀ ਹੈ ਤੇ ਕੋਈ ED ਟੰਗ ਦਿੰਦੀ ਹੈ। ਕਿਵੇਂ ਹੈ ਜੀ ਚੌਟਾਲਾ ਬੜਾ ਮਾਯੂਸ ਹੈ ਕਿ 26 ਨੂੰ ਇਸ ਕੇਸ 'ਚ ਵੀ ਟੰਗਿਆ ਜਾਊ। नहीं हुण गां बिस्कुट खरीदने ते आपां तिहाड़ जेल चल जाया करांगे उत्थों लाया करांगे चौटालियां नूं एक्सपीरियंस बहुत हो गया ठीक है। हुण देखो हालात की आ केस किन्ने साल पुराना किस टाइम दी जायदाद चक्की आ तुसी जदों पहली सजा होई आ 10 साल दी सजा कट के आया ओहदे विच ट्रायल चलिया ही नहीं
ਜਦੋਂ ਕੋਈ ਟ੍ਰਾਇਲ ਬਰਾਬਰ ਚੱਲਣਾ ਚਾਹੀਦਾ ਸੀ। ਗੱਲ ਇਹ ਸੀ ਕਿ ਜੇ ਟ੍ਰਾਇਲ ਉਦੋਂ ਚੱਲ ਜਾਂਦਾ ਤੇ ਇਹ ਸਜ਼ਾ ਉਹਦੇ ਬਰਾਬਰ ਕੱਟੀ ਜਾਣੀ ਸੀ, ਪਰ ਉਹ 10 ਸਾਲ ਹੀ ਕੱਟ ਕੇ ਆਇਆ, ਬਾਹਰ ਆਇਆ, ਪੱਕਾ ਕਰ ਦੇਣਗੇ, ਸਟੈਂਪ ਲਾ ਦੇਣਗੇ ਵੀ ਚੱਲ ਪੁੱਤ ਫਿਰ ਦਿਹਾੜ ਜੇਲ੍ਹ। ਠੀਕ ਹੈ, ਹੁਣ ਚਟਾਲਾ ਤੇ ਨਹੀਂ ਉਹ ਬਾਹਰ ਆਉਂਦਾ, ਹੁਣ ਤਾਂ ਜਿਹੜਾ ਕੁਛ ਆਉਂਦਾ ਹੁੰਦਾ ਕੁੱਜੇ 'ਚ ਪੈ ਕੇ ਉਹੀ ਆਊਗਾ। ਮੁੱਖ ਦੀ ਗੱਲ ਤੇ ਕਿਉਂਕਿ ਜਿਸ ਉਮਰ ਦੀ ਕੰਗਾਰ ਤੇ ਪਹੁੰਚ ਗਿਆ, ਸਜ਼ਾ ਹੁਣ 5 ਦੀ ਹੋਵੇ, 7 ਦੀ ਹੋਵੇ, 2 ਦੀ ਹੋਵੇ, 10 ਦੀ ਕਹਿ ਨਹੀਂ ਸਕਦੇ, ਪਰ ਏਡਾ ਸੌਖਾ ਨਹੀਂ ਹੁਣ ਚਟਾਲਿਆਂ ਦੀ ਜਿਹੜੀ ਸਿਆਸਤ ਆ। ਠੀਕ ਆ, ਮੁੰਡੇ 2 ਸੀ, ਅਜੇ ਸੀ, ਅਬੇ ਸੀਗਾ, ਤੇ ਅਬੇ ਦੇ ਨਾਲ ਹੀ ਸੀਗਾ, ਤੇ ਉਹਦੀ ਮੇਰਾ ਖਿਆਲ ਅਜੇ ਸਜ਼ਾ ਸ਼ਾਇਦ ਪੂਰੀ ਨਹੀਂ ਹੋਈ ਕਿ ਜਾਂ ਉਹ ਆਇਆ ਨਹੀਂਗਾ। ਉਹ ਜਿਹੜਾ ਉਹਦਾ ਮੁੰਡਾ ਅੱਗੇ ਡਿਪਟੀ CM ਬੈਠਾ ਵਾ, ਇੱਧਰ ਜਿਹੜਾ ਅਜੇ ਸੀ, ਜਿਹੜਾ ਪਿਓ ਦੇ ਨਾਲ, ਪਿਓ ਕਹਿੰਦਾ ਸੀ ਮੈਂ ਇਸ ਮੁੰਡੇ ਨੂੰ ਸਟਰੋਂਗ ਕਰਨਾ। ਕਿਸਾਨੀ ਅੰਦੋਲਨ ਦੇ ਵਿੱਚ ਉਹਨੇ MLA ਤੋਂ ਅਸਤੀਫਾ ਵੀ ਦਿੱਤਾ ਸੀ ਤੇ ਦੁਬਾਰਾ ਉਹ ਬਾਈ ਇਲੈਕਸ਼ਨ ਆਈ ਸੀ, ਉਹ 'ਚ ਫੇਰ ਜਿੱਤ ਗਿਆ, ਤੇ ਉਹਦੀ ਪਾਰਟੀ ਵੀ ਇੰਡੀਅਨ ਨੈਸ਼ਨਲ ਲੋਕ ਦਲ ਦਾ ਤਾਂ ਸਮਝੋ ਭੋਗ ਪੈ ਗਿਆ ਹਰਿਆਣੇ 'ਚ, ਉਹਦੇ 'ਚ ਤੇ ਨਹੀਂ ਉਹ ਕੱਖ ਲੱਭਦਾ। ਤੇ ਕਾਂਗਰਸ ਉੱਥੇ ਲੀਰੋ ਲੇਰ ਹੋਈ ਪਈ ਆ, 6-7 ਗਰੁੱਪਾਂ 'ਚ ਵੰਡੀ ਪਈ ਆ, ਤੇ ਉੱਪਰ ਜਿਹੜੇ ਉਹਨਾਂ ਦੇ ਮਾਈ ਬਾਪ ਆ ਉਹ ਤਿੰਨਾਂ ਜੀਆਂ ਨੂੰ ਸਮਝ ਹੀ ਨਹੀਂ ਆਉਂਦੀ ਕਿ ਤਿੰਨਾਂ 'ਚੋਂ ਗੱਡੀ ਚਲਾਉਣੀ ਕਿਹਨੇ ਆ ਤੇ ਗੱਡੀ 'ਚ ਸਵਾਰ ਕਿਹਨੂੰ ਕਰਨਾ, ਉਹਨਾਂ ਨੂੰ ਕੁਝ ਨਹੀਂ ਸਮਝ। ਇਸ ਕਰਕੇ ਕਾਂਗਰਸ ਦੇ ਅੱਲੇ ਪੱਲੇ ਕੁਝ ਨਹੀਂ, ਤੇ ਰਹਿੰਦੀ ਖੁੰਦੀ ਕਸਰ ਜਿਹੜੀ ਆ ਉਹ ਨਿਕਲ ਜਾਣੀ ਆ, ਤੇ ਆਪਣੇ ਆਟੋਮੈਟਿਕਲੀ ਉਹਨਾਂ ਨੇ ਫੇਰ ਉੱਥੇ ਸੱਤਾ ਜਿਹੜੀ ਉਹ ਤੇ ਆ ਲੈਣੀ ਆ। ਇਹ ਹਾਲਾਤ ਜਿਹੜੀ ਆ ਮਤਲਬ BJP ਦੀ ਨੇ ਟੋਟਲ ਵਿਰੋਧੀ ਧਿਰ ਦੀ ਵਡਾਂਤੀ ਆ। ਹੁਣ ਕਿਉਂ ਲਾਲੂ ਪ੍ਰਸਾਦ ਯਾਦਵ ਹੋਣਾ ਨੂੰ ਦੁਬਾਰਾ ਟੰਗਿਆ ਗਿਆ, ਉਹਦਾ ਰੀਜ਼ਨ ਕੀ ਸੀ ਕਿ ਉੱਥੇ ਤੇਜਸਵੀ ਯਾਦਵ ਨੇ ਜਿਸ ਤਰੀਕੇ ਦੇ ਨਾਲ ਏਡੀ ਜ਼ਬਰਦਸਤ ਟੱਕਰ ਦਿੱਤੀ ਸੀ, ਔਰ ਉਹਦੇ 'ਚ ਨਿਤਿਸ਼ ਕੁਮਾਰ ਦੀ ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ। ਵੱਖਰੀ ਗੱਲ ਆ BJP ਤੇ ਜਿਹੜੀ ਜਨਤਾ ਦਲ ਯੂਨਾਈਟਿਡ ਸੀ ਉਹ ਰਲ ਕੇ ਸਰਕਾਰ ਬਣਾਉਣ ਤੇ ਕਾਮਯਾਬ ਹੋ ਗਏ, ਪਰ ਤੇਜਸਵੀ ਕੱਲੇ ਦਾ ਕੱਲਾ ਹੀ ਜਿਹੜਾ ਸੀਗਾ ਉਹ ਖਿੱਚ ਕੇ ਲੈ ਗਿਆ ਸੀ। ਇਸ ਕਰਕੇ ਉਹਨਾਂ ਨੇ ਲਾਲੂ ਨੂੰ, ਤੇ ਹੁਣ ਤਾਂ ਚਲੋ ਰਾਬੜੀ ਆ, ਜਦੋਂ ਸ਼ੁਰੂ 'ਚ ਲਾਲੂ ਨੂੰ ਜੇਲ੍ਹ ਜਾਣਾ ਪਿਆ ਤੇ ਰਾਬੜੀ ਦੇਵੀ ਨੂੰ ਮੁੱਖ ਮੰਤਰੀ ਬਣਾਤਾ, ਤੇ ਲੋਕ ਉਦੋਂ ਰਾਬੜੀ ਨਹੀਂ ਸਿੱਧਾ ਰਬੜੀ ਦੇਵੀ ਗਦਾਰਦੇ ਸੀਗੇ ਕਿ ਲੋਕ ਕਹਿੰਦੇ ਸੀ ਰਬੜੀ ਨੂੰ ਬਣਾ ਗਿਆ ਕਿ ਮੁੱਖ ਮੰਤਰੀ। ਪਰ ਹੁਣ ਦੇਖੋ ਉਹਨੇ 10 ਸਾਲ ਉਹਨੂੰ ਵੀ ਮੁੱਖ ਮੰਤਰੀ ਰਖਾਇਆ ਸੀ, ਪਰ ਸੱਤਾ ਤਬਦੀਲੀ ਹੋਈ, ਏਦਾਂ ਦੀ ਹੋਈ ਕਿ ਮੁੜ ਕੇ ਦਾ ਲੱਗਦਾ ਨਹੀਂ ਦਿਖਦਾ। ਹੁਣ BJP ਉੱਤੇ ਫੇਰ ਸਟਰੋਂਗ ਹੋਏਗੀ ਕਿਉਂਕਿ ਪਰਿਵਾਰ ਸਾਰਾ ਉਲਝਾ ਕੇ ਰੱਖ ਦਿੱਤਾ ਉਹਨਾਂ ਨੇ। ਇਸ ਕਰਕੇ ਇਹ ਹੈ ਕਿ BJP ਨੇ ED ਹੋਵੇ ਤੇ ਚਾਹੇ ਉਹਨਾਂ ਕੋਲ ਕੇਂਦਰ ਦੀਆਂ ਏਜੰਸੀਆਂ ਹੋਣ, ਚਾਹੇ ਉਹਦੇ ਵਿੱਚ ਕੀ ਕਹਿੰਦਾ ਇਨਕਮ ਟੈਕਸ ਵੀ ਹੋਵੇ, CBI ਵੀ ਹੋਵੇ, ਜਿਹੜੀ ਮਰਜ਼ੀ ਹੋਵੇ, ਜਿੱਧਰ ਨੂੰ ਦੇਖਿਆ ਉਹਨਾਂ ਨੇ ਤੋੜ ਦੇਣੀ ਆ। ਯਾਨੀ ਕਿ ਜਿਹਨੂੰ ਟੰਗਣ ਦਾ ਉਹਨਾਂ ਨੇ ਨਿਸ਼ਚਾ ਕਰ ਲਿਆ ਉਹ ਟੰਗ ਦੇਣਾ, ਸਾਰਾ ਕੁਝ ਸਾਹਮਣੇ ਦਿਖਾਈ ਦੇਣ ਡਿਆ ਹੋਇਆ। ਯਾਰ ਕਿ ਚਟਾਲੇ ਕਿਹੜੇ ਬਾਗ ਦੀ ਮੂਲੀ ਆ, ਤੇ ਵਿਚਾਰੇ ਲਾਲੂ ਪ੍ਰਸਾਦ ਯਾਦਵ ਹੋਣੀ ਕਿਹੜੇ ਆ। ਨਹੀਂ ਤੇ ਲਾਲੂ ਪ੍ਰਸਾਦ ਯਾਦਵ ਉਹ ਸੀਗਾ, ਚਾਹੇ ਕਾਂਗਰਸ ਦੀ ਸਰਕਾਰ ਆਉਂਦੀ ਸੀ ਤਾਂ ਅਲਾਇੰਸ ਦੇ ਵਿੱਚ ਉਹ ਮੰਤਰੀ ਬਣਦੇ ਸੀ, ਤੇ ਚਾਹੇ ਉੱਥੇ ਥਰਡ ਫਰੰਟ ਦੀ ਬਣਦੀ ਸੀ ਕੇਂਦਰ 'ਚ, ਤੇ ਤਦ ਵੀ ਉਹ ਮੰਤਰੀ ਹੁੰਦੇ ਸੀ। ਰਾਮ ਵਿਲਾਸ ਪਾਸਵਾਨ ਦਾ ਵੀ ਇਹੀ ਕੰਮ ਸੀ, ਨਿਤਿਸ਼ ਕੁਮਾਰ ਦਾ ਵੀ ਇਹੀ ਸੀ। ਬੜੀ ਵਧੀਆ ਸੱਤਾ ਚੱਲਦੀ ਸੀ ਬਿਹਾਰੀਆਂ ਦੀ, ਤੇ ਕਈ ਵਾਰ ਤਾਂ ਪਾਰਲੀਮੈਂਟ 'ਚ ਇਹ ਵੀ ਉੱਠ ਜਾਂਦਾ ਸੀਗਾ, ਡਿਬੇਟ ਜਦੋਂ ਚੱਲਦੀ ਸੀਗੀ ਉਦੋਂ ਇਹ ਵੀ ਹੁੰਦਾ ਸੀਗਾ ਕਿ ਤੁਸੀਂ ਇੰਨਾ ਕੁਛ ਹੀ ਕਰਦੇ ਹੋ, ਤੁਸੀਂ ਪ੍ਰਧਾਨ ਮੰਤਰੀ ਬਿਹਾਰੀ ਬਣਾ ਲਓ ਕੋਈ। ਤਾਂ ਫਿਰ ਨਿਤਿਸ਼ ਕੁਮਾਰ ਜਵਾਬ ਦਿੰਦਾ ਹੁੰਦਾ ਸੀ, ਕਹਿੰਦਾ ਬਣੂਗਾ ਬਿਹਾਰੀ ਬਣੂਗਾ, ਪਰ ਅਟਲ ਬਿਹਾਰੀ ਬਣੂਗਾ। ਇਸ ਕਰਕੇ ਇਹ ਕਿ BJP ਜਿਸ ਬੰਦੇ ਨੂੰ ਚੱਲ ਪਈ, ਉਹਨਾਂ ਨੇ ਇੱਕ ਕਰਕੇ ਜਿਹੜੇ ਵੀ ਉਹਦੇ ਪੁਰਾਣੇ ਅਲਾਇੰਸ ਪਾਰਟਨਰ ਸੀ ਉਹਨਾਂ ਨੂੰ ਵੀ ਸਾਰਿਆਂ ਨੂੰ ਇੱਕ ਕਰਕੇ ਜਿਹੜਾ ਹਾਸ਼ੀਏ ਤੇ ਖਿੱਚ ਕੇ ਲੈ ਜਾਣਾ, ਤੇ ਉਹਨਾਂ ਦਾ ਕੇਵਲ ਤੇ ਕੇਵਲ ਇੱਕੋ ਹੀ ਰਹਿੰਦਾ ਕਿ ਇੱਕ ਪਾਰਟੀ ਹੋਵੇ, ਇੱਕ ਦੇਸ਼ ਹੋਵੇ, ਦੂਸਰਾ ਕੋਈ ਲੱਭੇ ਹੀ ਨਾ, ਬਰਾਬਰ ਟੱਕਰ ਦੇਣ ਵਾਲਾ ਨਾ ਹੋਵੇ, ਤੇ ਜੋ ਉਹਨਾਂ ਦੇ ਮਨ 'ਚ ਆਵੇ ਉਹ ਕਰ ਸਕਣ। ਉਧਰ ਨੂੰ BJP ਜਿਹੜੀ ਆ ਉਹ ਚੱਲੀ ਹੋਈ ਜੀ। ਤੇ ਦੇਖੋ ਸਹਾਇਕ ਧੰਦਿਆਂ ਦੀ ਗੱਲ ਕੀਤੀ ਹੈ, ਅਫਸੋਸ ਹੈ ਕਿ ਸੁਰਿੰਦਰ ਬਾਈ ਜੀ ਮਿਲਾਵਟ ਹਰ ਚੀਜ਼ ਦੇ ਵਿੱਚ ਹੋ ਰਹੀ ਹੈ, ਮੈਡੀਸਨ 'ਚ ਹੋ ਰਹੀ ਹੈ, ਖਾਦ ਖੁਰਾਕ 'ਚ ਹੋ ਰਹੀ ਹੈ, ਨਹਿਰੀ ਪਾਣੀਆਂ 'ਚ ਹੋ ਰਹੀ ਹੈ, ਉਹਦੀ ਕਿਹਨੇ ਸਾਰ ਲੈਣੀ ਹੈ? ਕੋਈ ਉਮੀਦ ਨਹੀਂ ਹੈ ਇਸ ਨਵੀਂ ਪਾਰਟੀ ਤੋਂ ਵੀ। ਪਰ ਦੁੱਧ ਦਾ ਰੇਟ ਇਹਨੇ 20 ਰੁਪਏ ਕਿਲੋ ਫੈਟ ਵਧਾਈ ਸੀ, ਰੌਲਾ ਪਾਇਆ ਪੂਗੋ, ਮੇਰੇ ਖਿਆਲ 2 ਰੁਪਏ ਕਿਲੋ ਫੈਟ ਵੱਧਦੀ ਹੈ ਅਸਲੀ ਦੁੱਧ ਜੇ ਤੁਸੀਂ ਲੈਂਦੇ ਹੋ। ਪਰ ਹੁਣ ਪੰਜਾਬ ਦੇ ਜਿਹੜੇ ਪ੍ਰੋਗਰੈਸਿਵ ਡੇਅਰੀ ਫਾਰਮਰ ਐਸੋਸੀਏਸ਼ਨ ਹੈ PDFA, ਇਹਨਾਂ ਦੇ ਉਤਪਾਦਕਾਂ ਨੇ ਅੱਜ ਮੋਹਾਲੀ ਦਾ ਵੇਰਕਾ ਪਲਾਂਟ ਘੇਰ ਲਿਆ, ਫੇਜ਼ 6 ਦਾ
ਮੁੱਖ ਸੜਕ ਜਾਮ ਕਰ ਦਿੱਤੀ। ਚੰਡੀਗੜ੍ਹ ਦੀ ਬਹੁਤ ਵੱਡਾ ਧਰਨਾ ਕੀਤਾ। ਪੰਜਾਬ ਭਰ ਦੇ ਡੇਅਰੀ ਉਤਪਾਦਕ 11 ਵਜੇ ਮੋਹਾਲੀ ਇਕੱਠੇ ਹੋ ਗਏ। 2 ਵਜੇ ਤੱਕ ਉਤਪਾਦਕਾਂ ਦੀ ਵੱਡੀ ਭੀੜ ਜਮ੍ਹਾਂ ਹੋ ਗਈ। ਸੜਕਾਂ ਜਾਮ ਹੋ ਗਈਆਂ। ਦਿੱਕਤਾਂ ਬਹੁਤ ਆਈਆਂ। ਡੇਅਰੀ ਇੰਡਸਟਰੀ, ਫੀਡ ਬਣਾਉਣ ਵਾਲੀ ਇੰਡਸਟਰੀ ਦੇ ਲੋਕ ਵੀ ਇਹਨਾਂ ਦੇ ਨਾਲ ਆ ਗਏ ਕਿ ਅਸੀਂ ਕਿੱਧਰ ਨੂੰ ਜਾਈਏ, ਬਚਦਾ ਕੁਛ ਨਹੀਂ ਹੈ। ਸੋ ਫੀਡ ਮਿੱਲਾਂ ਦੇ ਪ੍ਰਧਾਨ ਨੇ ਜਿਹੜੇ, ਉਹਨਾਂ ਨੇ ਵੀ ਮੰਗ ਕੀਤੀ ਹੈ ਕਿ ਦੁੱਧ ਦਾ ਰੇਟ ਘੱਟ ਅਤੇ ਫੀਡ ਅਤੇ ਚਾਰੇ ਦਾ ਰੇਟ ਵੱਧ ਹੋਣ ਕਰਕੇ ਸਾਰਿਆਂ ਨੂੰ ਮੁਸ਼ਕਲ ਹੈ। ਦੁੱਧ ਦਾ ਰੇਟ ਘੱਟੋ ਘੱਟ 7-8 ਰੁਪਏ ਪ੍ਰਤੀ ਕਿਲੋ ਵਧਾਇਆ ਜਾਵੇ ਤੇ ਫੀਡ ਤੇ ਸਬਸਿਡੀ ਦਿੱਤੀ ਜਾਵੇ। ਹੁਣ ਜੇ ਦੁੱਧ ਦਾ ਰੇਟ ਇਹ ਨਿਯਤ ਕਰਦੇ ਆ ਤੇ ਲੋਕਾਂ ਨੇ ਕਹਿਣਾ ਸਾਡੀ ਤਾਂ ਮਹਿੰਗਾਈ ਨਾਲ ਜਾਨ ਨਿਕਲੀ ਪਈ ਹੈ, ਭਾਂਡਿਆਂ ਵਾਲੀ ਟਾਂਡਿਆਂ ਵਾਲੀ। ਤੇ ਕੀਤਾ ਕੀ ਜਾਵੇ? ਗੱਲ ਇਹ ਆ ਕਿ ਸਰਕਾਰ ਰੁਜ਼ਗਾਰ ਪੈਦਾ ਕਰੇ। ਜਿਹੜੇ ਚੰਦ ਅਮੀਰ ਲੋਕ ਲੁਟੇਰੇ ਅਮੀਰ ਹੋਈ ਜਾਂਦੇ ਨੇ ਉਹਨਾਂ ਤੇ ਕਾਬੂ ਪਾਓ। ਛੋਟੇ ਛੋਟੇ ਧੰਦੇ ਲੋਕਾਂ 'ਚ ਵੰਡੋ। ਸੈਲਫ ਹੈਲਪ ਗਰੁੱਪ ਬਣਾਓ। ਲੋਕਾਂ ਨੂੰ ਮੋਟੀਵੇਟ ਕਰੋ ਕਿ ਜਿਹੜੀ ਠੱਗੀ ਹੈ ਵੱਡੇ ਲੋਕਾਂ ਦੀ ਉਹ ਰੋਕੇ। ਤੇ ਇਹ ਹੁਣ ਜੇ ਦੁੱਧ ਉਤਪਾਦਕ ਸਟ੍ਰਾਈਕ ਤੇ ਨੇ, ਰੋਜ਼ਵੇਜ ਵਾਲੇ ਸਟ੍ਰਾਈਕ ਤੇ ਨੇ, ਇਹ ਤਾਂ ਕੋਈ ਟਵਾਣਾ ਜਾਂ ਸੁਰਿੰਦਰ ਉਹਨਾਂ ਦੇ ਭਾਈਚਾਰਾ ਤਾਂ ਹੈ ਨਹੀਂ ਕਿ ਇਹਨਾਂ ਨੇ ਸਟ੍ਰਾਈਕ ਕਰਾਤੀ। ਜੈਨੂਅਨ ਮੁੱਦਿਆਂ ਤੇ ਲੋਕ ਸਟ੍ਰਾਈਕ ਕਰ ਰਹੇ ਨੇ। ਤੇ ਜੇ ਅਗਲੇ ਦਾ ਠੀਕ ਰੇਟ ਵਿਕਦਾ, ਕਮਿਸ਼ਨ ਮਿਲਦਾ ਹੋਵੇ ਤੇ ਅਗਲਾ ਜ਼ਹਿਰ ਕਿਉਂ ਪਾਵੇ? ਹੁਣ ਜਿਹੜੇ ਇੱਕ ਪ੍ਰਵਾਨਿਤ ਲੋਕ ਨੇ ਜਿਹੜੇ ਕਹਿੰਦੇ ਮਿਲਾਵਟ ਨਹੀਂ ਕਰਨੀ, ਰੇਟ ਵਧਾਓ, ਅਗਲਾ ਕਹਿੰਦਾ ਉਹ ਤਾਂ 30 ਨੂੰ ਦਿੰਦਾ, ਚਾਹੇ ਜ਼ਹਿਰ ਪਾ ਕੇ ਵੇਚੀ ਜਾਵੇ। ਅਗਲਾ ਕਹਿੰਦਾ 10 ਦੁੱਧ ਕਿੰਨਾ ਚਾਹੀਦਾ। ਸੋ ਇਹ ਸਟ੍ਰਾਈਕ ਨੂੰ ਕਿਵੇਂ ਵੇਖਦੇ ਹੋ ਜਿਹੜੀ ਅੱਜ ਦੁੱਧ ਉਤਪਾਦਕਾਂ ਨੇ ਕੀਤੀ ਹੈ? ਜੀ, ਪਿੰਡਾਂ ਦੇ ਵਿੱਚੋਂ ਜਿਹੜੀਆਂ ਕੀ ਕਹਿੰਦੇ ਹੁੰਦੇ ਆਪਣੀਆਂ ਦੁੱਧ ਚੱਕ ਰਹੀਆਂ ਕੰਪਨੀਆਂ ਨੇ, ਠੀਕ ਹੈ, 8 ਰੁਪਏ 30 ਪੈਸੇ ਉਹ ਫੈਟ ਦੇ ਹਿਸਾਬ ਨਾਲ ਚੱਕ ਰਹੀਆਂ। ਯਾਨੀ ਕਿ ਜੇ ਲਾ ਲਓ ਕਿ ਤੁਹਾਡੀ 10 ਦੀ ਫੈਟ ਆ, ਇਹ ਲਾ ਲਓ ਕਿ ਤਕਰੀਬਨ 83 ਰੁਪਏ ਨੂੰ ਤੁਹਾਡਾ ਕਿਲੋ ਜਾ ਰਿਹਾ ਵਾ, ਠੀਕ ਹੈ। ਮੱਝ ਦੀ ਜਿਹੜੀ ਆ ਉਹ 10 10.5 ਆ ਜਾਂਦੀ ਹੈ। ਗਾਂ ਦੀ ਜਿਹੜੀ ਆ ਉਹ ਮੈਕਸੀਮਮ 5.5 ਆਉਂਦੀ ਆ। ਜਰਸੀ ਦੀ ਆਉਂਦੀ ਆ ਜਾਂ ਸ਼ਾਹੀਵਾਲ ਦੀ ਆਉਂਦੀ ਆ, ਬਾਕੀ ਕਿਸੇ ਦੀ 5.5 ਨਹੀਂ ਆਉਂਦੀ। ਹੁਣ ਰਹਿ ਗਈ ਗੱਲ, ਜਿਹੜੇ ਦੁੱਧੀ ਨੇ ਜ਼ਿਆਦਾ ਪੱਠਾਏ ਬਿਠਾ ਰਹੇ ਨੇ। ਜ਼ਿਮੀਂਦਾਰਾਂ ਤੋਂ ਪਿੰਡ ਚੋਂ 22-23 ਰੁਪਏ ਗਾਂ ਦਾ ਦੁੱਧ ਚੱਕਿਆ ਜਾ ਰਿਹਾ ਕਿਲੋ ਦੇ ਹਿਸਾਬ ਨਾਲ। ਅੱਗੇ ਵੇਚਿਆ ਜਿਹੜਾ ਉਹ ਮੱਝ ਦਾ ਜਿਹੜਾ ਉਹ ਵੱਧ ਤੋਂ ਵੱਧ 35 ਰੁਪਏ ਆ, ਕਿਤੇ ਹੋਵੇ 38 ਰੁਪਏ, ਨਹੀਂ ਤਾਂ 35-38 ਤੋਂ ਵੱਧ ਉਹ ਕਿਤੇ ਵੀ ਚੱਕਦੇ ਨਹੀਂ। ਉੱਥੇ ਕਿਲੋ ਦਾ ਚੱਕਦੇ ਆ। ਜਦੋਂ ਅੱਗੇ ਘਰਾਂ 'ਚ ਦਿੰਦੇ ਉੱਥੇ ਲੀਟਰ ਨਾਲ ਦਿੰਦੇ, ਯਾਨੀ ਕਿ ਉਹਨਾਂ ਨੇ ਲੀਟਰ ਤੇ ਕਿਲੋ ਦਾ ਅੰਤਰ ਜਿਹੜਾ ਇਹ ਗੜਵੀ ਰੱਖੀ ਆ ਕਿਲੋ ਵਾਲੀ, ਲੈਣਾ ਮਿਣ ਕੇ ਕਿਲੋ ਦਾ ਤੇ ਦੇਣਾ ਲੀਟਰ 'ਚ। ਪਹਿਲੀ ਗੱਲ ਤੇ ਇਹੀ। ਦੂਸਰੀ ਗੱਲ, ਸ਼ਹਿਰਾਂ ਦੇ ਵਿੱਚ ਜਿੰਨਾ ਦੁੱਧ ਆ ਰਿਹਾ, ਪਹਿਲੀ ਗੱਲ ਤੋਂ ਪਿਓਰ ਦੁੱਧ ਨਹੀਂ, ਮਿਲਾਵਟ ਆ। ਦੂਸਰੀ ਗੱਲ, 4.5 ਤੋਂ ਉੱਪਰ ਉਹਦੀ ਫੈਟ ਨਹੀਂ ਹੈ, ਪਰ 60 ਤੋਂ ਥੱਲੇ ਕਿਸੇ ਘਰ 'ਚ ਨਹੀਂ ਦੁੱਧ ਦਿੱਤਾ ਜਾ ਰਿਹਾ। ਫਿਰ ਮਾਰਜਨ ਕਿੱਥੇ ਜਾ ਰਿਹਾ? ਹੁਣ ਸਟ੍ਰਾਈਕਾਂ ਤਾਂ ਕਰਦੇ ਨੇ, ਪਰ ਗੱਲ ਤੇ ਇਹ ਆ ਕਿ ਦੁੱਧ ਹੀ ਕਰਨ ਕੀ ਡਏ ਹੋਏ ਨੇ? ਕੀ ਕਿਸੇ ਦੇ ਘਰੇ 5 ਫੈਟ ਦਾ ਦੁੱਧ ਦਿੱਤਾ ਜਾ ਰਿਹਾ? ਜੇ ਤੁਸੀਂ 60 ਰੁਪਏ ਲੈਂਦੇ ਤਾਂ ਸਿੱਧਾ ਕਿ 12 ਰੁਪਏ ਫੈਟ ਦੇ ਹਿਸਾਬ ਨਾਲ ਤੁਸੀਂ ਦੁੱਧ ਪਾ ਰਹੇ ਹੋ, ਕਿ 8 ਰੁਪਏ 30 ਪੈਸੇ ਦੇ ਹਿਸਾਬ ਨਾਲ ਉੱਥੇ ਪਿੰਡਾਂ 'ਚ ਚੱਕਿਆ ਜਾ ਰਿਹਾ। ਜਿੱਥੇ ਜਿਹੜਾ ਮਰਜ਼ੀ ਪਲਾਂਟ ਲੱਗਾ ਹੋਇਆ ਦੁੱਧ ਵਾਲਾ, ਉਹ 8 ਰੁਪਏ 30 ਪੈਸੇ ਇਹਨਾਂ ਨੂੰ ਉੱਥੇ ਦੇ ਰਹੇ ਆ। ਇਹਦੇ 'ਚ ਕੋਈ ਦੋ ਰਾਹ ਨਹੀਂ, ਮਹਿੰਗਾਈ ਆ। ਪਰ ਗੱਲ ਤੇ ਆ ਕਿ ਮਹਿੰਗਾਈ ਹੋਣ ਦੇ ਬਾਅਦ ਦੁੱਧ ਇੱਕ ਤਾਂ ਮਾੜਾ ਮਿਲਣਾ ਤੇ ਦੂਸਰਾ ਮਿਲਾਵਟ ਵਾਲਾ। ਇਹ ਦੋ ਚੀਜ਼ਾਂ ਦਾ ਇਲਾਜ ਕੀ ਆ? ਮੈਂ ਵੀ ਰੋਜ਼ ਲੜਦਾ। ਮੈਂ ਵੀ ਕੱਲ ਤਸੱਲੀ ਕਰਕੇ ਰਿਹਾ, ਅੱਜ ਸਵੇਰੇ ਦੁੱਧ ਦੀ ਕੀਤੀ। ਤੇ ਫਿਰ ਜਿਹੜਾ ਦੁੱਧ ਪਾਉਣ ਵਾਲਾ, ਅੰਕਲ ਜੀ ਦੁੱਧ ਪੂਰਾ? ਉਹ ਮੈਂ ਕਿਹਾ ਪਹਿਲਾਂ ਤਾਂ ਪੂਰਾ ਨਹੀਂ ਤੇਰਾ ਹੁੰਦਾ, ਜਿੱਦਣ ਪੂਰਾ ਹੁੰਦਾ ਤੇ ਉਦਣ ਲੱਸੀ ਹੁੰਦੀ ਆ। ਹੁਣ ਮੈਨੂੰ ਦੱਸ ਦੇ ਵੀ ਇਹ ਲਿਆਉਣਾ ਕੀ ਆ। ਮੈਂ ਕਿਹਾ ਮੈਂ ਸਵੇਰੇ ਫੋਨ ਕਰਤਾ ਉਹਨੂੰ, ਜਾ ਕੇ ਪੁੱਛਣੀ ਕਿ ਕੀ ਕਿਹਾ। ਹੁਣ ਗੱਲ ਤੇ ਆ ਕਿ ਨੀਅਤ ਸਾਰਿਆਂ ਦੀ ਮਾੜੀ ਆ। ਹਰ ਇੱਕ ਕਹਿੰਦਾ ਕਿ ਮੈਂ ਦੁੱਧ ਤੋਂ ਹੀ ਨਾ ਕੈਪਟਨ ਅਮਰਿੰਦਰ ਸਿੰਘ ਵਾਲਾ ਜਿਹੜਾ ਮੋਤੀ ਮਹਿਲ ਆ ਉਹ ਖਰੀਦ ਲਵਾਂ ਦਿਨ ਚੜ੍ਹਦੇ ਨੂੰ, ਠੀਕ ਹੈ ਨਾ। ਏਦਾਂ ਕੁਛ ਨਹੀਂ ਬਣਦਾ। ਔਰ ਮੈਂ ਇਹ ਵੀ ਦੇਖਿਆ, ਇੱਕ ਦਿਨ ਕੀ ਹੋਇਆ, ਦੁੱਧ ਪਾ ਕੇ ਗਿਆ, ਦੁੱਧ ਫਟ ਗਿਆ। ਮੈਂ ਫੋਨ ਲਾਇਆ, ਮੈਂ ਕਿਹਾ ਯਾਰ ਤੇਰਾ ਦੁੱਧ ਖਰਾਬ। ਕਹਿੰਦਾ ਅੱਛਾ। ਦੂਜੇ ਦਿਨ ਕਹਿੰਦਾ ਜੀ ਮੈਨੂੰ ਤੁਹਾਡੇ ਤੋਂ ਪਹਿਲਾਂ ਕਈਆਂ ਦੇ ਫੋਨ ਆ ਗਏ ਸੀ, ਫਿਰ ਮੈਂ ਪਾਉਣਾ ਬੰਦ ਕਰਤਾ, ਮੈਂ ਲਿਜਾ ਕੇ ਉਹਦਾ ਦਹੀਂ ਜਮਾ ਲਿਆ। ਹੁਣ ਜੇ ਤੈਨੂੰ ਪਤਾ ਸੀ ਤਾਂ ਤੂੰ ਪਾ ਕੇ ਕਿਉਂ ਗਿਆ? ਹੁਣ ਹਾਲਾਤਾਂ ਇਹ ਨੇ ਕਿ ਕੋਈ ਵੀ ਸਾਫ਼ ਸੁਥਰਾ ਨਹੀਂ ਹੈ। ਹਰ ਬੰਦਾ ਇੱਕੋ ਤੇ ਪਿਆ ਹੋਇਆ ਕਿ ਜੋ ਕੁਛ ਆ ਰਾਤੋਂ ਰਾਤ ਨਾ
मैं करोड़पति बन जा, मैं अरबपति बन जा, उस बंदे नूं पै गए असीं। तुसीं देखो अपने घरां 'च परमिंदर की हुंदा सी, दो गल्लां गिणियां जांदियां सी, कहंदे दुध ते पुੱਤ दो चीजां वेचियां नहीं जा सकदियां। हुण तां सारा कुछ वेच गया, छड्डिया ही कुछ नहीं। पुੱਤ भी वेचिया लोकां ने ते दुध भी वेचिया, वेचे ना। पहला किसी दे भी महाजन दे किते भी शहर 'च तुहाडे जान पछाण दे किसी दे कोई विआह हुंदा सी, कुछ हुंदा, कहंदे दुध चाहीदा, कहंदे परवाह ना कर। जिन्ना भी जान पछाण वाले हुंदे सारिआं नूं कहंदे सवेरे दुध इकट्ठा कर दिओ भी एक जगह शहर भेजना। कदी किसी तो पैसा टका लिया सी। हुण इह बन गया बिजनेस। बिजनेस भी जे ईमानदारी दा हुंदा ते चल जांदा, बिजनेस चल गया बेईमानी दा, ते जदों बेईमानी दा होवे फिर यही असर हुंदा। ते दूसरी गल ਇਹਦੇ ਤੋਂ ਨਿਜਾਤ ਤਾਂ ਮਿਲੇਗੀ ਪਿੰਡਾਂ 'ਚ ਲੋਕ ਆਪੋ ਆਪਣੀ ਗਾਈ ਤੇ ਮੱਝ ਰੱਖ ਲੈਣ, ਉਹ ਆਪੋ ਆਪਣੀ ਸਵੇਰ ਨੂੰ ਕੇਨੀ ਲੈ ਕੇ ਨਾ ਖੜੇ ਹੋਣ ਕਿ ਦੁੱਧ ਹੀ ਆਏਗਾ ਤੇ ਉਹਦੇ ਤੋਂ ਮੈਂ ਦੁੱਧ ਲਵਾਂਗਾ। ਜਦੋਂ ਤੱਕ ਇਹ ਸਿਸਟਮ ਨਹੀਂ ਬੰਦ ਕਰਦੇ ਉਨੀ ਦੇਰ ਤੱਕ ਲੁੱਟ ਜਿਹੜੀ ਚੱਲਦੀ ਰਹੇਗੀ। ਤੁਹਾਨੂੰ ਤੁਹਾਡੀ ਗਾਈ ਤੇ ਮੱਝ ਮਹਿੰਗੀ ਪਵੇ ਸਸਤੀ ਪਵੇ, ਘੱਟੋ ਘੱਟ ਤੁਹਾਨੂੰ ਇੰਨੀ ਤਾਂ ਤਸੱਲੀ ਹੋਏਗੀ ਕਿ ਜਿਹੜਾ ਦੁੱਧ ਚੋਇਆ ਉਹ ਚੱਜ ਦਾ ਤਾਂ ਹੈ ਨਾ। नहीं तो फिर वो जिहड़ा रामदेव वाला देस गाइयां की कहंदे ते गाइयां वाला की कहंदे हुंदे ऑर्गेनिक घिओ आउंदा, जदों लोग घरे लिया के गर्म करदे आ वो पता लगदा कि इहदा डालडा निकलिया सी, इह च रंग पाया सी, रंग उड़ गया। ठीक है ना। नहीं तो फिर वो कुछ इकट्ठा कर लो जित्थों कर सकदे। इस करके आ मंगा जायज भी ने, पर जायज मंगा दे विच बहुता कुछ नजायज आ। दूसरी गल ਜਿਹੜੇ ਮਿਲਕ ਪਲਾਂਟ ਲੱਗੇ ਇਹਦੇ 'ਚ ਕੋਈ ਦੋਰਾ नहीं, मिल्क प्लांट 'ਚ बहुत ਵੱਡੇ ਕਪੜੇ ਨੇ। ਜਿਹੜੇ ਵਿਅਕਤੀ ਉੱਥੇ ਬੈਠ ਗਏ ਉਹਨਾਂ ਨੇ ਆਪਣੀਆਂ ਰੋਟੀਆਂ ਸੇਕੀਆਂ ਨੇ, ਪੂਰੀ ਵਾਜਬ ਕੀਮਤ ਉਹਨਾਂ ਨੇ ਨਹੀਂ ਦਿੱਤੀ। ਉਹਨਾਂ ਕੋਲੇ ਕੀ ਆ, ਉਹਨਾਂ ਕੋਲੇ ਦੁੱਧ ਦੇ ਦੋ ਤਰ੍ਹਾਂ ਦੇ ਉਹਨਾਂ ਦੇ ਪੈਕਟ ਚੱਲ ਰਹੇ ਆ, 4.5 ਫੈਟ ਆ ਤੇ 6 ਫੈਟ ਆ। 6 ਤੋਂ ਵੱਧ ਫੈਟ ਦਾ ਉਹਨਾਂ ਨੇ ਕਦੀ ਦੁੱਧ ਬਾਜ਼ਾਰ 'ਚ ਨਹੀਂ ਦਿੱਤਾ। ਤੇ ਜਦੋਂ 6 ਫੈਟ ਵਾਲਾ ਚੱਕੋਗੇ ਤਾਂ ਤੁਹਾਨੂੰ 80 ਰੁਪਏ ਨੂੰ ਮਿਲਦਾ। ਤੇ ਫਿਰ ਉੱਥੇ ਵੀ ਦੇਖ ਲਓ ਨਾ, ਉਹਦੀ ਤੁਸੀਂ ਪਿੰਡਾਂ 'ਚੋਂ ਲਿਆ ਕੇ ਉਹਦਾ ਜਦੋਂ 6 ਫੈਟ ਦਾ ਉਹ ਤੁਸੀਂ 40-42 ਰੁਪਏ ਦਾ ਬੈਕਟ ਦੇ ਰਹੇ ਹੋ, ਤੇ ਫਿਰ ਕਿਹੜੇ ਬੰਨੇ ਜਾਣਾ ਕੰਮ। ਠੀਕ ਹੈ। ਬੜੀਆਂ ਵੈਸੇ ਦਿੱਕਤਾਂ ਸਿਸਟਮ ਦੇ ਵਿੱਚ ਆਈ ਜਾ ਰਹੀਆਂ ਨੇ, ਕਿਉਂਕਿ ਸਰਕਾਰਾਂ ਦਾ ਹਰ ਚੀਜ਼ ਤੇ ਅਗਰ ਚੈੱਕ ਹੋਵੇ, ਲੋਕਾਂ 'ਚ ਵੱਡੀ ਗੱਲ ਹੈ ਨਾ ਕਿ ਅਸੀਂ ਸਰਦਾਰ ਤਾਂ ਬਣ ਜਾਂਦੇ ਆ, ਸਰਦਾਰ ਬਣ ਜਾਂਦੇ ਆ, ਬ੍ਰਾਹਮਣ ਬਣ ਜਾਂਦੇ ਆ, ਨਾ ਸਾਨੂੰ ਬ੍ਰਹਮ ਦਾ ਗਿਆਨ ਆ, ਨਾ ਸਰਦਾਰੀ ਦਾ ਪਤਾ, ਤੇ ਨਾ ਮੁਸਲਮਾਨ ਅਸੀਂ ਬਣ ਜਾਂਦੇ ਆ। ਇਮਾਨ ਸਾਡੇ 'ਚ ਹੁੰਦਾ ਨਹੀਂ, ਇਹ ਬਦਕਿਸਮਤੀ ਹੈ। ਇਸ ਤਰ੍ਹਾਂ ਇੱਕ ਬੜੀ ਮੰਦਭਾਗੀ ਖਬਰ ਹੈ ਕਿ ਇੱਕ ਬਜ਼ੁਰਗ ਨੂੰ ਇਸ ਕਰਕੇ ਕੁੱਟ ਕੇ ਮਾਰ ਦਿੱਤਾ ਇੱਕ ਬੀਜੇਪੀ ਨੇਤਾ ਨੇ ਕਿ ਉਹ ਮੰਦਬੁੱਧੀ ਸੀ, ਉਹਦੇ ਮੂੰਹ 'ਚੋਂ ਕਿਤੇ ਆਪਣਾ ਹੈਗਾ ਤਾਂ ਜੈਨ ਧਰਮ ਦਾ ਸੀ, ਭੰਵਰ ਲਾਲ ਜੈਨ 65 ਸਾਲ ਦਾ, ਗਲਤੀ ਨਾਲ ਮੁਹੰਮਦ ਨਿਕਲ ਗਿਆ ਤੇ ਕੁੱਟ-ਕੁੱਟ ਕੇ ਬੀਜੇਪੀ ਦੇ ਸਿਰ ਫਿਰ ਨੇਤਾ ਨੇ ਰਤਲਾਮ ਦੇ ਵਿੱਚ ਉਸ ਬਜ਼ੁਰਗ ਦਾ ਕਤਲ ਕਰ ਦਿੱਤਾ। ਇੱਕ ਦੋ ਹੋਰ ਖਬਰਾਂ ਨੇ, ਉਹਨਾਂ ਤੇ ਚਰਚਾ ਕਰਾਂਗੇ। ਸਾਨੂੰ ਸਪੋਰਟ ਕੀਤਾ ਹੈ ਗੋਲਡਨ ਕੀ ਐਕਸਪ੍ਰੈਸ LLC ਪੈਨਸਿਲਵੇਨੀਆ ਵਾਲਿਆਂ ਨੇ, ਜੋ ਰੈਫ੍ਰਿਜਰੇਟਰ ਕੈਰੀਅਰ ਦਾ ਕੰਮ ਕਰਦੇ ਨੇ, ਜੋ ਤੁਹਾਨੂੰ ਸਿਰਫ ਰਿਫਰ ਦੇ ਲੋਡ ਦਿੰਦੇ ਨੇ। ਸੋ ਓਨਰ ਆਪਰੇਟਰ ਜਿਨ੍ਹਾਂ ਕੋਲ ਆਪਣੇ ਰਿਫਰ ਸਾਧਨ ਨੇ ਉਹ ਇਹਨਾਂ ਤੋਂ ਲੋਡ ਚੱਕ ਸਕਦੇ ਨੇ। ਲਰੀਡੋ ਟੈਕਸਸ, ਸਲੋਵੇਨੀਆ, ਮਿਸ਼ੀਗਨ, ਜੌਨਸਟਾਊਨ ਪੈਨਸਿਲਵੇਨੀਆ ਦੇ। ਇਹ ਕੰਪਨੀ ਦੇ ਡਾਇਰੈਕਟ ਲੋਡ ਦਿੰਦੇ ਨੇ, ਬ੍ਰੋਕਰ ਨਹੀਂ ਹੈ। ਗੋਲਡਨ ਕੀ ਐਕਸਪ੍ਰੈਸ LLC ਪੈਨਸਿਲਵੇਨੀਆ ਵਾਲੇ ਜਿਹੜੇ ਲੋਡ ਨੇ, ਇਹਨਾਂ ਦਾ ਜਿਹੜਾ ਤਾਪਮਾਨ ਹੈ ਰਿਫਰ ਦਾ 33 ਤੋਂ 54 ਡਿਗਰੀ ਦਰਮਿਆਨ ਹੈ ਤੇ ਫਰੋਜ਼ਨ ਲੋਡ ਬਹੁਤ ਘੱਟ ਹੁੰਦੇ ਨੇ, ਇਸ ਕਰਕੇ ਤੁਹਾਡਾ ਰਿਫਰ ਦਾ ਡੀਜ਼ਲ ਖਪਤ ਬਚਦੀ ਹੈ। ਸ਼ਿਪਰ ਟੂ ਸ਼ਿਪਰ ਟਰਾਂਸਫਰ ਲੋਡ ਨੇ। ਸੋ ਅਵਤਾਰ ਸਿੰਘ ਸੁਹਾਣਾ ਬੈਦਵਾਨ ਸਾਹਿਬ, ਉਹਨਾਂ ਦਾ ਕਾਰੋਬਾਰ ਹੈ, ਉਹਨਾਂ ਦੇ ਬੇਟੇ ਪ੍ਰਗਟ ਸਿੰਘ ਬੈਦਵਾਨ, ਗੋਲਡਨ ਕੀ ਐਕਸਪ੍ਰੈਸ .com ਇਹਨਾਂ ਦੀ ਵੈਬਸਾਈਟ ਹੈ ਤੇ ਈਮੇਲ ਹੈ goldenKeyExpress@gmail.com। ਪ੍ਰਗਟ ਸਿੰਘ ਬੈਦਵਾਨ ਹੋਰਾਂ ਦਾ ਨੰਬਰ ਹੈ 484 320 6700, 4843206700। ਸੈੱਲ ਫੋਨ ਹੈ 302 563 0080, 3025630080। ਤੇ ਇਸੇ ਤਰ੍ਹਾਂ ਬੇਕਰਸਫੀਲਡ ਇਲਾਕੇ 'ਚ ਵਿਚਰ ਰਹੇ ਹੋ ਤੇ ਮਾਰੋ ਟਰੱਕ ਟਰਾਲਿਆਂ ਨੂੰ ਬ੍ਰੇਕ। ਯੂਨੀਅਨ ਵਿਲੇਜ ਟਰੱਕ ਸ਼ਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਹੈ, ਜਿੱਥੇ ਦੇਸੀ ਘਿਓ ਦੇ ਪਰੌਂਠਿਆਂ ਦਾ ਦਹੀਂ ਨਾਲ ਲਾਓ ਲੁਤਫ ਇਹਨਾਂ ਦੀ ਖਾਸੀਅਤ ਹੈ। ਹੋਰ ਭਾਰਤੀ ਵਿਦੇਸ਼ੀ ਖਾਣੇ ਛਕੋ ਛਕਾਓ, ਟਰੱਕ ਤੋਂ ਆਓ, ਡੀਜ਼ਲ ਪਵਾਓ। ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਵਿਲੇਜ ਟਰੱਕ ਸ਼ਾਪ ਤੇ ਇੰਡੀਅਨ ਰੈਸਟੋਰੈਂਟ। ਐਡਰੈਸ ਹੈ 2201 ਸਾਊਥ ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ, ਜ਼ਿਪ ਕੋਡ 93307।
रोडवेज ट्रांसपोर्ट वाले सुखी घुम्मण होरां दा कारोबार है, जिन्हां दा नंबर है 661 304 7500 ते जैक घुम्मण होरां दा नंबर है 661 885 8858 ਤੇ ਸਾਨੂੰ ਸਪੋਰਟ ਕੀਤਾ ਬਾਈ ਬਲਵੀਰ ਸਿੰਘ ਸਮਾਨਪੁਰ ਪਰਿਵਾਰ ਨੇ, ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਟਰੱਕਾਂ ਦਾ ਸਮਾਨ ਸਮੱਗਰੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਹੈ ਇਹਨਾਂ ਦੀ ਕੈਲੀਫੋਰਨੀਆ ਦੇ ਵਿੱਚ ਲੌਸਟੇਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ ਲੌਸਟੇਲ ਐਗਜ਼ਿਟ 278 ਤੇ। ਇਸ ਲੋਕੇਸ਼ਨ ਤੇ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਲਿਕਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਾਦ ਉਪਯੋਗ ਕਰੋ। ਬਲਵੀਰ ਸਿੰਘ ਸਮਾਨਪੁਰ ਹੋਰਾਂ ਦਾ ਫਿਊਲ ਕੰਪਨੀ ਦਾ ਕਾਰੋਬਾਰ ਹੈ। ਇਹਨਾਂ ਦੀਆਂ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ, ਬਲਵੀਰ ਸਿੰਘ ਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ 425 232 84 13 425232 8413 ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ। ਵਾਸ਼ਿੰਗਟਨ ਫੀਲਡ ਸਰਵਿਸ ਹੈ, ਸਿਆਟਲ ਇਲਾਕੇ 'ਚ ਤੁਹਾਨੂੰ ਲੋਕਲ ਲੋਡ ਮੁਹੱਈਆ ਕਰਾਉਂਦੇ ਨੇ। ਡਰਾਈਵਿੰਗ ਦੀ ਜੌਬ ਚਾਹੀਦੀ ਹੈ ਤਾਂ ਅਵਰ ਲਈ ਬਹੁਤ ਅੱਛੇ ਵੇਜਲ ਪੇ ਕੀਤੇ ਜਾਂਦੇ ਨੇ। ਡਰਾਈਵਿੰਗ ਦੀ ਜੌਬ ਦੇ ਵਾਸਤੇ ਤੇ ਸਿਆਟਲ ਇਲਾਕੇ ਦੇ ਲੋਕਲ ਲੋਡ ਵਾਸਤੇ ਹਮੇਸ਼ਾ ਯਾਦ ਰੱਖੋ ਵਾਸ਼ਿੰਗਟਨ ਫੀਲਡ ਸਰਵਿਸ ਤੋਂ ਜਗਦੇਵ ਸਿੰਘ ਸੰਧੂ ਦਾ ਨੰਬਰ 253 266 6924 253 266 6924 ਤੇ ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 2063544060 ਨੰਬਰ ਹੈ ਗੈਰੀ ਧਾਲੀਵਾਲ ਹੋਰਾਂ ਦਾ। ਸੈਟਲ ਦੇ ਲੋਕਲ ਲੋਡ ਅਤੇ ਡਰਾਈਵਿੰਗ ਦੀ ਜੌਬ ਦੇ ਵਾਸਤੇ ਹਮੇਸ਼ਾ ਯਾਦ ਰੱਖੋ ਵਾਸ਼ਿੰਗਟਨ ਫੀਲਡ ਸਰਵਿਸ। ਤੇ ਬਾਈ ਸੁਖੀ ਘੁੰਮਣ ਹੋਰਾਂ ਦਾ ਕਾਰੋਬਾਰ ਹੈ, ਬੇਕਰਸਫੀਲਡ ਦੇ ਵਿੱਚ ਵਿਚਰ ਰਹੇ ਤੇ ਮਾਰੋ ਟਰੱਕ ਟਰਾਲਿਆਂ ਨੂੰ ਬ੍ਰੇਕ। ਯੂਨੀਅਨ ਵਿਲੇਜ ਟਰੱਕ ਸਟਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਬਣਿਆ। ਦੇਸੀ ਘਿਓ ਦੇ ਪਰੌਂਠਿਆਂ ਦਾ ਦਹੀਂ ਨਾਲ ਲੁਤਫ ਲਓ, ਇਹਨਾਂ ਦੀ ਖਾਸੀਅਤ ਹੈ। ਹੋਰ ਭਾਰਤੀ ਵਿਦੇਸ਼ੀ ਖਾਣੇ ਛਕੋ, ਛਕਾਓ, ਟਰੱਕ ਧੋਓ, ਡੀਜ਼ਲ ਪਾਓ। ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ। ਐਡਰੈਸ ਹੈ 2201 ਸਾਊਥ ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ, ਜ਼ਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਨੰਬਰ 661 304 7500 6613047500 ਤੇ ਜੈਕ ਘੁੰਮਣ ਹੋਰਾਂ ਦਾ ਨੰਬਰ ਹੈ 661 885 88 58 661885 8858। ਬਾਈ ਜੀ ਮਾਖਾ ਗੋਟ ਫਾਰਮਿੰਗ ਵਾਲੇ ਜੁੜ ਰਹੇ ਸੀ। ਬਾਈ ਜੀ ਮੇਰੇ ਕੋਲ ਨੰਬਰ ਮੈਨੂੰ ਕੱਢਣਾ ਪਊ। ਬੇਨਤੀ ਇੱਕ ਤੇ WhatsApp ਤੇ ਮੈਨੂੰ ਮੈਸੇਜ ਕਰ ਦਿਓ, ਨਾਲ ਆਪਣੇ Facebook ਤੇ YouTube ਪੇਜ ਤੇ ਲਿੰਕ ਜਿਹੜਾ ਆਪਣਾ ਪਾ ਦਿਓ, ਫੋਨ ਨੰਬਰ ਪਾ ਦਿਓ। ਕਈ ਵੀਰ ਮੰਗ ਰਹੇ ਨੇ, ਜਾਂ ਮੈਨੂੰ ਇਨਬਾਕਸ 'ਚ ਸੈਂਡ ਕਰਕੇ ਜਾਂ ਮੈਸੇਜ ਕਰ ਦਿਓ, ਕਾਲ ਕਰ ਲਓ ਦੁਬਾਰਾ। ਕਈ ਵੀਰ ਨੰਬਰ ਮੰਗ ਰਹੇ ਨੇ, ਉਹਨਾਂ ਦਾ ਬਹੁਤ ਅੱਛਾ ਕੰਮ ਕਰ ਰਹੇ ਨੇ ਮਾਖਾ ਸਾਹਿਬ। ਅੱਛਾ ਲੱਗਾ ਇਹਨਾਂ ਦਾ ਕੰਮਕਾਜ ਜਾਣ ਕੇ। ਸੁਰਿੰਦਰ ਵੀਰ ਦਾ ਜਿਹੜਾ ਪਿਛਲੇ ਦਿਨੀ ਆਪਣਾ ਸਮਰਾਲਾ ਇਲਾਕੇ ਦੇ ਵਿੱਚ ਨਿਹੰਗਾਂ ਨੇ ਸਮਰਾਲਾ ਦੇ ਮਜਾਲੀ ਪਿੰਡ ਦੇ ਇੱਕ 22 ਵਰ੍ਹਿਆਂ ਦੇ ਨੌਜਵਾਨ ਨੂੰ ਕੁੱਟ ਕੇ ਮਾਰ ਦਿੱਤਾ ਸੀ ਕਿ ਕਿਸੇ ਦੀ ਕੁੜੀ ਭਜਾ ਕੇ ਲੈ ਗਿਆ, ਹਾਲਾਂਕਿ ਗੱਲ ਹੋਰ ਸੀ। ਸੋ ਇਸ ਮਾਮਲੇ ਦੇ ਵਿੱਚ ਇਸ ਕਤਲ ਦੇ ਦੋਸ਼ ਦੇ ਵਿੱਚ 3 ਹੋਰ ਜਿਹੜੇ ਫਰਾਰ ਨੇ ਉਹ ਫੜੇ ਗਏ ਨੇ ਤੇ 9 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ। ਸੋ ਇਸ ਦੇ ਵਿੱਚ ਜਿਹੜੇ ਕੁਝ ਨਿਹੰਗ ਹੋਰ ਗ੍ਰਿਫਤਾਰ ਕੀਤੇ ਗਏ ਨੇ। ਸੋ ਇਹ 9 ਨਿਹੰਗਾਂ ਤੇ ਪਰਚਾ ਹੋਇਆ ਸੀ, ਜਿਨ੍ਹਾਂ ਚੋਂ ਅੱਜ ਫੇਰ ਕੁਝ ਲੋਕ ਫੜੇ ਗਏ ਨੇ। ਤੇ ਉਧਰ ਰਤਲਾਮ ਮੱਧ ਪ੍ਰਦੇਸ਼ ਦੇ ਵਿੱਚ ਜਿੱਥੇ ਬੀਜੇਪੀ ਦੀ ਸਰਕਾਰ ਹੈ, ਉੱਥੇ ਮੱਧ ਪ੍ਰਦੇਸ਼ ਦੇ ਸਭ ਤੋਂ ਵੱਡੀ ਉਮਰ ਦੇ ਬਜ਼ੁਰਗ ਨੇ 86 ਸਾਲ ਦਾ ਪਿਸਤਾ ਭਾਈ ਚਤੁਰ। ਇਹ ਧਰਮ ਪੱਖੋਂ ਇਹ ਜੈਨ ਨੇ। ਇਹਨਾਂ ਦਾ ਵੱਡਾ ਬੇਟਾ ਭੰਵਰ ਲਾਲ ਜੈਨ 65 ਸਾਲ ਦਾ ਹੈ। ਉਸ ਦੀ ਇੱਕ ਬੀਜੇਪੀ ਦੇ ਨੇਤਾ ਨੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। 15 ਮਈ ਨੂੰ ਇਹ ਸਾਰੇ ਲੋਕ ਚਿਤੌੜਗੜ੍ਹ ਗਏ ਸੀਗੇ ਭੇਰੂ ਜੀ ਪੂਜਾ ਦੇ ਵਾਸਤੇ। ਉੱਥੇ 16 ਮਈ ਨੂੰ ਇਹਨਾਂ ਨੇ ਪੂਜਾ ਕੀਤੀ ਤੇ ਇਹਨਾਂ ਦਾ ਵੱਡਾ ਬੇਟਾ ਸੀ ਜਿਹੜਾ ਭੰਵਰ ਲਾਲ ਉਹ ਲਾਪਤਾ ਹੋ ਗਿਆ। ਕਿਲੇ ਚੋਂ ਪੂਜਾ ਵਾਲੇ ਤੋਂ ਥੱਲੇ ਉਤਰਿਆ ਜਿੱਥੇ ਕੋਈ ਮੰਦਿਰ ਵਗੈਰਾ ਸੀ, ਥੋੜਾ ਜਿਹਾ ਮੈਂਟਲੀ ਸਿਕ ਸੀਗਾ, ਥੱਲੇ ਉਤਰਿਆ, ਲਾਪਤਾ ਹੋ ਗਿਆ ਤੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ। ਇਸ ਦੌਰਾਨ ਉੱਥੋਂ ਦੀ ਇੱਕ MC ਹੈ ਬੀਜੇਪੀ ਦੀ, ਉਸ ਦਾ ਪਤੀ ਹੈ ਦਿਨੇਸ਼ ਕੁਸ਼ਵਾਹਾ। ਇਹ ਵੈਸੇ ਵੀ ਪਹਿਲਾਂ ਬੜੀ ਗੁੰਡਾਗਰਦੀ ਕਰਦਾ। ਸੋ ਇਸ ਨੇ ਸਵੱਛ ਭਾਰਤ ਗਰੁੱਪ ਦੇ ਵਿੱਚ ਇਸ ਬਜ਼ੁਰਗ ਜਿਹੜਾ ਸੀ ਭੰਵਰ ਲਾਲ ਜੈਨ, ਇਹਦੀ ਕੁੱਟਮਾਰ ਕਰਦੇ ਦੀ ਵੀਡੀਓ ਪਾ ਦਿੱਤੀ। ਉਸ ਤੋਂ ਬਾਅਦ ਇਸ ਭੰਵਰ ਲਾਲ ਜੈਨ 65 ਸਾਲਾਂ ਦੀ ਲਾਸ਼ ਮਿਲੀ ਉਸ ਇਲਾਕੇ 'ਚ। ਸੋ ਵੀਡੀਓ ਜਦੋਂ ਵਾਇਰਲ ਹੋਇਆ ਬੀਜੇਪੀ ਦੇ ਇਸ ਪੇਜ ਤੇ, ਸਵੱਛ ਭਾਰਤ ਦੇ ਪੇਜ ਤੇ ਫਿਰ ਉਹ ਪਹਿਚਾਣ ਹੋਈ ਕਿ ਇਹ ਉਹੀ ਬਜ਼ੁਰਗ ਹੈ। ਪਰ ਇਹ ਜਿਹੜਾ ਸਿਰਫ ਰਿਹਾ ਬੀਜੇਪੀ ਦਾ ਫੀਲਾ ਹੈ ਕੋਈ, ਦਿਨੇਸ਼ ਕੁਸ਼ਵਾਹਾ ਬੜਾ ਤਲਵਾਰਾਂ ਕੱਢ ਕੇ, ਬੜੇ ਟਿੱਕੇ ਛਿੱਕੇ ਲਾ ਕੇ, ਬੜਾ ਆਪਣੇ ਆਪ ਨੂੰ ਜਿਹੜਾ ਖੁੰਖਾਰ ਪੇਸ਼ ਕਰਦਾ ਤੇ ਇਸ ਤੇ ਕਤਲ ਦਾ ਪਰਚਾ ਹੋਇਆ
ਤੇ ਇਸ ਦੌਰਾਨ ਰਾਜਸਥਾਨ ਦੇ ਵਿੱਚ ਪੂਰਨਿਮਾ ਦੇ ਮੌਕੇ ਇਹ ਪਰਿਵਾਰ ਜਿਹੜਾ ਹੈਗਾ ਮੱਧ ਪ੍ਰਦੇਸ਼ ਤੋਂ ਪੂਜਾ ਕਰਨ ਗਿਆ ਸੀ, ਜਿਸ ਦੌਰਾਨ ਇਹ 65 ਸਾਲ ਦਾ ਬਜ਼ੁਰਗ ਭੰਵਰ ਲਾਲ ਲਾਪਤਾ ਹੋਇਆ। ਤੇ ਇਹ ਕਿਤੇ ਜਦੋਂ ਕੱਲਾ ਸੀ, ਘੁੰਮਦਾ ਸੀ ਉੱਥੇ ਦੇਰ ਸਵੇਰ, ਤਾਂ ਇਸ ਬੀਜੇਪੀ ਦੇ ਨੇਤਾ ਨੇ ਇਸ ਨੂੰ ਫੜ ਲਿਆ, ਕਿਉਂਕਿ ਉਸ ਦਾ ਚਿਹਰਾ ਮੋਹਰਾ ਮੁਸਲਮਾਨਾਂ ਵਰਗਾ ਸੀਗਾ। ਹਾਲਾਂਕਿ ਉਸ ਦੇ ਕੋਲ ਕੋਈ ਆਇਡੈਂਟੀ ਨਹੀਂ ਸੀ। ਉਸ ਤੋਂ ਆਧਾਰ ਕਾਰਡ ਮੰਗ ਰਿਹਾ ਸੀ। ਉਹ ਕਹਿੰਦਾ ਉਹਦਾ ਨਾਮ ਪੁੱਛਿਆ, ਉਹਦੇ ਮੂੰਹ ਚੋਂ ਕਿਤੇ ਘਬਰਾਏ ਹੋਏ ਦੇ ਮੁਹੰਮਦ ਨਿਕਲ ਗਿਆ, ਮੁਹੰਮਦ ਟਾਈਪ। ਇਹਨੂੰ ਲੱਗਿਆ ਕਿ ਮੁਸਲਮਾਨ ਹੈ, ਹਾਲਾਂਕਿ ਉਹਦਾ ਨਾਮ ਭੰਵਰ ਲਾਲ ਸੀਗਾ। ਤੇ ਉਸ ਦੌਰਾਨ ਜਦੋਂ ਵਿਚਾਰਾ ਤਿਲ ਮਿਲਾ ਰਿਹਾ ਸੀ, ਵੀਡੀਓ ਵਾਇਰਲ ਆ, ਤੇ ਇਸ ਬੀਜੇਪੀ ਦੇ ਨੇਤਾ ਨੇ ਕੁੱਟ-ਕੁੱਟ ਕੇ ਉਸ ਦਾ ਕਤਲ ਕਰ ਦਿੱਤਾ। ਹਾਲਾਂਕਿ ਮਰਨ ਵਾਲਾ ਭੰਵਰ ਲਾਲ ਜੈਨ ਵੀ ਬੀਜੇਪੀ ਦੇ ਇੱਕ ਵਰਕਰ ਜਾਂ ਵੱਡੇ ਨੇਤਾ ਦਾ ਹੀ ਭਰਾ ਹੈ। ਤੇ ਇਸ ਕਰਕੇ ਮਜ਼ਹਬ ਦੀ ਨਫ਼ਰਤ ਇੰਨੀ ਹੋਈ ਪਈ ਹੈ ਸਿਰਫ ਇਹ ਲੋਕਾਂ 'ਚ ਕਿ ਉਸ ਬਜ਼ੁਰਗ ਨੂੰ ਸਿਰਫ ਉਹਦੇ ਮੂੰਹ 'ਚੋਂ ਮੁਹੰਮਦ ਕਿਤੇ ਗਲਤੀ ਨਾਲ ਨਿਕਲਿਆ ਜਾਂ ਪੂਰਾ ਨਹੀਂ ਨਿਕਲਿਆ, ਜੈਨੀ ਹੈ, ਹਿੰਦੂ ਹੈ, ਬੀਜੇਪੀ ਦਾ ਜੈਨ ਧਰਮ ਦਾ, ਤੇ ਬੀਜੇਪੀ ਦੇ ਨੇਤਾ ਦਾ ਹੀ ਇਹਦਾ ਛੋਟਾ ਭਰਾ ਭੰਵਰ ਲਾਲ ਜਿਹੜਾ ਮਰਿਆ, ਇਹਦਾ ਛੋਟਾ ਭਰਾ ਆਲਰੇਡੀ ਬੀਜੇਪੀ ਦਾ ਨੇਤਾ ਹੈ। ਤੁਸੀਂ ਵੇਖੋ ਕਿ ਐਡਾ ਦਿਮਾਗ ਲੋਕਾਂ ਦਾ ਖਰਾਬ ਹੋਇਆ। ਸੋ ਰਾਜਸਥਾਨ ਦੇ ਵਿੱਚ ਜਾ ਕੇ ਪੂਜਾ ਕਰਨਾ ਇਸ ਪਰਿਵਾਰ ਨੂੰ ਮਹਿੰਗਾ ਪੈ ਗਿਆ। ਕਿਸ ਪਾਸੇ ਨੂੰ ਜਾ ਰਿਹਾ ਸਾਰਾ ਇਹ ਧਰਮਾਂ ਦਾ ਸਿਲਸਿਲਾ ਬਾਈ ਜੀ, ਹੈਰਾਨੀ ਇਸ ਗੱਲ ਦੀ ਹੈ। ਤੇ ਉਧਰ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਦਾ ਐਸੋਸੀਏਟ ਪ੍ਰੋਫੈਸਰ ਹੈ ਰਤਨ ਲਾਲ, ਧਰਮ ਪੱਖੋਂ ਹਿੰਦੂ ਹੈ। ਵਾਰਾਣਸੀ ਦੇ ਵਿੱਚ ਜਿਹੜੀ ਗਿਆਨਵਾਪੀ ਮਸਜਿਦ ਹੋਈ ਹੈ, ਉਸ ਤੇ ਸ਼ਿਵਲਿੰਗ ਜੋ ਮਿਲਿਆ ਸੀ, ਉਸ ਬਾਰੇ ਕੋਈ ਪੋਸਟ ਇਹਨੇ ਲਿਖ ਦਿੱਤੀ। ਉਸ ਬਣਾ ਤੇ 295 ਅਧੀਨ ਗ੍ਰਿਫਤਾਰ ਕਰ ਲਿਆ। ਚਲੋ ਅੱਜ ਦਿੱਲੀ ਦੀ ਅਦਾਲਤ ਨੇ ਇਸ ਨੂੰ ਜ਼ਮਾਨਤ ਦੇ ਦਿੱਤੀ। ਇਸ ਤੇ ਵੀ ਹਮਲਾ ਜਿਹੜਾ ਹੋਇਆ। ਧਰਮ ਮਜ਼ਹਬ ਦੀ ਰਾਜਨੀਤੀ ਕਿਸ ਪੱਧਰ ਤੋਂ ਕਿਸ ਪੱਧਰ ਨੂੰ ਜਾ ਰਹੀ ਹੈ ਜੀ ਸੁਰਿੰਦਰ? ਦੁਨੀਆ ਸਾਰੀ ਦੇ ਅੰਦਰ ਸਭ ਤੋਂ ਨੀਵੀਂ ਪੱਧਰ ਦੀ, ਯਾਨੀ ਕਿ ਕਹਿ ਦੋ ਕਿ ਖੂਹ ਖਾਤੇ ਪੈ ਰਹੀ ਹੈ, ਉੱਥੋਂ ਤੱਕ ਜਾ ਰਹੀ ਹੈ, ਜਿਹਦੇ ਜਾਂ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਮੱਕੇ ਤੋਂ ਅਗਲੇ ਬੰਨੇ ਉਜਾੜ ਆ, ਯਾਨੀ ਕਿ ਉੱਥੋਂ ਤੱਕ ਪਹੁੰਚਣ ਲੱਗੀ ਹੈ। ਇਹ ਪਹੁੰਚ ਰਹੀ ਹੈ ਕਿਉਂਕਿ ਰਾਜਨੀਤੀ ਇਹਦੇ ਸਿਰ ਤੇ ਖੜੀ ਹੈ। ਜੇ ਰਾਜਨੀਤੀ ਕਰਨੀ ਆ ਤੇ ਇਹ ਕੁਝ ਕਰਨਾ ਪੈਣਾ, ਕਿਉਂਕਿ ਜੇ ਧਰਮ ਦਾ ਏਜੰਡਾ ਨਹੀਂ ਲੈ ਕੇ ਚੱਲਣਗੇ ਤਾਂ ਫਿਰ ਅਗਲੀ ਚੋਣ ਕਾਹਦੇ ਸਿਰ ਤੇ ਜਿੱਤਣੀ ਹੈ? ਧਰਮ ਦਾ ਤਾਂ ਹਊਆ ਖੜਾ ਕਰਨਾ, ਅੱਤਵਾਦ ਦਾ ਹਊਆ ਖੜਾ ਕਰਨਾ, ਪਾਕਿਸਤਾਨ ਦਾ ਹਊਆ ਖੜਾ ਕਰਨਾ। ਜਦੋਂ ਕਿ ਮੈਂ ਕਹਿੰਦਾ ਕਿ ਜੇ ਕਿਤੇ ਸੰਜੀਦਗੀ ਨਾਲ ਬੈਠ ਕੇ ਸੋਚ ਲਿਆ ਜਾਵੇ, ਪਾਕਿਸਤਾਨ ਨਾਲ ਸੰਬੰਧ ਸੁਖਾਵੇਂ ਬਣ ਜਾਣ, ਤਾਂ ਜਿਹੜਾ ਸਰਕਾਰਾਂ ਦੋਨਾਂ ਦਾ ਬਥਾਵਾ ਪੈਸਾ ਖਰਚ ਕੀਤਾ ਜਾ ਰਿਹਾ ਬਾਰਡਰਾਂ ਤੇ, ਉਹਦੀ ਜ਼ਰੂਰਤ ਹੀ ਨਾ ਪਵੇ। ਯਾਨੀ ਕਿ ਦੋਨੋਂ ਦੇਸ਼ਾਂ ਦੇ ਲੋਕ ਜਿਹੜੇ ਆ ਉਹ ਆਰਾਮ ਨਾਲ ਰਹਿਣਾ ਚਾਹੁੰਦੇ ਆ, ਪਰ ਰਾਜਨੀਤਿਕ ਲੋਕ ਉਹਨਾਂ ਨੂੰ ਰਹਿਣ ਨਹੀਂ ਦੇਣਾ ਚਾਹੁੰਦੇ ਕਿ ਰਾਜਨੀਤੀ ਦੋਨੋਂ ਬੰਨੇ ਕੱਟੜਤਾ ਦੀ ਆ, ਇੱਧਰ ਵੀ ਹੈ ਤੇ ਉੱਧਰ ਵੀ ਹੈ। ਜੇ ਆਪਾਂ ਕਹਿ ਦਈਏ ਉੱਧਰ ਕੋਈ ਘੱਟ ਹੋਵੇ, ਘੱਟ ਕੋਈ ਨਹੀਂ ਹੈ। ਇਹ ਤਾਂ ਇੱਕ ਸਾਡੇ ਲਈ ਹਵਾ ਦਾ ਬੁੱਲਾ ਚੱਜ ਦਾ ਆਇਆ ਇਮਰਾਨ ਖਾਨ ਤੇ ਨਵਜੋਤ ਸਿੱਧੂ ਦੇ ਹੁੰਦਿਆਂ ਹੋਏ। ਉਸ ਤੋਂ ਪਹਿਲਾਂ ਕਿਹੜੇ ਆਏ? ਬੱਸ ਭਰ ਕੇ ਤਾਂ ਅਟਲ ਬਿਹਾਰੀ ਵਾਜਪੇਈ ਵੀ ਲੈ ਕੇ ਗਏ ਸੀਗੇ, ਤੇ ਆਉਂਦੀ ਵਾਰ ਕੋਈ ਭੇਡੂ ਚੱਕੀ ਆਉਂਦਾ ਸੀ, ਕੋਈ ਚੱਕੀ ਆਉਂਦਾ ਸੀ, ਤੇ ਕੱਲੇ ਆਪਣਾ ਕੀ ਨਾਮ ਨਰਿੰਦਰ ਮੋਦੀ ਵੀ ਬਗੈਰ ਦੱਸਿਆਂ ਤੋਂ ਹੀ ਜਾ ਕੇ ਜਹਾਜ਼ ਉਤਾਰ ਲਿਆ ਸੀਗਾ, ਕਹਿੰਦੇ ਨਵਾਜ਼ ਸ਼ਰੀਫ ਨੂੰ ਵਧਾਈ ਦੇ ਕੇ ਜਾਣੀ। ਗੱਲਾਂ ਇਹ ਨੇ ਕਿ ਦੋਨਾਂ ਦੇਸ਼ਾਂ ਦੀਆਂ ਜਿਹੜੀਆਂ ਪੋਲੀਟੀਕਲ ਲੋਕ ਨੇ ਉਹ ਕਦੀ ਵੀ ਨਹੀਂ ਚਾਹੁੰਦੇ ਕਿ ਦੋਨਾਂ ਦੇਸ਼ਾਂ ਦੇ ਵਿੱਚ ਸ਼ਾਂਤੀ ਹੋ ਜਾਏ ਤੇ ਬਾਰਡਰ ਸ਼ਾਂਤ ਹੋ ਜਾਏ। ਦੋਨਾਂ ਨੂੰ ਇਹ ਪਤਾ ਕਿ ਜਿਹੜੇ ਕੰਮ ਦੇ ਉੱਤੇ, ਜਿਹੜੇ ਏਜੰਡੇ ਦੇ ਉੱਤੇ ਅਸੀਂ ਵੋਟਾਂ ਥਿਆਉਣੀਆਂ ਨੇ, ਜੇ ਉਹ ਸਾਰਾ ਕੁਝ ਖਤਮ ਹੋ ਗਿਆ ਤੇ ਫਿਰ ਸਾਡੀ ਪੁੱਛ ਪ੍ਰਤੀਤ ਖਤਮ ਹੋ ਜਾਣੀ। ਚਾਹੇ ਉਹ ਦੇਸ਼ ਦੇ ਅੰਦਰ ਹੋਵੇ, ਚਾਹੇ ਉਹ ਸਰਹੱਦ ਤੇ ਹੋਵੇ, ਤੇ ਚਾਹੇ ਦੇਸ਼ ਤੋਂ ਬਾਹਰ ਹੋਵੇ, ਸਾਰੀ ਜਗ੍ਹਾ ਤੇ ਇਹੀ ਕੁਝ ਚੱਲ ਰਿਹਾ। ਹੁਣ ਤੁਸੀਂ ਦੇਖੋ, ਕਦੀ ਕਿਸੇ ਨੇ ਵਾਰਾਣਸੀ ਦਾ ਨਹੀਂ ਸੀ ਸੋਚਿਆ ਵੀ ਇੱਥੇ ਵੀ ਆਹ ਕੁਝ ਹੋਏਗਾ। ਠੀਕ ਆ, ਸਭ ਨੂੰ ਇਹ ਸੀਗਾ ਕਿ ਅਯੁੱਧਿਆ ਤੋਂ ਬਾਅਦ ਇਹਨਾਂ ਨੇ ਮਥੁਰਾ ਵੱਲ ਨੂੰ ਆਉਣਾ, ਤੇ ਆਗਰੇ ਦਾ ਤਾਂ ਕਿਸੇ ਨੇ ਸੋਚਿਆ ਹੀ ਨਹੀਂ ਸੀ, ਤੇ ਕਿਸੇ ਨੇ ਕੁਤਬ ਮੀਨਾਰ ਦਾ ਵੀ ਨਹੀਂ ਸੀ ਸੋਚਿਆ। ਪਰ ਹੁਣ ਗੱਲ ਤੇ ਇਹ ਆ ਵੀ ਮੈਂ ਇੱਕ ਪੋਸਟ ਹੋਰ ਵੀ ਦੇਖ ਰਿਹਾ ਸੀਗਾ, ਪਰ ਪੋਸਟ ਮੈਨੂੰ ਉਹ ਸਹੀ ਪਈ ਲੱਗੀ ਆ ਵੀ ਪਾਉਣ ਵਾਲਾ ਸਹੀ ਆ, ਪਰ ਪੋਸਟ ਜਿਸ ਸੰਬੰਧ 'ਚ ਪਈ ਹੋਈ ਆ ਮੈਨੂੰ ਉੱਥੇ ਨਹੀਂ ਕੁਝ ਦੇਖਿਆ ਵੀ ਉੱਥੇ ਇੱਟ ਕਿਹੜੀ ਲੱਗੀ ਆ। ਇੱਕ ਇੱਟ ਦੇ ਉੱਤੇ ਰਾਮ ਲਿਖਿਆ ਹੋਇਆ। ਗਜਿੰਦਰ ਸਿੰਘ ਆ ਦਲ ਖਾਲਸਾ ਦਾ ਮੁਖੀ ਸੀ,
1981 ਚ ਸਭ ਤੋਂ ਪਹਿਲਾਂ ਜਹਾਜ਼ ਅਗਵਾ ਕਰਕੇ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਗ੍ਰਿਫਤਾਰੀ ਹੋਈ ਆ, ਉਹ ਜਹਾਜ਼ ਅਗਵਾ ਕਰਕੇ ਪਾਕਿਸਤਾਨ ਚ ਲੈ ਕੇ ਗਿਆ ਸੀ। ਜਲਾਵਤਨੀ ਕੱਟ ਰਿਹਾ ਅੱਜ ਵੀ ਪਾਕਿਸਤਾਨ ਚ। ਉਹ ਇੱਕ ਵਾਰ ਸ਼ਾਇਦ ਉਹਨੇ ਜਰਮਨ ਜਾਣ ਦੀ ਕੋਸ਼ਿਸ਼ ਕੀਤੀ ਸੀ, ਲੇਕਿਨ ਡਿਪੋਰਟ ਕਰ ਦਿੱਤਾ ਗਿਆ ਸੀ, ਦੁਬਾਰਾ ਪਾਕਿਸਤਾਨ ਚ ਹੀ ਹੈ। ਉਹਨਾਂ ਦੀ ਪੋਸਟ ਪਈ ਹੋਈ ਆ, ਕਿਸੇ ਨੇ ਸ਼ੇਅਰ ਕੀਤੀ ਹੋਈ ਆ, ਮੈਂ ਦੇਖੀ ਉਹਨੂੰ। ਉਹਦੇ ਚ ਲਿਖਿਆ ਹੋਇਆ ਕਿ ਜਿਹੜੀਆਂ ਦਰਬਾਰ ਸਾਹਿਬ ਦੇ ਥੱਲੇ ਰਾਮ ਲਿਖੀਆਂ ਇੱਟਾਂ ਲਾਈਆਂ ਜਾ ਰਹੀਆਂ, ਇੱਕ ਦਿਨ ਇਹਨਾਂ ਇੱਟਾਂ ਨੇ ਵੀ ਕੀ ਕਹਿੰਦੇ ਹੁੰਦੇ ਆ, ਦਰਬਾਰ ਸਾਹਿਬ ਜਿਹੜਾ ਉਹ ਵੀ ਤੁਹਾਡੇ ਤੋਂ ਖੋਣ ਦਾ ਕੋਈ ਕੀ ਕਹਿੰਦੇ ਹੁੰਦੇ ਨੀਂਹ ਰੱਖ ਦੇਣੀ ਆ। ਪਰ ਮੈਨੂੰ ਤਾਂ ਲੱਗੀ ਨਹੀਂ ਕਿ ਰਾਮ ਵਾਲੀਆਂ ਇੱਟਾਂ ਜਿਹੜੀਆਂ ਉਹ, ਕਿਉਂਕਿ ਜਦੋਂ ਤੋਂ ਕਾਰ ਸੇਵਾ ਹੋਊਗੀ ਸਰੋਵਰ ਦੀ, ਉਹ ਤਾਂ ਉਸ ਟਾਈਮ ਦੇ ਉੱਤੇ ਆ ਕਿ ਦਰਬਾਰ ਸਾਹਿਬ ਦੇ ਥੱਲੇ 20 ਸਾਲ ਬਾਅਦ ਜੋ ਸੇਵਾ ਹੁੰਦੀ ਆ, ਉਸ ਵੇਲੇ ਹੁੰਦਾ ਕਿ ਪਾਣੀ ਦੇ ਵਿੱਚ ਆ ਤੇ ਇਹਨੂੰ ਆਪਾਂ ਉਹਦੀ ਰੈਨੋਵੇਸ਼ਨ ਥੱਲੇ ਤੋਂ ਕਿੱਦਾਂ ਕਰਨੀ ਹੈ। ਲੇਕਿਨ ਉੱਥੇ ਮੈਨੂੰ ਇੱਟ ਲੱਗਣ ਵਾਲੀ ਤੇ ਗੱਲ ਕਿਤੇ ਲੱਗੀ ਨਹੀਂ ਕਿ ਕਿਹੜਾ ਸੀਵਰੇਜ ਅੰਦਰ ਪੈ ਰਿਹਾ, ਕਿਹੜੇ ਉਹ ਸੀਵਰੇਜ ਚ ਇੱਟ ਲੱਗ ਗਈ, ਮੈਨੂੰ ਤਾਂ ਕਿਤੇ ਦਿਖੀ ਨਹੀਂ ਅੱਜ ਤੱਕ। ਮੈਂ ਕੁਝ ਜਗ੍ਹਾ ਤੋਂ ਗਜਿੰਦਰ ਸਿੰਘ ਹੋਰਾਂ ਨੇ ਪਾਈ ਹੈ ਜਾਂ ਉਹਨਾਂ ਦੇ ਪੇਜ ਤੋਂ ਪਾਈ? ਕਿਹਨੇ ਪਾਈ? ਗਜਿੰਦਰ ਸਿੰਘ ਉਹਨਾਂ ਦੇ ਪੇਜ ਤੇ ਪਈ ਹੋਈ ਆ, ਅੱਗੇ ਕਿਸੇ ਨੇ ਸ਼ੇਅਰ ਕੀਤੀ ਹੋਈ ਆ। ਅੱਛਾ, ਵੀ ਇਹ ਰਾਮ ਲਿਖਿਆ ਹੋਇਆ ਇੱਟਾਂ? ਹਾਂ, ਇੱਟ ਤੇ ਰਾਮ ਲਿਖਿਆ ਹੋਇਆ, ਇੱਟ ਪਾਈ ਹੋਈ ਆ ਇੱਕ ਬੰਨੇ ਸਾਰਾ ਕੁਝ ਲਿਖਿਆ ਹੋਇਆ। ਪਰ ਮੈਂ ਉਹਨੂੰ ਕੁਝ ਜਗ੍ਹਾ ਤੋਂ ਕਨਫਰਮ ਕਰਨ ਦੀ ਕੋਸ਼ਿਸ਼ ਕੀਤੀ ਪਰ ਹੋਈ ਨਹੀਂ, ਕਿਉਂਕਿ ਟਾਈਮ ਥੋੜਾ ਸੀਗਾ। ਫਿਰ ਪ੍ਰੋਗਰਾਮ ਸਟਾਰਟ ਹੋ ਗਿਆ, ਮੈਂ ਕਿਹਾ ਚਲੋ ਬਾਅਦ ਚ ਕਨਫਰਮ ਕਰ ਲਾਂਗੇ, ਅੱਗੇ ਸੋਮਵਾਰ ਨੂੰ ਪ੍ਰੋਗਰਾਮ ਚ ਲੈ ਲਾਂਗੇ। ਪਰ ਗੱਲ ਇਹ ਹੈ ਕਿ ਮੈਨੂੰ ਕਿਤੇ ਦਿਖਾਈ ਨਹੀਂ ਦਿੱਤੀ ਹੁਣ ਤੱਕ। ਮਤਲਬ ਫਿਰ ਮੈਂ ਉਹਨੂੰ ਇਸ ਸੈਕਸ਼ਨ ਚੱਲੇ। ਨਾਲੇ ਜਿਹੜਾ ਬ੍ਰਾਂਡ ਹੈ ਉਹ ਪੁਰਾਣੀਆਂ ਇੱਟਾਂ ਤਾਂ ਨਾਨਕਸ਼ਾਹੀ ਇੱਟਾਂ ਤੱਕ ਤਾਂ ਚਲੋ ਇਤਿਹਾਸ ਮਿਲਦਾ, ਤੇ ਉਹ ਸ਼੍ਰੀ ਰਾਮ ਜੀ ਦੇ ਵਕਤ ਤਾਂ ਕੋਈ ਇੱਟਾਂ ਹੀ ਨਹੀਂ ਸੀਗੀਆਂ। ਇਹ ਠੀਕ ਹੈ ਕਿ ਅਯੁੱਧਿਆ ਸੀ ਜਦੋਂ ਇੱਟਾਂ ਉਦੋਂ ਲੋਕ ਲੈ ਕੇ ਆਏ ਸੀਗੇ, ਨਾਲੇ ਉਦੋਂ ਇਹ ਭੱਠਿਆਂ ਦਾ ਕੰਸੈਪਟ ਹੀ ਨਹੀਂ ਸੀ, ਆਵਿਆਂ ਦਾ ਕੰਸੈਪਟ ਸੀ, ਨਾਨਕਸ਼ਾਹੀ ਇੱਟਾਂ ਤੱਕ ਸੀ। ਉਹਨਾਂ ਇੱਟਾਂ ਤੇ ਵੀ ਕੋਈ ਮਾਰਕੇ ਨਹੀਂ ਹੈਗੇ। ਮਾਰਕੇ ਲਾਉਣ ਦਾ ਰਿਵਾਜ ਤਾਂ ਹੁਣ 150 ਸਾਲਾਂ ਤੋਂ ਪਿਆ ਹੈ ਨਾ। ਜਦੋਂ ਭੱਠਿਆਂ ਦੀ ਬ੍ਰਾਂਡਿੰਗ ਹੋਈ, ਬ੍ਰਿਕਸ ਦਾ ਜੋ ਕੰਮ ਹੈ, ਬ੍ਰਿਕਸ ਉਦਯੋਗ ਦਾ, ਉਦੋਂ ਮਤਲਬ ਮਾਰਕਾ ਆਪਣਾ ਭੱਠਿਆਂ ਤੇ ਲੱਗਿਆ, ਕੋਈ ਨਾਂ ਲਿਖਦਾ, ਕੋਈ ਕੁਛ ਲਿਖਦਾ। ਉਸ ਤੋਂ ਪਹਿਲਾਂ ਤਾਂ ਜਿੰਨੇ ਵੀ ਇੱਟਾਂ ਬਣਦੀਆਂ ਸੀ, ਸਰਹੰਦੀ ਇੱਟਾਂ ਜਾਂ ਨਾਨਕਸ਼ਾਹੀ ਇੱਟਾਂ ਜੋ ਵੀ ਆ, ਉਹਨਾਂ ਤੇ ਕਿਸੇ ਤੋਂ ਕੋਈ ਮਾਰਕਾ ਹੀ ਨਹੀਂ ਹੈਗਾ। ਸਾਈਜ਼ ਜ਼ਰੂਰ ਉਹਨਾਂ ਦਾ ਵੱਡਾ ਛੋਟਾ ਹੈਗਾ। ਪਰ ਗੱਲ ਇਹ ਹੈ ਨਾ ਕਿ ਜਦੋਂ ਅਗਲਿਆਂ ਨੇ ਕਰਨਾ ਤੇ ਫਿਰ ਗੱਲ ਉਹੀ ਹੈ ਨਾ ਕਿ ਸ਼ੇਰ ਨੇ ਜਦੋਂ ਲੇਲੇ ਨੂੰ ਖਾਣਾ, ਕਹਿੰਦਾ ਮੇਰਾ ਪਾਣੀ ਗੰਧਲਾ ਕਰਦਾ, ਉਹਦਾ ਕਹਿੰਦਾ ਜਨਾਬ ਪਾਣੀ ਤਾਂ ਤੁਹਾਡੇ ਵੱਲੋਂ ਮੇਰੇ ਨੂੰ ਆਉਂਦਾ। ਕਹਿੰਦਾ ਫਿਰ ਤੇਰੀ ਮਾਂ ਪਿਓ ਨੇ ਗੰਧਲਾ ਕੀਤਾ, ਉਹ ਗਰਦਨ ਹੀ ਮਰੋੜਨੀ ਜਦੋਂ, ਫਿਰ ਜੋ ਮਰਜ਼ੀ ਹੋਵੇ। ਖੈਰ ਸੁਰਿੰਦਰ ਵੀਰ, ਉਧਰ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਕੁਝ ਜਥੇਬੰਦੀਆਂ ਨਿਤਰੀਆਂ ਨੇ। ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਤੋਂ ਲੈ ਕੇ ਬਾਬਲ ਕਲਾਂ ਗੋਲੀਕਾਂਡ ਤੱਕ ਨਵਜੋਤ ਸਿੰਘ ਸਿੱਧੂ ਨੇ ਜੋ ਕੰਮ ਕੀਤਾ, ਇਸ ਸੰਬੰਧੀ ਜਿਹੜੀਆਂ ਜਲੰਧਰ ਦੀਆਂ ਜਥੇਬੰਦੀਆਂ ਨੇ ਉਹ ਇਸ ਦੇ ਹੱਕ ਦੇ ਵਿੱਚ ਆਈਆਂ ਨੇ। ਨਵਜੋਤ ਸਿੰਘ ਸਿੱਧੂ ਨੇ ਰਾਤ ਦਾ ਖਾਣਾ ਨਹੀਂ ਖਾਧਾ ਤੇ ਉਸ ਨੂੰ ਜਿਹੜਾ ਕਿਤੇ ਨਾ ਕਿਤੇ ਕੈਦੀ ਨੰਬਰ ਵੀ ਅਲਾਟ ਹੋ ਗਿਆ, ਤੇ ਇਸ ਦੌਰਾਨ ਨੰਬਰ ਵੀ ਉਸਦਾ ਕਾਫੀ ਵੱਡਾ ਲੰਮਾ ਚੌੜਾ ਉਸ ਨੂੰ ਮਿਲਿਆ, ਤੇ 90 ਰੁਪਏ ਉਸ ਨੂੰ ਮੁਸ਼ੱਕਤ ਮਿਲੇਗੀ। 2-3 ਮਹੀਨੇ ਉਹ ਫਿਲਹਾਲ ਜਿਹੜਾ ਉਸ ਦੀ ਟ੍ਰੇਨਿੰਗ ਹੋਏਗੀ, ਉਸ ਤੋਂ ਬਾਅਦ ਉਸ ਨੂੰ ਕੋਈ ਨਾ ਕੋਈ ਕੰਮ ਮਿਲੇਗਾ। ਕੈਦੀ ਨੰਬਰ 2,41,383, ਐਡਾ ਵੱਡਾ ਕੈਦੀ ਨੰਬਰ, ਜਾਂ ਪਿਛਲਾ ਨੰਬਰ ਖੈਰ ਲਾਦੇ ਹੋਣੇ 383 ਨੰਬਰ, 10 ਨੰਬਰ ਬੈਰਕ ਚ ਤੇ 11 ਚ ਮਜੀਠਾ ਹੋਰੀ ਨੇ। ਤੇ ਉਸ ਦੌਰਾਨ ਰਾਤ ਦਾ ਖਾਣਾ ਉਸਨੇ ਨਹੀਂ ਖਾਧਾ, ਅਜੇ ਕੋਈ ਸੈਟਿੰਗ ਸਿਸਟਮ ਦੀ ਨਹੀਂ ਹੋ ਰਹੀ। 3 ਮਹੀਨੇ ਬਿਨਾਂ ਤਨਖਾਹ ਤੋਂ ਕੰਮ ਕਰੇਗਾ, 90 ਰੁਪਏ ਰੋਜ਼ਾਨਾ ਉਜਰਤ ਮਿਲੇਗੀ, ਤੇ ਰੰਗੀਨ ਕੱਪੜੇ ਛੱਡ ਕੇ ਕੈਦੀਆਂ ਵਾਲੇ ਕੱਪੜੇ ਪਹਿਨਣੇ ਹੋਣਗੇ। ਤੇ ਇਸ ਦੌਰਾਨ ਫਿਰ 3 ਮਹੀਨੇ ਕੋਈ ਮਜ਼ਦੂਰੀ ਨਹੀਂ, ਟ੍ਰੇਨਿੰਗ ਤੱਕ, ਬਾਅਦ ਦੇ ਵਿੱਚ ਉਹਨੂੰ 90 ਰੁਪਏ ਡੇਲੀ ਮਿਲਿਆ ਕਰੇਗੀ। ਸੋ ਇਸ ਤਰ੍ਹਾਂ ਦੀ ਸਥਿਤੀ। ਨਵਜੋਤ ਸਿੰਘ ਸਿੱਧੂ ਬਾਰੇ ਕੋਈ ਅਪਡੇਟ ਹੋਵੇ ਕਰ ਦਿਓ ਜੀ ਸੁਰਿੰਦਰ। ਨਵਜੋਤ ਸਿੰਘ ਸਿੱਧੂ ਬਾਰੇ ਹੋਰ ਤਾਂ ਨਹੀਂ ਕੋਈ ਵੀ ਆਈ, ਉਹ ਮੈਂ ਜਿਹੜੀਆਂ 1-2 ਆਈਆਂ ਉਹ ਸਾਂਝੀਆਂ ਕਰਦਾ। ਪਹਿਲੀ ਇਹ ਹੈ ਕਿ ਵਿਕਰਮ ਮਜੀਠੀਆ ਤੇ ਬਲਵੰਤ ਸਿੰਘ ਰਾਜੋਆਣਾ, ਇਹਨਾਂ ਦੋਨਾਂ ਬਾਰੇ ਆਈ ਕਿ ਦੋਨੋਂ ਸਵੇਰੇ 3 ਵਜੇ ਨਿਤਨੇਮ ਤੇ ਬੈਠ ਜਾਂਦੇ ਆ, ਤੇ ਕਿਉਂਕਿ ਦੋਨਾਂ ਕੋਲ ਬੈਰਕਾਂ ਬੜੀਆਂ ਛੋਟੀਆਂ ਨੇ, ਕਿਉਂਕਿ ਰਾਜੋਆਣਾ ਦਾ ਤੇ ਆ ਕਿ ਉਹਨੂੰ ਉਸ ਫਾਂਸੀ ਹਾਤੇ ਚੋਂ ਜੇ ਬਾਹਰ ਨਹੀਂ ਕੱਢਿਆ ਜਾ ਸਕਦਾ, ਕਿਉਂਕਿ ਜਿੰਨੀ ਦੇਰ ਤੱਕ ਉਹਦੀ ਸਜ਼ਾ ਜਿਹੜੀ ਆ ਉਮਰ ਕੈਦ ਦੇ ਵਿੱਚ ਜਿਹੜੀ ਕਨਵਰਟ ਨਹੀਂ ਹੁੰਦੀ, ਉਨੀ ਦੇਰ ਤੱਕ ਉਸੇ ਹਾਤੇ 'ਚ ਰਹੂਗਾ। ਪਰ ਵਿਕਰਮ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਦੇ ਦੋਨਾਂ ਦੀਆਂ ਬੈਰਕਾਂ ਜਿਹੜੀਆਂ ਉਹ ਬਿਲਕੁਲ ਇਕੱਠੀਆਂ ਨੇ, ਯਾਨੀ ਕਿ ਨਵਜੋਤ ਸਿੰਘ ਸਿੱਧੂ ਕੋਲੇ 10 ਨੰਬਰ ਤੇ ਮਜੀਠੀਏ ਕੋਲੇ 11 ਨੰਬਰ ਹੈ। ਠੀਕ ਹੈ। ਹੁਣ ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਦਾ ਸਵਾਲ ਆ, ਅੱਜ ਉਹਦੇ ਕੇਸ ਦੀ ਸੁਣਵਾਈ ਸੀ ਪਰ ਅਪਡੇਟ ਮਿਲ ਨਹੀਂ ਸਕੀ ਕਿ ਸੁਣਵਾਈ 'ਚ CJM ਨੇ ਕੀ ਕੀਤਾ, ਕੀ ਹੋਇਆ ਜਾਂ ਕੀ ਨਹੀਂ ਹੋਇਆ, ਕੀ ਡਿਪਾਰਟਮੈਂਟ ਨੇ ਜਵਾਬ ਦਿੱਤਾ, ਕੀ ਉੱਥੋਂ
ਸੁਪਰਡੈਂਟ ਨੇ ਕੀ ਦਿੱਤਾ, ਕੀ ਉਹਦੇ ਘਰ ਤੋਂ ਕੁਝ ਸਮਾਨ ਉਹਨੂੰ ਪ੍ਰੋਵਾਈਡ ਕਰਨਾ ਪਏਗਾ, ਜਾਂ ਜਿਹੜਾ ਡਾਕਟਰ ਆ ਉਹ ਰਿਕਮੈਂਡ ਕਰੇਗਾ ਕਿ ਕੀ ਆ। ਕਿਉਂਕਿ ਦੇਖੋ ਜਿਸ ਨੂੰ ਆਟੇ ਤੋਂ ਅਲਰਜੀ ਆ, ਜੇ ਵੀਟ ਤੋਂ ਅਲਰਜੀ ਆ ਤੇ ਉਹ ਤੋਂ ਖਾ ਨਹੀਂ ਸਕੇਗਾ। ਜਿਹੜੀਆਂ ਉਹਦੀਆਂ ਬਾਕੀ ਪ੍ਰੋਬਲਮ ਨੇ ਉਹ ਸਾਰੀਆਂ ਠੀਕ ਆ। ਇਹ ਵੀ ਹੋ ਸਕਦਾ ਕਿ ਦੁਬਾਰਾ ਤੋਂ ਬੋਰਡ ਬੈਠੇ ਤੇ ਉਹ ਐਗਜ਼ਾਮਿਨ ਕਰੇ ਕਿ ਕੀ ਵਾਕਿਆ ਇਹਨੂੰ ਇਹ ਪ੍ਰੋਬਲਮ ਹੈਗੀਆਂ ਨੇ ਜਾਂ ਨਹੀਂ ਹੈਗੀਆਂ। ਕਿਉਂਕਿ ਜਿਹੜੀਆਂ ਪ੍ਰੋਬਲਮ ਉਹਦਾ ਪਹਿਲਾ ਟ੍ਰੀਟਮੈਂਟ ਚੱਲ ਰਿਹਾ ਉਹਨੂੰ ਹੋ ਸਕਦਾ ਜੇਲ੍ਹ ਡਿਪਾਰਟਮੈਂਟ ਨਾ ਅਸੈਪਟ ਕਰੇ। ਲੇਕਿਨ ਹੁਣ ਇਹ ਆ ਕਿ ਅੱਗੇ ਸਹੂਲਤ ਮਿਲ ਜਾਂਦੀ ਸੀ, ਪਰ ਹੁਣ ਕਿਉਂਕਿ ਸਰਕਾਰ ਬਦਲੀ ਹੋਈ ਹੈ, ਸਰਕਾਰ ਦਾ ਕੁਝ ਡੰਡਾ ਵੀ ਤਕੜਾ, ਉਸ ਕਰਕੇ ਕਿਸੇ ਵੀ ਅਫਸਰ ਨੇ ਆਪਣੇ ਲੈਵਲ ਤੇ ਕੋਈ ਨਿਰਣਾ ਨਹੀਂ ਲੈਣਾ। ਜਿਹੜਾ ਨਿਰਣਾ ਲਿਆ ਜਾਏਗਾ ਉਹ ਸਰਕਾਰ ਲੈਵਲ ਤੇ ਲਿਆ ਜਾਏਗਾ, ਤੇ ਉਹ ਕਿੱਦਾਂ ਦਾ ਹੁੰਦਾ ਕਿੱਦਾਂ ਦਾ ਨਹੀਂ ਹੁੰਦਾ ਉਹ ਬਾਅਦ ਦੀ ਗੱਲ ਆ। ਲੇਕਿਨ ਅਜੇ ਤੱਕ ਕੋਈ ਅਪਡੇਟ ਨਹੀਂ ਆਈ। ਹੋ ਸਕਦਾ ਲੇਟ ਨਾਈਟ ਆ ਜਾਏ ਜਾਂ ਸਵੇਰ ਤੱਕ ਆ ਜਾਵੇ, ਪਰ ਗੱਲ ਇਹ ਆ ਕਿ ਜੇ ਕੁਝ ਚੀਜ਼ਾਂ ਤੋਂ ਉਹਨੂੰ ਅਲਰਜੀ ਆ ਤੇ ਕੁਦਰਤੀ ਉਹਦਾ ਕੋਈ ਨਾ ਕੋਈ ਅਲਟਰਨੇਟਿਵ ਜਿਹੜਾ ਉਹ ਤਾਂ ਕੱਢਣਾ ਪਏਗਾ ਜੇਲ੍ਹ ਡਿਪਾਰਟਮੈਂਟ ਨੂੰ। ਅਦਰਵਾਈਜ਼ ਜੇਲ੍ਹ ਡਿਪਾਰਟਮੈਂਟ ਤੇ ਵੀ ਬਹੁਤ ਸਾਰੇ ਸਵਾਲ ਖੜੇ ਹੋ ਜਾਣਗੇ। ਕਿਉਂਕਿ ਦੇਖੋ ਨਵਜੋਤ ਸਿੰਘ ਸਿੱਧੂ ਨਾਲ ਕੁਝ ਵੀ ਵਾਪਰਦਾ ਜੇਲ੍ਹ ਦੇ ਅੰਦਰ, ਠੀਕ ਆ ਕੈਦੀ ਆ ਤੇ ਕੈਦੀ ਆ, ਉਹ ਵੱਖਰੀ ਗੱਲ ਆ, ਪਰ ਨਵਜੋਤ ਸਿੰਘ ਸਿੱਧੂ ਜਿਹੜਾ ਉਹ ਇੰਟਰਨੈਸ਼ਨਲ ਲੈਵਲ ਦੀ ਦੂਸਰਾ ਪਰਸਨੈਲਿਟੀ ਆ। ਚਾਹੇ ਉਹ ਕ੍ਰਿਕਟ ਖੇਡਦਾ ਰਿਹਾ, ਚਾਹੇ ਕਮੈਂਟੇਟਰ ਰਿਹਾ, ਚਾਹੇ ਉਹ ਲਾਫਟਰ ਚੈਲੰਜ 'ਚ ਰਿਹਾ ਤੇ ਚਾਹੇ ਬਾਅਦ 'ਚ ਪੋਲੀਟਿਕਸ 'ਚ ਆਇਆ, ਠੀਕ ਹੈ। ਉਸ ਵਿਅਕਤੀ ਨਾਲ ਜੇ ਕੋਈ ਧੱਕਾ ਹੁੰਦਾ ਕੁਛ ਹੁੰਦਾ, ਉਹ ਗੱਲ ਜਦੋਂ ਬਾਹਰ ਨਿਕਲੇਗੀ ਤੇ ਕੁਦਰਤੀ ਇੰਟਰਨੈਸ਼ਨਲ ਲੈਵਲ ਤੇ ਜਾਏਗੀ ਤੇ ਮੌਜੂਦਾ ਸਰਕਾਰ ਦੀ ਉਹਦੇ 'ਚ ਕਿਰਕਰੀ ਹੋਏਗੀ। ਘੱਟੋ ਘੱਟ ਇਹ ਆ ਕਿ ਹੋ ਸਕਦਾ ਕਿ ਮੌਜੂਦਾ ਸਰਕਾਰ ਜਿਹੜੀ ਆਪਣੇ ਲੈਵਲ ਤੇ ਕੋਈ ਫੈਸਲਾ ਲੈ ਕੇ ਜਾਂ ਡਾਕਟਰਾਂ ਦਾ ਕੋਈ ਬੋਰਡ ਬਣਾ ਲਵੇ, ਉਹਨੂੰ ਕਵੇ ਐਗਜ਼ਾਮਿਨ ਕਰ ਲਓ ਕਿ ਜਿਹੜੀ ਚੀਜ਼ ਦੀ ਜ਼ਰੂਰਤ ਆ ਪ੍ਰੋਵਾਈਡ ਕਰਾ ਦਿੱਤੀ ਜਾਵੇ। ਪਰ ਅਜੇ ਤੱਕ ਇਹਦੇ ਇਲਾਵਾ ਆਪਾਂ ਨੂੰ ਕੋਈ ਵੀ ਅਪਡੇਟ ਜਿਹੜੀ ਆ ਉਹ ਅੰਦਰੋਂ ਹਾਸਲ ਜਿਹੜੀ ਆ ਉਹ ਨਹੀਂ ਹੋ ਸਕੀ ਜੀ। ਕਾਂਗਰਸ ਦਾ ਚਰਚਿਤ ਐਮਪੀ ਧੀਰ ਰੰਜਨ ਚੌਧਰੀ ਉਹਨੇ ਇੱਕ ਟਵੀਟ ਕੀਤੀ, ਪ੍ਰਧਾਨ ਮੰਤਰੀ ਸਾਬਕਾ ਰਾਜੀਵ ਗਾਂਧੀ ਦੀ ਬਰਸੀ ਦੇ ਮੌਕੇ ਇਸ ਭਾਸ਼ਣ ਸੀ ਕਿ 1984 ਦੇ ਸਿੱਖ ਵਿਰੋਧੀ ਕਤਲੇਆਮ ਨਾਲ ਉਸ ਦਾ ਬਿਆਨ ਜੋੜ ਕੇ ਕਿ ਜਦੋਂ ਵੱਡਾ ਦਰਖਤ ਡਿੱਗਦਾ ਤੇ ਧਰਤੀ ਹਿੱਲਦੀ ਹੈ, ਪਰ ਉਹ ਕਹਿੰਦਾ ਮੇਰਾ ਪੇਜ ਹੈਕ ਹੋਇਆ, ਮੈਂ ਇਸ ਤਰ੍ਹਾਂ ਦੀ ਟਵੀਟ ਹਰਗਿਜ਼ ਨਹੀਂ ਕੀਤੀ। ਤੇ ਇਸ ਦੇ ਨਾਲ ਜਿਹੜੀਆਂ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਵਿੱਚ ਕੁਝ ਗੈਂਗਸਟਰ ਫੜੇ ਗਏ ਨੇ, ਨਸ਼ੇ ਦੀਆਂ ਖਬਰਾਂ ਨੇ। ਫਲੋਰ ਦਾ ਮੁਲਾਜ਼ਮ ਸੀ ਜਿਹੜਾ ਪੁਲਿਸ ਮੁਲਾਜ਼ਮ, ਕੁਛ ਉਸ ਕੇਸ ਦੇ ਵਿੱਚ ਸ਼ਕਤੀ ਸਿੰਘ ਜਿਹੜਾ ਉੱਥੇ ਟ੍ਰੇਨਰ ਸੀ, ਉਹ 6-7 ਲੋਕ ਫੜੇ ਹੋਏ ਨੇ। ਇੱਕ ਪੁਲਿਸ ਮੁਲਾਜ਼ਮ ਓਵਰਡੋਜ਼ ਦੇ ਨਾਲ ਫਲੋਰ ਦੇ ਵਿੱਚ ਜੋ ਤੈਨਾਤ ਸੀ ਹੌਲਦਾਰ, ਉਸ ਦੀ ਮੌਤ ਹੋ ਗਈ ਹੈ, ਪਿਛਲੇ ਕਈ ਦਿਨਾਂ ਤੋਂ ਦਾਖਲ ਸੀ। ਤੇ ਨਸ਼ੇ ਨੂੰ ਜਾਂ ਗੈਂਗਸਟਰ ਸਿਸਟਮ ਨੂੰ ਲੈ ਕੇ ਕੁਛ ਜਿਹੜੀ ਫੜੋਫੜੀ ਚੱਲ ਰਹੀ ਹੈ। ਤੇ ਉਧਰ ਭਗਵੰਤ ਮਾਨ ਸੀਐਮ ਪੰਜਾਬ ਅੱਜ ਮਸਤੂਆਣਾ ਪੁੱਜੇ ਨੇ, ਜਿੱਥੇ ਗੁਰੂ ਘਰ ਦੇ ਪ੍ਰਬੰਧਕਾਂ ਨਾਲ, ਮਸਤੂਆਣਾ ਡੇਰੇ ਦੇ ਪ੍ਰਬੰਧਕਾਂ ਨਾਲ ਮੁਲਾਕਾਤ ਕੀਤੀ ਹੈ ਤੇ ਇਸ ਇਲਾਕੇ 'ਚ ਇੱਕ ਮੈਡੀਕਲ ਕਾਲਜ ਖੋਲ੍ਹਣ ਦਾ ਵਾਅਦਾ ਵੀ ਕੀਤਾ ਗਿਆ। ਤੇ ਇਸ ਦੌਰਾਨ ਇਸ ਮੈਡੀਕਲ ਕਾਲਜ ਜਿੱਥੇ ਬਣਨਾ ਉਸ ਜ਼ਮੀਨ ਦਾ ਦੌਰਾ ਵੀ ਮਸਤੂਆਣੇ ਵਾਲੇ ਦਾ ਕੀਤਾ ਕਿ ਜਲਦ ਇਸ ਇਲਾਕੇ ਦੇ ਲੋਕਾਂ ਨੂੰ ਇੱਕ ਮੈਡੀਕਲ ਕਾਲਜ ਵੀ ਮਿਲੇਗਾ। ਸੋ ਇਸ ਤਰ੍ਹਾਂ ਦੀਆਂ ਡਿਵੈਲਪਮੈਂਟ ਦੀਆਂ ਗੱਲਾਂ ਹੋ ਰਹੀਆਂ ਨੇ ਓਵਰਆਲ ਪੰਜਾਬ ਦੇ ਵਿੱਚ। ਜੀ ਸੁਰਿੰਦਰ ਤੇ ਜਥੇਦਾਰ ਤੋਤਾ ਸਿੰਘ ਹੋਰਾਂ ਦੀ ਅੱਜ ਡੈਥ ਹੋ ਗਈ ਹੈ, ਉਹਨਾਂ ਦੇ ਬਾਰੇ ਤੁਸੀਂ ਦੱਸ ਹੀ ਦਿੱਤਾ। ਵੱਖ-ਵੱਖ ਆਗੂਆਂ ਵੱਲੋਂ ਵਿਛੜੇ ਆਗੂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਗਰਮੀ ਤੋਂ ਥੋੜੀ ਰਾਹਤ ਸੁਰਿੰਦਰ ਵੀਰ ਇਹ ਹਨੇਰੀਆਂ ਜਿਹੜੀਆਂ ਦੇ ਰਹੀਆਂ ਨੇ। ਤੇ ਹੋਰ ਕੀ ਖਬਰ ਸਾਰੇ ਜਾਂਦੇ ਜਾਂਦੇ ਕੋਈ ਅਪਡੇਟ ਹੋਵੇ ਤਾਂ ਭੜਕਾ ਦਿਓ, ਨਹੀਂ ਤੇ ਫਿਰ ਸੋਮਵਾਰ ਹੁੰਦੀ ਮੁਲਾਕਾਤ ਜੀ। ਨਹੀਂ, ਸਭ ਤੋਂ ਪਹਿਲਾਂ ਤਾਂ ਆਪਾਂ ਆ ਜਾਈਏ ਕਿ ਜਿਹੜਾ ਮੈਡੀਕਲ ਕਾਲਜ ਆ ਪੰਜਾਬ ਦੇ ਮੈਡੀਕਲ ਕਾਲਜਾਂ ਦੇ ਵਿੱਚ 1000 ਪੋਸਟ MBBS ਦੇ ਲਈ ਖਾਲੀ ਪਈ ਆ। ਕੋਈ ਇੱਥੇ MBBS ਕਰਨ ਲਈ ਤਿਆਰ ਹੀ ਨਹੀਂ, ਕਿਉਂਕਿ ਪੜ੍ਹਾਈ ਇੰਨੀ ਮਹਿੰਗੀ ਹੈ ਜਿਹਦਾ ਕੋਈ ਅੰਤ ਹੀ ਨਹੀਂ। 1.5 ਕਰੋੜ ਤੱਕ MBBS ਪਹੁੰਚ ਰਹੀ ਆ, ਕਿੱਥੋਂ ਕੋਈ ਦੂਸਰਾ MBBS ਕਰ ਲੂਗਾ। ਫਿਰ ਜਿਹੜਾ ਇਹ ਮਸਤੂਆਣੇ ਜਾ ਰਿਹਾ ਹੈ ਤਾਂ ਐਜੂਕੇਸ਼ਨ ਟਰਸਟ ਮਸਤੂਆਣਾ ਦੇ ਨਾਂ ਤੇ ਹੋਏਗਾ, ਪ੍ਰਾਈਵੇਟ ਕਾਲਜ ਹੋਏਗਾ, ਗਵਰਨਮੈਂਟ ਦਾ ਤਾਂ ਇਹਦੇ ਵਿੱਚ ਮੇਰੇ ਖਿਆਲ ਕੋਈ ਨਹੀਂ ਹੋਏਗਾ, ਕਿ ਤਾਂ ਟਰਸਟ ਦੇ ਅੰਡਰ ਹੀ ਹੋਏਗਾ। ਜ਼ਮੀਨ ਮੈਨੇਜਮੈਂਟ ਉਹਨਾਂ ਦੀ ਤੇ ਭਰਤੀ ਜੋ MBBS ਦੀ ਕਰਨੀ ਉਹਨਾਂ ਕੋਲ ਹੋਏਗੀ। ਸਰਕਾਰ ਤਾਂ ਨਹੀਂ ਬਣਾ ਰਹੀ ਨਾ ਇਹ। ਨਹੀਂ, ਸਰਕਾਰ ਗੰਜੀ ਨਹਾਊਗੀ ਤੇ ਨਿਚੋੜੂਗੀ, ਉਹਦੇ ਪੱਲੇ ਕੀ ਹੈ ਸਰਕਾਰ ਦੇ, ਕਿੱਥੋਂ ਮੈਡੀਕਲ ਕਾਲਜ ਬਣਾ ਲੇਗੀ। ਪਹਿਲਾਂ ਘੱਟੋ ਘੱਟ ਪਹਿਲੇ ਕਾਲਜਾਂ ਨੂੰ ਤਾਂ ਵਾਚ ਲੈਣ ਨਾ, ਜਿਹੜੇ ਪਹਿਲੇ ਬਣਾਏ ਹੋਏ ਆ। 1000 ਸੀਟ ਖਾਲੀ ਰਹਿ ਜਾਣੀ MBBS ਦੀ ਤੇ ਬੱਚੇ ਜਾ ਕੇ ਯੂਕਰੇਨ ਦੇ ਵਿੱਚ, ਰਸ਼ੀਆ ਦੇ ਵਿੱਚ,
ਈਵਨ ਕਿ ਬੰਗਲਾਦੇਸ਼ ਦੇ ਵਿੱਚ MBBS ਕਰਨ, ਇਸ ਤੋਂ ਵੱਡੀ ਨਮੋਸ਼ੀ ਸਾਡੇ ਲਈ ਕੀ ਹੋ ਸਕਦੀ ਆ? ਜਿਹੜੇ ਦੇਸ਼ ਨੂੰ 1971 ਚ ਤੁਸੀਂ ਆਜ਼ਾਦ ਕਰਾਇਆ ਹੋਵੇ, ਜਿਹੜਾ ਤੁਹਾਡੇ ਰਹਿਮੋ ਕਰਮ ਤੇ ਹੋਵੇ, ਉੱਥੇ ਜਾ ਕੇ ਬੱਚਾ ਜਿਹੜਾ ਉਹ 24-25 ਲੱਖ ਚ MBBS ਕਰਕੇ ਆ ਜਾਵੇ ਤੇ ਫਿਰ ਲਾਹਨਤ ਨਹੀਂ ਤੇ ਹੋਰ ਸਾਡੇ ਲਈ ਕੀ ਹੈ? ਪਰ ਜਿਹੜੇ ਪ੍ਰਾਈਵੇਟ ਬਣ ਗਏ ਤੇ ਉਹਨਾਂ 'ਚ ਐਡਮਿਸ਼ਨ ਬਹੁਤ ਮਹਿੰਗੀ ਪੈਂਦੀ ਹੈ ਤੇ ਉਹਨਾਂ ਦਾ ਤਾਂ ਇਹ ਹੈ ਕਿ ਇਹਨਾਂ ਕਾਲਜਾਂ ਦੀ ਕਮਾਈ ਦਾ ਜ਼ਰੀਆ ਤਾਂ ਹੋ ਜਾਂਦਾ ਤੇ ਸੀਟਾਂ ਵਿਕਦੀਆਂ ਨੇ, ਉਹ 1.5-2 ਕਰੋੜ ਵੱਡਾ ਬੰਦਾ ਹੀ ਲਾਊਗਾ ਤੇ ਛੋਟਿਆਂ ਨੂੰ ਤਾਂ ਆਪਣੇ ਧੀਆਂ ਪੁੱਤਰ ਫਿਰ ਯੂਕਰੇਨ ਜਾਂ ਬੰਗਲਾਦੇਸ਼ ਹੀ ਭੇਜਣੇ ਹੋਣਗੇ, ਹਨਾ। ਇਹ ਤਾਂ ਇਹ ਹੈ ਕਿ ਸਰਕਾਰ ਭੱਲ ਖੱਟ ਲੈਂਦੀ ਹੈ, ਮੈਡੀਕਲ ਕਾਲਜ ਖੋਲ੍ਹਤਾ, ਜਿਵੇਂ ਅੱਗੇ ਇਹਨਾਂ ਦੇ ਟਰਸਟਾਂ ਦੇ ਜਾਂ ਇਹਨਾਂ ਧਾਰਮਿਕ ਅਦਾਰਿਆਂ ਦੇ ਸਕੂਲ ਨੇ ਤੇ ਭਾਵੇਂ ਉਹ SGPC ਦਾ ਹੋਵੇ ਜਾਂ ਹੋਵੇ, ਸੀਟਾਂ ਤਾਂ ਉੱਥੇ 1.5 ਕਰੋੜ ਨੂੰ ਪੈਂਦੀਆਂ ਨੇ ਤੇ ਇਦਾਂ ਹੀ ਇੱਕ ਟਰਸਟ ਹੈਗਾ ਸੀਟ ਇਹਦੇ ਤੇ। ਹੁਣ ਪਤਾ ਹੀ ਹੈ ਕਿ ਕੀ ਹੋਣਾ, ਮਾੜਾ ਮੋਟਾ ਫਾਇਦਾ ਇਲਾਕੇ ਦਾ ਹੁੰਦਾ ਮੈਡੀਕਲ ਕਾਲਜ ਬਣਨ ਨਾਲ ਜੀ? ਕੋਈ ਫਾਇਦਾ ਨਹੀਂ ਹੁੰਦਾ। ਹੁਣ ਮੈਂ ਫਾਇਦੇ ਪਿਛਲੀ ਸਰਕਾਰ ਦੇ 2002 ਚ ਸਰਕਾਰ ਆਈ ਕੈਪਟਨ ਅਮਰਿੰਦਰ ਸਿੰਘ ਦੀ, ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਬਣਾਤੀ, ਉਹਦੇ ਚ ਇੱਕ ਸੀਟ ਆ, ਉਹ ਸੀਟ ਵੀ ਕਦੀ ਉਹ ਪਿੰਡ ਵਾਲਿਆਂ ਨੂੰ ਨਹੀਂ ਮਿਲੀ ਤੇ ਪੰਜਾਬ ਦਾ ਉਹ ਚ ਕੋਈ ਸਟੂਡੈਂਟ ਨਹੀਂ ਹੈ, ਠੀਕ ਆ। ਰਾਜੀਵ ਗਾਂਧੀ ਸੋਨੀਆ ਗਾਂਧੀ ਨੂੰ ਖੁਸ਼ ਕਰਨਾ ਸੀ, ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਬਣਾਤੀ, ਗੱਲ ਖਤਮ ਹੋ ਗਈ। ਦੂਸਰੀ ਬਣਾਈ ਸਪੋਰਟਸ ਯੂਨੀਵਰਸਿਟੀ ਜਿਹੜੀ ਅਜੇ ਬਣ ਰਹੀ ਹੈ, ਕਿਉਂਕਿ ਸਪੋਰਟਸ ਯੂਨੀਵਰਸਿਟੀ ਤਾਂ ਮਹਿੰਦਰਾ ਕੋਠੀ ਚ ਚੱਲ ਰਹੀ ਆ ਫੁਹਾਰਾ ਚੌਂਕ ਦੇ ਨਾਲ, ਜਾਂ ਕੁਝ ਫਿਜ਼ੀਕਲ ਕਾਲਜ ਚ ਚੱਲ ਰਹੀ ਆ, ਉਹ ਮਹਾਰਾਜਾ ਭੁਪਿੰਦਰ ਸਿੰਘ ਦੇ ਨਾਂ ਤੇ ਬਣਾਤੀ। ਕਹਿੰਦੇ ਉਹਦੀ ਬਹੁਤ ਵੱਡੀ ਕੁਰਬਾਨੀ ਸੀ ਮਹਾਰਾਜਾ ਭੁਪਿੰਦਰ ਸਿੰਘ ਦੀ ਪਟਿਆਲੇ ਦੇ ਲਈ। 25 ਲੱਖ ਦਾ ਬੁੱਤ ਲਾਤਾ ਉਹਦਾ ਸਰਕਾਰ ਦੇ ਪੈਸੇ। ਹਾਂ, ਉਹਦੀ ਕੁਰਬਾਨੀ ਬੜੀ ਤਕੜੀ ਸੀ ਕਿਉਂਕਿ 400 ਪਤਨੀਆਂ ਸੀਗੀਆਂ, ਇਸ ਕਰਕੇ ਉਹਦੀ ਕੁਰਬਾਨੀ ਤੇ ਹੈ ਸੀਗੀ। ਉਹ ਗਿਆਨੀ ਸੰਤ ਸਿੰਘ ਮਸਕੀਨ ਜੀ ਬੜੀ ਸੋਹਣੀ ਸੁਣਾਉਂਦੇ ਹੁੰਦੇ, ਜੇ ਮੈਂ ਹੁਣ ਕਹਿ ਦੂੰਗਾ ਫਿਰ ਭਾਵਨਾਵਾਂ ਭੜਕ ਜਾਣਗੀਆਂ ਕਿਸੇ ਦੀਆਂ, ਠੀਕ ਹੈ ਨਾ। ਤੇ ਉਹਦੇ ਲਈ ਯੂਨੀਵਰਸਿਟੀ ਤਿਆਰ ਹੋ ਰਹੀ ਆ ਉਹਨਾਂ ਦੇ ਨਾਂ ਤੇ। ਜਿਹੜੀ ਜਗਤ ਗੁਰੂ ਬਾਬਾ ਨਾਨਕ ਦੇ ਨਾਮ ਤੇ ਯੂਨੀਵਰਸਿਟੀ ਬਣਾਈ ਸੀ, ਉਹ ਗੌਰਮੈਂਟ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਦੀ ਜਿਹੜੀ ਰਿਹਾਇਸ਼ ਆ ਉਹਦੇ ਚ ਚੱਲ ਰਹੀ ਆ ਤੇ ਉਹਦੇ ਲਈ ਅੱਜ ਤੱਕ ਕੋਈ ਜ਼ਮੀਨ ਅਕਵਾਇਰ ਨਹੀਂ ਹੋਈ। ਇੱਕ ਲਾਅ ਯੂਨੀਵਰਸਿਟੀ ਤਰਨਤਾਰਨ ਬਣਾਤੀ, ਉਹਦੇ ਲਈ ਕੁਝ ਨਹੀਂ ਹੋਇਆ, ਉਹ ਵੀ ਉੱਥੇ ਕੋਈ ਬਿਲਡਿੰਗ ਫੜ ਕੇ ਉਹਦੇ ਚ ਯੂਨੀਵਰਸਿਟੀ ਸ਼ੁਰੂ ਕਰ ਦਿੱਤੀ। ਮਤਲਬ ਪੰਜਾਬ ਦੇ ਵਿੱਚ ਤੁਸੀਂ ਇਹ ਦੇਖ ਲਓ ਕਿ ਲਾਅ ਦੀਆਂ ਕਿੰਨੀਆਂ ਸੀਟਾਂ ਖਾਲੀ ਪਈਆਂ ਨੇ, ਤੜਾ ਤੜ ਤੁਸੀਂ ਦੇਖ ਕਰੇ ਦੀ ਕਾਲਜ ਆ ਯੂਨੀਵਰਸਿਟੀਆਂ ਖੋਲ ਸੁੱਟੀ ਜਾਂਦੇ ਹੋ। ਤੁਹਾਡਾ ਬੱਚਾ ਕੋਈ +2 ਤੋਂ ਬਾਅਦ ਰੁਕਣ ਦਾ ਇਹ ਤੇ ਨਾਂ ਹੀ ਨਹੀਂ ਲੈ ਰਿਹਾ। ਬੱਚੇ ਕਹਿੰਦੇ ਅਸੀਂ ਰਹਿਣਾ ਹੀ ਨਹੀਂ ਇੱਥੋਂ ਦਾ, ਤੁਹਾਡੇ ਲੱਛਣ ਹੀ ਨਹੀਂ ਚੱਜਦੇ, ਅਸੀਂ ਤੁਹਾਡੇ ਰਹਿਣਾ ਹੀ ਨਹੀਂ। ਜਿੱਦਾਂ ਬਾਪੂ ਤੋਂ ਪਰਿਵਾਰ ਬਾਗੀ ਹੋ ਜਾਏ ਨਾ, ਕਹਿੰਦੇ ਬਾਪੂ ਤੇਰੇ ਲੱਛਣ ਚੱਜਦੇ ਨਹੀਂ, ਜਿਹੜੇ 4 ਕਿੱਲੇ ਆ ਉਹਦੇ ਸਿਆੜਾ ਹੈਗਾ, ਜਿਹਨੂੰ ਮਰਜ਼ੀ ਦੇ ਨਾ ਦੇ, ਸਾਡਾ ਤੇਰਾ ਕੋਈ ਲੈਣ ਦੇਣ ਨਹੀਂ ਹੈ, ਬੇਦਖਲ ਕਰ, ਜੋ ਮਰਜ਼ੀ ਕਰ, ਜਿੱਥੇ ਮਰਜ਼ੀ ਜਾ, ਅਸੀਂ ਦਿਹਾੜੀ ਕਰਕੇ ਗੁਜ਼ਾਰਾ ਕਰ ਲਾਂਗੇ ਪਰ ਅਸੀਂ ਨਹੀਂ ਤੇਰੇ ਨਾਲ ਰਹਿੰਦੇ। ਇਹ ਤਾਂ ਹਾਲਾਤ ਬਣੀ ਪਈ ਹੈ ਸਟੇਟ ਦੀ। ਹੁਣ ਇੱਥੇ ਮੈਡੀਕਲ ਕਾਲਜਾਂ ਦੀ ਗੱਲ ਆ ਗਈ, ਇੱਥੇ ਦੂਸਰਾ ਇੰਜੀਨੀਅਰਿੰਗ ਕਾਲਜ ਆ, ਕਿੰਨੇ ਇੰਜੀਨੀਅਰਿੰਗ ਕਾਲਜ ਬੰਦ ਹੋ ਗਏ। ਮੈਨੂੰ ਪੰਜਾਬੀ ਯੂਨੀਵਰਸਿਟੀ ਦਾ ਯਾਦ ਆ, ਕਾਲਜ ਖੁੱਲ ਗਿਆ, ਕਾਲਜ ਵੀ ਖੁੱਲਿਆ ਬਠਿੰਡੇ ਮਾਨਸੇ ਜ਼ਿਲ੍ਹੇ ਚ ਖੁੱਲਿਆ। ਕੰਡਕਟ ਬ੍ਰਾਂਚ ਪੰਜਾਬੀ ਯੂਨੀਵਰਸਿਟੀ ਦੀ, ਉਹਨਾਂ ਨੇ ਜਾ ਕੇ ਚੈੱਕ ਕਰਨਾ ਹੁੰਦਾ। ਕੰਡਕਟ ਬ੍ਰਾਂਚ ਦੇ ਸੁਪਰਡੈਂਟ ਦੀ ਤੇ ਇੱਕ ਅਸਿਸਟੈਂਟ ਰਜਿਸਟਰਾਰ, ਉਹਨਾਂ ਦੀ ਡਿਊਟੀ ਲਾਤੀ ਡੀਨ ਕਾਲਜ ਨੇ, ਕਹਿੰਦੇ ਜੀ ਚੈੱਕ ਕਰਕੇ ਆਓ, ਕੱਲ ਨੂੰ ਉੱਥੇ ਸੈਂਟਰ ਵੀ ਬਣਾਉਣਾ, ਕੰਟਰੋਲਰ ਐਗਜ਼ਾਮੀਨੇਸ਼ਨ ਨੇ ਉਹਨਾਂ ਦੀ ਡਿਊਟੀ ਲਾਤੀ, ਚਲੇ ਗਏ। ਕਾਲਜ ਲੱਭਦੇ ਰਹੇ, ਲੱਭਿਆ ਹੀ ਨਹੀਂ। ਅਖੀਰ ਪਤਾ ਲੱਗਿਆ ਕਿ ਉਹ ਫਲਾਨਾ ਸੌਂਦੇ ਕਹਿੰਦਾ ਜਿਹੜੀਆਂ ਮੱਝਾਂ ਨਹੀਂ ਵੱਜਦੀਆਂ ਕਹਿੰਦਾ ਉਹਦੇ ਚ ਕਲਾਸਰੂਮ ਉਹਨਾਂ ਨੇ ਬਣਾਉਣੇ ਆ। ਕਹਿੰਦੇ ਜੀ ਇਹ ਤਾਂ ਕਾਲਜ ਤਿਆਰ ਹੋਇਆ ਸਟੂਡੈਂਟਾਂ ਦੀ ਲਿਸਟ, ਉਹ ਕਹਿੰਦੇ ਇੱਥੇ ਕੋਈ ਬੱਚਾ ਨਹੀਂ ਹੈ। ਜਦੋਂ ਗਏ ਤਾਂ ਵਾਕਿਆ ਹੀ ਉਹ ਜਿਹੜੇ ਕਮਰੇ ਸੀਗੇ ਉਹਦੇ ਚ ਮੱਝਾਂ ਵੱਜੀਆਂ ਹੋਈਆਂ ਸੀ, ਠੀਕ ਹੈ, ਮੱਝਾਂ ਵੱਜੀਆਂ। ਉਹ ਕਹਿੰਦੇ ਵੀ ਪ੍ਰਿੰਸੀਪਲ ਦਾ ਰੂਮ ਕਿੱਥੇ ਆ? ਕਹਿੰਦੇ ਜੀ ਤਿਆਰ ਕਰ ਲਾਂਗੇ। ਉਹਨਾਂ ਨੇ ਜਦੋਂ ਮੈਨੇਜਮੈਂਟ ਨੂੰ ਫੋਨ ਲਾਇਆ ਨਾ, ਮੈਨੇਜਮੈਂਟ ਆ ਗਈ, ਉਹ ਕਹਿੰਦੇ ਵੀ ਤੁਸੀਂ ਤੁਹਾਡਾ ਕਾਲਜ ਕਿੱਥੇ ਚੱਲ ਰਿਹਾ? ਕਹਿੰਦੇ ਜੀ ਅਸੀਂ ਆਪਣੇ ਹਿਸਾਬ ਨਾਲ ਚਲਾ ਰਹੇ। ਉਹ ਕਹਿੰਦੇ ਤੁਹਾਡੇ ਹਿਸਾਬ ਨਾਲ ਨਹੀਂ ਚੱਲੂਗਾ, ਜੇ ਐਪਲੀਕੇਸ਼ਨ ਲੈਣੀ ਯੂਨੀਵਰਸਿਟੀ ਤੋਂ ਸਾਨੂੰ ਦੱਸੋ ਕਿੱਥੇ ਆ, ਸਟੂਡੈਂਟ ਕਿੱਥੇ ਦਾਖਲ ਕੀਤੇ ਆ। ਕਹਿੰਦੇ ਜੀ ਅਸੀਂ ਦਾਖਲ ਕੀਤੇ। ਉਹ ਕਹਿੰਦੇ ਫਿਰ ਐਪਲੀਕੇਸ਼ਨ ਤੁਹਾਡੀ ਕੈਂਸਲ ਆ, ਜੋ ਭੱਜੋ, ਨਾ ਤੁਹਾਡਾ ਸੈਂਟਰ ਬਣਨਾ, ਨਾ ਤੁਹਾਡੇ ਬੱਚਿਆਂ ਨੂੰ ਰੋਲ ਨੰਬਰ ਇਸ਼ੂ ਹੋਣੇ ਆ, ਕੁਛ ਨਹੀਂ ਹੋਣਾ। ਆ ਜਿਹੜਾ ਤੁਸੀਂ ਥਾਂ ਦਿੱਤੀ ਆ, ਇਹ ਥਾਂ 'ਚ ਤਾਂ ਮੱਝਾਂ ਵੱਜੀਆਂ ਹੋਈਆਂ ਨੇ, ਕਮਰਾ ਦੱਸੋ ਕਿਹੜਾ? ਕਹਿੰਦੇ ਜੀ ਤੁਸੀਂ ਐਪਲੀਕੇਸ਼ਨ ਤਾਂ ਦੋ, ਮੱਝਾਂ ਖੋਲ ਦਿਆਂਗੇ, ਕਮਰੇ ਤਿਆਰ ਕਰ ਦਿਆਂਗੇ। ਉਹ ਕਹਿੰਦੇ ਸਿੰਗਲ ਕਮਰਾ ਚਾਹੀਦਾ,
ਕਹਿੰਦਾ ਨਹੀਂ ਜੀ, ਇੱਕ ਕਮਰੇ 'ਚ ਦੂਜੇ ਨੂੰ ਰਸਤਾ, ਦੂਜੇ 'ਚ ਤੀਜੇ ਨੂੰ, ਤੀਜੇ 'ਚ ਚੌਥੇ ਨੂੰ ਕੱਢਿਆ ਹੋਇਆ ਰਸਤਾ। ਠੀਕ ਹੈ। ਉਹ ਕਹਿੰਦੇ ਵੀ ਸੈਂਟਰ ਕਿੱਦਾਂ ਬਣੂ? ਕਹਿੰਦਾ ਕੋਈ ਨਹੀਂ, ਬੱਚੇ ਬਿਠਾ ਦਿਆਂਗੇ, ਵਿੱਚ ਦੀ ਲੰਘ ਜਾਣਗੇ। ਉਹ ਕਹਿੰਦੇ ਸੈਂਟਰ ਏਦਾਂ ਨਹੀਂ ਬਣਦਾ, ਕੱਲੇ ਕੱਲੇ ਕਮਰੇ 'ਚ ਇੱਕ ਸੁਪਰਵਾਈਜ਼ਰ ਖੜਾ ਹੋਏਗਾ ਤੇ ਬਾਹਰ ਤੋਂ ਦਰਵਾਜ਼ੇ ਹੋਣਗੇ, ਇੱਕ ਕਮਰੇ ਦੇ ਵਿੱਚੋਂ ਦੂਜਾ ਦਰਵਾਜ਼ਾ ਨਹੀਂ ਨਿਕਲੇਗਾ। ਗਾਂਧੀ ਤੋਂ ਵੱਡਾ ਕੋਈ ਸਿਆਸਤਦਾਨ ਨਹੀਂ ਹੈਗਾ। ਤੇ ਫਿਰ ਗਾਂਧੀ ਵਾਲੀਆਂ ਤਸਵੀਰਾਂ ਸਾਰੀ ਜਗ੍ਹਾ ਚੱਲ ਜਾਂਦੀਆਂ ਤੇ ਸਭ ਰਸਤੇ ਨਿਕਲੇ ਆਉਂਦੇ ਨੇ ਸੁਰਿੰਦਰ ਵੀਰ, ਹੈ ਨਾ। ਸੋ ਇਹ ਮੈਂ ਉਹੀ ਹੈ ਨਾ, ਗੱਲ ਇਹ ਆ ਕਿ ਸਿਸਟਮ ਇੰਨਾ ਗੰਦਾ ਕਰ ਦਿੱਤਾ। ਮੈਨੂੰ ਅੱਜ ਹਾਸਾ ਆ ਰਿਹਾ ਸੀ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਅੱਜ ਐਗਜ਼ਾਮ ਖਤਮ ਹੋ ਗਏ। ਮੈਂ ਕਹਿੰਦਾ ਵੀ ਮਾਸਟਰਾਂ ਦੇ ਸਰਾਧ ਬੰਦ ਹੋ, ਅੱਜ ਖਤਮ ਹੋ ਗਏ। ਠੀਕ ਹੈ ਨਾ, ਅੱਜ ਤੋਂ ਬਾਅਦ ਮਾਸਟਰਾਂ ਨੂੰ ਪੁੱਛਣਾ ਨਹੀਂ ਕਿਸੇ ਨੇ, ਕਿਉਂਕਿ ਸਰਾਧ ਬੰਦ ਹੋ ਗਏ। ਕੱਲ ਸ਼ਾਮ ਤੱਕ ਮਾਸਟਰਾਂ ਦੀ ਪੂਰੀ ਆਓ ਭਗਤ ਸੀ, ਕਿਉਂਕਿ ਅੱਜ ਪੇਪਰ ਸੀਗਾ ਮੇਰਾ। ਕੱਲ ਇੱਕ 10ਵੀਂ ਦਾ ਰਹਿ ਗਿਆ, ਉਹ ਸ਼ਾਇਦ ਸੋਮਵਾਰ ਜਾਂ ਮੰਗਲਵਾਰ ਹੋਵੇ, ਤੇ ਬਾਕੀ ਸਾਰੇ ਖਤਮ ਹੋ ਗਏ। ਮੈਂ ਕਿਹਾ ਮਾਸਟਰਾਂ ਦੇ ਸਰਾਧ ਅੱਜ ਬੰਦ ਹੋ ਗਏ। ਠੀਕ ਹੈ ਨਾ, ਮਤਲਬ ਓਵਰਆਲ ਸਾਡਾ ਜਿਹੜਾ +2 ਤੱਕ ਦਾ ਸਿਸਟਮ ਸੀਗਾ, ਜਾਂ ਸਾਡਾ ਜਿਹੜਾ ਲੈਵਲ ਸੀ ਐਜੂਕੇਸ਼ਨ ਦਾ, ਬੜਾ ਵਧੀਆ ਸੀਗਾ, ਪਰ ਉਸ ਮਿਆਰ ਸਾਰੇ ਨੂੰ ਰੋਲ ਕੇ ਰੱਖ ਦਿੱਤਾ ਗਿਆ। ਮੈਂ ਪਹਿਲਾਂ ਵੀ ਕਿਹਾ ਸੀ, ਮੈਂ ਬੜੀ ਵਾਰ ਇਹ ਗੱਲ ਕੀਤੀ ਸੀ, ਕ੍ਰਿਸ਼ਨ ਕੁਮਾਰ ਤੱਕ ਨੂੰ ਮੈਂ ਕਹਿ ਰਹੀਆਂ ਸੀ। ਤੈਨੂੰ ਪਤਾ ਵੀ ਆਪਾਂ ਚੈਨਲ ਤੇ ਪੂਰੀ ਧੁਲਾਈ ਵੀ ਕਰਤੀ ਸੀ, ਹਾਈ ਕੋਰਟ 'ਚ ਵੀ ਉਹਦੀ ਪੂਰੀ ਹੋਈ, ਤੇ ਓਦਾਂ ਵੀ ਉਹਨੂੰ ਤੇ ਚੱਲਦਾ ਵੀ ਪੂਰਾ ਸੀ। ਅਸੀਂ ਉਹਨੂੰ ਇੱਕੋ ਗੱਲ ਮੈਂ ਕਿਹਾ ਵੀ ਤੁਸੀਂ ਬੇਸ ਤਾਂ ਬਣਾ ਲਓ, ਬੇਸ ਤਾਂ ਤੁਹਾਡਾ ਹੈ ਹੀ ਨਹੀਂ, 8ਵੀਂ ਤੱਕ ਫੇਲ ਨਹੀਂ ਕਰਦੇ। 8ਵੀਂ ਜਾ ਕੇ ਕਹਿੰਦਾ ਕਾਕਾ ਜੀ ਆਹ ਬੋਰਡ ਵੱਲੋਂ ਪੇਪਰ ਆਇਆ, ਸੋਲਵ ਕਰ। ਸੋਲਵ ਕਿੱਥੋਂ ਕਰ ਲੂਗਾ? ਜਿਹੜਾ ਉਹਨੂੰ ਟੀਚਰ ਬਣਾਉਂਦਾ ਉਹ ਤਾਂ ਉਹਦੇ ਤੋਂ ਸੋਲਵ ਨਹੀਂ ਹੋ ਰਹੇ ਜੀ। ਤੇ ਫਿਰ ਸਟੂਡੈਂਟ ਕਿੱਥੋਂ ਕਰ ਲੂਗਾ? ਫਿਰ ਕਹਿੰਦੇ ਨਕਲ ਵੱਜ ਗਈ। ਨਕਲ ਨਹੀਂ ਵੱਜੂ, ਹੋਰ ਅਕਲ ਵੱਜੂ। ਅਕਲ ਤਾਂ ਹੈ ਨਹੀਂ ਤੇ ਨਕਲੀ ਵੱਜੂ, ਹੋਰ ਕੀ ਹੋਊਗਾ? ਬਿਲਕੁਲ ਬਿਲਕੁਲ। ਆਪਣਾ ਜੌਨ ਡੀਅਰ ਕਹਿੰਦੇ ਜੀ ਕੁਝ ਫੈਟ ਬਾਰੇ ਲਿਖਿਆ, ਸ਼ਾਇਦ ਵੱਧ ਘੱਟ ਹੁੰਦੀ ਹੈ, ਕਈ ਵਾਰੀ ਵਾਧੇ ਘਟਦੇ ਰਹਿੰਦੇ ਰੇਟ, ਕੋਈ ਨਹੀਂ। ਤੇ 8 ਰੁਪਏ ਨਹੀਂ ਜੀ, ਕਹਿੰਦੇ 7 ਰੁਪਏ ਦੇ ਹਿਸਾਬ ਨਾਲ ਸਮਥਿੰਗ। ਜੌਨ ਡੀਅਰ ਦਾ ਕਮੈਂਟ ਹੈ। ਔਜਲਾ ਸਾਹਿਬ ਸਵਾਗਤ ਹੈ, ਵੈਲਕਮ। ਸਤਿ ਸ਼੍ਰੀ ਅਕਾਲ ਟੋਣਾ ਬਾਈ ਜੀ ਤੇ ਸਤਿਕਾਰਯੋਗ ਸਰੋਤਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਤੇ ਜਿਹੜੀ ਬੱਕਰੀ ਤੋਂ ਚੀਜ਼ ਬਣਦੀ ਹੈ ਨਾ, ਗਾਊਟ ਚੀਜ਼, ਬਹੁਤ ਮਹਿੰਗੀ ਵੀ ਹੈ ਤੇ ਬਹੁਤ ਸਵਾਦਲੀ ਹੈ ਜੀ, ਬਹੁਤ ਵਧੀਆ ਚੀਜ਼ ਹੈ ਜੀ। ਆਮ ਚੀਜ਼ ਨਾਲੋਂ ਇੱਥੇ ਮਹਿੰਗੀ ਹੈ ਜੀ ਇਹ। ਚਲੋ ਅੱਛਾ, ਜੋ ਵੀ ਉਹਦਾ ਦੁੱਧ। ਟੋਣਾ ਸਾਹਿਬ ਹਾਂਜੀ, ਟੋਣਾ ਸਾਹਿਬ ਆ ਨਵੇਂ ਮੈਡੀਕਲ ਕਾਲਜ ਬੜਾ, ਪੁਰਾਣੀਆਂ ਬਿਲਡਿੰਗਾਂ ਥੋੜੀਆਂ ਖਾਲੀ, ਵਧੀਆ ਬ੍ਰੈਂਡ ਨਿਊ ਬਿਲਡਿੰਗਾਂ ਖਾਲੀ ਹੋਈ ਗਈਆਂ, ਕਾਲਜ ਹੈਗੀਆਂ, ਉੱਥੇ ਖੋਲ ਲੈਣ। ਜਿਹੜਾ ਖੋਲਣਾ ਹੋਰ ਤਾਂ ਕੁਝ ਨਹੀਂ। ਮਸਤੂਆਣਾ ਟਰਸਟ ਕੋਲ ਕਾਫੀ ਵਿਦਿਅਕ ਅਦਾਰੇ ਨੇ, ਇਹਨਾਂ ਕੋਲ ਜਿਹੜਾ ਮੈਡੀਕਲ ਕਾਲਜ ਨਹੀਂ ਹੈਗਾ। ਤੇ ਕਿਉਂਕਿ ਵਿਦਿਅਕ ਟਰਸਟ ਦਾ ਕੰਮ ਅੱਡ ਹੈ, ਗੁਰਦੁਆਰੇ ਦਾ ਅੱਡ ਹੈ, ਤੇ ਵੈਸੇ ਢੀਂਡਸਾ ਸਾਹਿਬ ਦੀ ਇਸ ਟਰਸਟ ਦੇ ਵਿੱਚ ਕਾਫੀ ਪ੍ਰਧਾਨਗੀ ਹੈ। ਮਸਤੂਆਣਾ ਟਰਸਟ ਦਾ ਤੇ SGPC ਦਾ ਕੇਸ ਵੀ ਹਾਈ ਕੋਰਟ ਚੱਲਦਾ, ਢੀਂਡਸਾ ਸਾਹਿਬ ਜਾਣੀ ਕਿ ਬਾਦਲ ਸਾਹਿਬ ਦਾ। ਹਾਂ, ਸੋ ਉਹ ਇੱਥੇ ਮੈਡੀਕਲ ਕਾਲਜ ਹੁਣ ਉਹਨਾਂ ਨੇ ਜਗ੍ਹਾ ਮੁਹੱਈਆ ਕਰਾਈ ਹੈ, ਜਿੱਥੇ ਮਾਨ ਸਾਹਿਬ ਅੱਜ ਆਏ ਨੇ, ਤੇ ਇਸ ਕਰਕੇ ਉੱਥੇ ਹੁਣ ਮੈਡੀਕਲ ਕਾਲਜ ਬਣ ਜਾਏਗਾ ਤੇ ਇਲਾਕੇ ਨੂੰ ਥੋੜਾ ਬਹੁਤਾ ਫਾਇਦਾ ਹੋਏਗਾ, ਕਿਉਂਕਿ ਆਲਰੇਡੀ ਵਿਦਿਅਕ ਟਰਸਟ ਹੈ ਇਹਨਾਂ ਕੋਲ। ਕਿਉਂਕਿ ਇੱਥੇ ਹੀ ਵਿਦਿਅਕ ਟਰਸਟ ਦੇ ਵਿੱਚ ਜਿਹੜੇ ਉਹਨਾਂ ਦੇ ਪ੍ਰਧਾਨ ਸੀ, ਜਦੋਂ ਦੀਪ ਸਿੱਧੂ ਹੋਰਾਂ ਦਾ ਕਾਰਵਾਂ ਜਾਂ ਇੱਥੋਂ ਚੱਲਦਾ ਰਿਹਾ, ਉਹਦੇ 'ਚ ਕਿਤੇ ਨਾ ਕਿਤੇ ਉਹ ਟਰਸਟ ਵਾਲੇ ਪ੍ਰਧਾਨ ਖਹਿਰਾ ਸਾਹਿਬ ਨੇ ਜਾਂ ਜੋ ਵੀ ਨੇ, ਉਹਨਾਂ ਲੋਕਾਂ ਦੀ ਕਿਤੇ ਨਾ ਕਿਤੇ ਸ਼ਮੂਲੀਅਤ ਸੀ। ਤੇ ਢੀਂਡਸਾ ਸਾਹਿਬ ਦਾ ਇੱਥੇ ਵਧੀਆ ਯੋਗਦਾਨ ਹੈ ਟਰਸਟ ਦੇ ਵਿੱਚ, ਤੇ ਇੱਥੇ ਇਹਨਾਂ ਕੋਲ ਮੈਡੀਕਲ ਕਾਲਜ ਨਹੀਂ ਸੀ। ਸੋ ਇਲਾਕੇ ਦੀ ਕਿੰਨੀ ਕੁ ਡਿਵੈਲਪਮੈਂਟ ਹੁੰਦੀ ਹੈ ਜਾਂ ਕੀ ਹੁੰਦਾ ਬਾਅਦ ਦੀ ਗੱਲ ਹੈ, ਪਰ ਉਹ ਸਰਕਾਰ ਨੇ ਸਿਰਫ ਪਰਮਿਸ਼ਨ ਦੇਣੀ ਹੁੰਦੀ ਹੈ ਤੇ ਉਹਦੀ ਸਾਰਾ ਪ੍ਰਬੰਧ ਹੈ ਜਿਹੜਾ ਉਹ, ਜਿਵੇਂ ਹੁਣ ਅਪਡੇਟ ਆ ਰਹੀ ਹੈ ਕਿ ਉਹ ਮਸਤੂਆਣਾ ਵਾਲਿਆਂ ਦਾ ਹੀ ਹੋਏਗਾ ਮੇਰੇ ਖਿਆਲ 'ਚ। ਸਰਕਾਰ ਦਾ ਕਾਲਜ ਨਹੀਂ ਹੈ, ਮਸਤੂਆਣਾ ਟਰਸਟ ਦਾ ਕਾਲਜ ਹੋਏਗਾ, ਪ੍ਰਾਈਵੇਟ ਨੇ ਜੀ। ਜੀ ਅੱਛਾ ਜੀ, ਰਾਤ ਵਾਲੇ ਪ੍ਰੋਗਰਾਮ ਜਿਹੜਾ ਸਾਡੇ ਰਾਤ ਨੂੰ ਤੁਹਾਡੇ ਸਵੇਰ, ਮੈਂ ਥੋੜਾ ਜਿਹਾ ਡਿਲੇ ਹੋ ਗਿਆ ਕਿਉਂਕਿ ਐਪ ਥੋੜੀ ਜਿਹੀ ਸੈਕੰਡ ਲੇਟ ਜਾਂਦੀ ਹੈ, ਮੈਂ ਉਸ ਹਿਸਾਬ ਨਾਲ ਕਾਲ ਕਰੀ ਜੀ। ਤੁਸੀਂ ਕਹਿ ਰਹੇ ਸੀ ਵੀ ਦੁਨੀਆ ਰਫੇਲ ਬਣਾ ਰਹੀ ਹੈ, ਦੁਨੀਆ ਆਹ ਕੁਛ ਬਣਾ ਰਹੀ ਹੈ। ਉਹ ਇੱਕ ਵੈਬ ਸੀਰੀਜ਼ ਜਾਂ ਕਿਤਾਬ ਸੀ, ਭਾਰਤ ਇੱਕ ਖੋਜ ਹੈ? ਨਹੀਂ, ਉਹ YouTube ਤੇ ਪਿਆ, ਉਹ ਨਾ ਨਹਿਰੂ ਨੇ ਕਿਤਾਬ ਲਿਖੀ ਸੀ ਕਿਤਾਬ। ਹਾਂਜੀ ਹਾਂ, ਉਹਦੇ 'ਚ ਉਹਦੀ ਟੈਲੀਵਿਜ਼ਨ ਤੇ ਤੁਹਾਨੂੰ ਚੇਤੇ ਨਹੀਂ ਹੈ, ਆਪਣੇ ਵੇਲੇ ਇਹ ਦੂਰਦਰਸ਼ਨ ਤੇ ਸੀਰੀਅਲ ਚੱਲਦੇ ਹੁੰਦੇ ਸੀਗੇ ਰਮਾਇਣ ਤੋਂ ਪਹਿਲਾਂ ਜਾਂ ਬਾਅਦ 'ਚ, ਤੇ ਉਹ ਬਕਾਇਦਾ 50 ਐਪੀਸੋਡ ਨੇ। ਇੰਡੀਆ ਕਿਵੇਂ ਬਣਿਆ, ਕਿ ਧਰਮ ਸਾਰੀ ਹਿਸਟਰੀ ਹੈ ਉਹਦੇ 'ਚ। ਮੇਰੇ ਕਹਿਣ ਦਾ ਮਤਲਬ ਟਵਾਣਾ ਸਾਹਿਬ ਇਹ ਹੈ, ਰਫੇਲ ਕੰਨੀ ਨੂੰ ਆਪਾਂ ਕੀ ਕਰਨਾ ਹੁਣ? ਅੱਜ ਤਾਂ ਜੀ ਉਹਦੇ ਕੰਮ ਕਰ ਰਹੇ ਵੀ ਮੂਰਤੀਆਂ ਕਿੱਥੇ ਨੇ, ਸ਼ਿਵਲਿੰਗ ਕਿਹੜੀ ਬਿਲਡਿੰਗ ਦੇ ਥੱਲੇ ਪਿਆ। ਹਾਂਜੀ, ਅਜੇ ਤਾਂ ਅਸੀਂ ਉੱਧਰ ਨੂੰ ਖੋਜ ਕਰਨ ਲੱਗੇ ਹੋਏ ਆ। ਵੋਟ ਨਹੀਂ ਸਾਡਾ ਇਹ ਕੋਈ ਧਿਆਨ ਨਹੀਂ ਦੇਸ਼ ਵਾਸੀਆਂ ਦਾ। ਵੋਟ ਪੋਲਿਟਿਕਸ। ਹਾਂਜੀ, ਉਹਦੇ ਪਿੱਛੇ ਅਸੀਂ ਲੜ ਰਹੇ ਆ ਅਜੇ ਤਾਂ। ਉੱਧਰ ਤਾਂ ਸਾਡੀ ਸੋਚ ਹੈ ਹੀ ਨਹੀਂ। ਮਹਿੰਗਾਈ ਕਿੱਧਰ ਨੂੰ ਜਾ ਰਹੀ ਹੈ,
ਪੜ੍ਹਾਈ ਕਿੱਧਰ ਨੂੰ ਜਾ ਰਹੀ ਹੈ, ਦੁਨੀਆ ਕੀ ਪੜ੍ਹ ਰਹੀ ਹੈ। ਹਾਂਜੀ, ਤੇ ਅਸੀਂ ਤਾਂ ਉਹ ਵਿਸ਼ੇ ਨੂੰ ਹੋਇਆ ਵੀ ਭਾਰਤ ਇੱਕ ਹੋਇਆ ਤਾਂ ਇਹ ਖੋਜਣ ਤੇ ਲੱਗੇ ਹੋਏ ਆ ਵੀ ਮਤਲਬ ਕਿੱਥੇ ਕੀ ਸੀ ਕਿਹੜੀ ਸਮਕਾ। ਤੇ ਇਹਨਾਂ ਨੂੰ ਹੈਰੀਟੇਜ ਚੀਜ਼ਾਂ ਬਣਾਓ, ਕੋਈ ਵੀ ਬਣਾ ਗਿਆ ਦੁਨੀਆ ਦੇਖਣ ਆਵੇ। ਸਾਡੀ ਕੋਈ ਵਿਕਸਿਤ ਦੇਸ਼ ਦੇ ਵਿੱਚ ਲੋਕ ਟੂਰਿਜ਼ਮ ਵਧੇ, ਲੋਕ ਦੇਖਣ ਆਉਣ। ਅਸੀਂ ਤਾਂ ਕਹਿੰਦੇ ਨਹੀਂ ਇਹਨੂੰ ਢਾਹੋ, ਇੱਥੇ ਸਾਡਾ ਆਹ ਸੀ, ਇੱਥੇ ਸਾਡਾ ਗੁਰੂ ਬੈਠਾ ਸੀ ਪਹਿਲਾਂ ਜੀ। ਤੇ ਅਸੀਂ ਤਰੱਕੀ ਕਿੱਥੇ ਕਰਨੀ ਹੈ ਟਵਾਣਾ ਸਾਹਿਬ? ਤਰੱਕੀ ਅਸੀਂ ਥੋੜੀ ਕਰਨੀ ਹੈ, ਕੰਮਾਂ ਚ ਪਏ। ਤਰੱਕੀ ਤਾਂ ਅਡਾਨੀ ਅੰਬਾਨੀ ਨੇ ਕਰਨੀ ਹੈ। 60 ਅਰਬਪਤੀ ਤਾਂ ਵੱਧ ਗਏ 2 ਸਾਲਾਂ ਚ, ਉਹਨਾਂ ਨੇ ਤਰੱਕੀ ਕਰਨੀ ਹੈ, ਹਿਮਾਚਲਾਂ ਨੇ ਥੋੜੀ ਕਰਨੀ ਹੈ। ਟਵਾਣਾ ਸਾਹਿਬ ਇੱਕ ਦਿਨ ਇਹੋ ਜਿਹਾ ਆਊ, ਮੇਰੀ ਗੱਲ ਯਾਦ ਰੱਖਿਓ। ਇੱਕ ਤੇ ਹੋਰ ਦੇਖੋ ਜੀ, ਸੋਚੋ, ਮੈਂ ਕਹਿੰਦਾ ਜੇ ਕਿਤੇ ਜਿਹੜੇ ਹਾਲਾਤ ਅੱਜ ਇੰਡੀਆ ਦੇ ਹੈਗੇ, ਜੇ ਕਿਤੇ ਗੋਰੇ ਨਾ ਰਾਜ ਕਰਕੇ ਜਾਂਦੇ, ਮੈਂ ਕਹਿੰਦਾ ਆਪਣੇ ਤਰੱਕੀ ਇਹਨੂੰ 80% ਘੱਟ ਹੁੰਦੀ ਹੋਣੀ। ਇਹਦਾ ਗੋਰਿਆਂ ਦੀ ਮਿਹਰਬਾਨੀ ਹੋ ਗਈ ਜਿਹੜੀ ਤਰੱਕੀ ਕਰਕੇ। ਜਿਹੜੇ ਮੁਲਕਾਂ ਚ ਗੋਰਿਆਂ ਨੇ ਰਾਜ ਨਹੀਂ ਕੀਤਾ, ਸਾਊਥ ਅਫਰੀਕਾ ਦਾ ਹਾਲ ਦੇਖੋ ਕੀ ਆ, ਉਹ ਮੁਲਕਾਂ ਦਾ ਹਾਲ ਕੀ ਆ। ਉੱਥੇ ਭੁੱਖਮਰੀ ਪਈ ਹੈ, ਉੱਥੇ ਅਨਪੜ੍ਹਤਾ, ਉੱਥੇ ਗਰੀਬੀ ਹੈ, ਉੱਥੇ ਕੋਈ ਪੜ੍ਹਾਈ ਹੈ ਨਹੀਂ, ਉੱਥੇ ਗਿਰਜਾਂ ਬੰਦੇ ਖਾਂਦੀਆਂ ਜੋ ਆ ਚੱਕ ਕੇ ਲੈ ਜਾਂਦੀਆਂ ਨੇ। ਇਹਦਾ ਸ਼ੁਕਰ ਕਰਨਾ ਚਾਹੀਦਾ ਕਿ ਸਾਨੂੰ ਮਾੜੀ ਮੋਟੀ ਅਕਲ ਦੇ ਕੇ, ਨਹੀਂ ਤੇ ਜਿਹੜੇ ਸਾਡੇ ਹਾਲਾਤ ਨੇ ਸਾਡੇ ਸਾਊਥ ਅਫਰੀਕਾ ਨੂੰ ਵੀ ਮਾੜੇ ਹੋਣੇ ਸੀ। ਉਹ ਜਿਹੀ ਬਣਾ ਦੇਣਾ, ਘਬਰਾਓ ਨਾ, ਘਬਰਾਓ ਨਾ। ਲਾਈਨਾਂ ਵਿਛਾ ਕੇ ਉਹ ਰੇਲਵੇ ਲਾਈਨਾਂ ਸਾਤੋਂ ਅੱਜ ਤੱਕ ਅਪਗ੍ਰੇਡ ਨਹੀਂ ਹੋਈਆਂ, ਸਪੀਡ ਟ੍ਰੇਨਾਂ ਨਹੀਂ ਬਣੀਆਂ ਅਜੇ ਤੱਕ ਸਾਤੋਂ। ਅਸੀਂ ਅਜੇ ਤਾਂ ਹੋਰ ਪਾਸੇ ਪਏ ਆ। ਇਹ ਤਾਂ ਸਾਨੂੰ, ਮੈਂ ਤਾਂ ਕਹਿੰਦਾ ਧੰਨਵਾਦ ਜੀ, ਹੋਰ 100 ਸਾਲ ਕਰ ਜਾਂਦੇ ਰਾਜ, ਉਹ ਹੋਰ ਕੁਝ ਬੜਾ ਮੋਟਾ ਵਧੀਆ। ਸਾਊਥ ਅਫਰੀਕਾ ਜੇ ਕੰਮ ਕੋਈ ਮਿਸਾਲ ਆ, ਜ਼ਿੰਬਾਬਵੇ ਕੰਟਰੀ, ਅਜੇ ਵੀ ਜ਼ਿੰਬਾਬਵੇ ਵਧੀਆ ਕੰਟਰੀ ਆ ਬਾਕੀਆਂ ਨੂੰ। ਕਿਉਂ ਆ? ਉੱਥੇ ਗੋਰੇ ਰਾਜ ਕਰਕੇ ਗੋਰੇ ਉੱਥੇ ਰਹਿੰਦੇ ਨੇ ਤੇ ਉਹ ਵਧੀਆ ਕੰਟਰੀ ਆ ਬਾਕੀਆਂ ਨੂੰ। ਦੇਖ ਲਓ ਹਾਲਾਤ ਕੀ ਨੇ ਜੀ ਬਾਕੀ ਕੰਟਰੀਆਂ ਜਿੱਥੇ ਗੋਰੇ ਨਹੀਂ ਗਏ। ਅਸੀਂ ਤਾਂ, ਸਾਡੀ ਤਾਂ ਮਤਲਬ ਸੋਚ ਨਹੀਂ ਡਿਵੈਲਪ ਹੋਈ ਸਾਡੀ ਤਾਂ। ਜਿਵੇਂ ਬੱਚੇ ਨਹੀਂ ਕਹਿੰਦੇ ਇਹਦੇ ਭਾਈ 4 ਸਾਲ ਦਾ ਹੀ ਦਿਮਾਗ ਹੈ, ਬੱਚੇ ਦਾ ਡਿਵੈਲਪ ਹੋਣਾ ਹੀ ਨਹੀਂ। ਅਸੀਂ ਤਾਂ ਉੱਥੇ ਹੀ ਖੜੇ ਹਾਂ ਜੀ। ਬਿਲਕੁਲ, ਥੈਂਕ ਯੂ ਕਿਸੇ ਦੇਸ਼ ਬਾਰੇ ਅਸੀਂ ਨਹੀਂ ਸੋਚਦੇ ਜੀ। ਥੈਂਕ ਯੂ। ਬਿਲਕੁਲ, ਮਜ਼ਹਬ ਹਰ ਬੰਦਾ ਕਹਿੰਦਾ ਸਾਡਾ ਹੀ ਰਾਜ ਚੱਲੇ। ਖਾਲਸੇ ਕਹਿੰਦੇ ਸਾਡਾ 96 ਕਰੋੜ ਖਾਲਸਾ ਹੋ ਜੂ, ਖਾਲਸੇ ਦਾ ਰਾਜ ਚੱਲੂ। ਹਿੰਦੂ ਕਹਿੰਦੇ ਸਾਡਾ ਜਿਹੜਾ ਭਾਰਤ ਨਹੀਂ ਪੂਰੀ ਦੁਨੀਆ 'ਚ ਵਿਸ਼ਵ ਕੁਟੁੰਬਕਮ। ਤੇ ਦੂਸਰੇ ਕਹਿੰਦੇ ਨੇ ਆਪਣਾ ਮੁਸਲਮਾਨ ਕਹਿੰਦੇ ਸਾਰੀ ਦੁਨੀਆ 'ਚ ਹੀ ਅੱਲਾ ਮੀਆਂ ਚੱਲੋ। ਕੀ ਕਰੋਗੇ? ਮਰ ਜਾਓ, ਲੜ ਕੇ ਮਰ ਜਾਓ, ਏਦਾਂ ਹੀ ਕੁਛ ਨਹੀਂ ਹੋਣਾ। ਸੁਰਿੰਦਰ ਵੀਰ, ਕਰੀਏ ਸਮਾਪਤੀ, ਲੰਗਰ ਛਕੀਏ ਮੰਨੀਆਂ। ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮਿਹਰਬਾਨੀ। ਸਤਿ ਸ਼੍ਰੀ ਅਕਾਲ। ਲਾਅ ਐਂਡ ਆਰਡਰ ਦੀ ਬੜੀ ਸਥਿਤੀ ਖਰਾਬ ਹੈ। ਇੱਕ ਸੁਨਿਆਰ ਪੇਸ਼ੇ ਨਾਲ ਜੁੜਿਆ ਵਿਅਕਤੀ ਚੱਕ ਕੇ ਅਗਵਾ ਕਰਕੇ ਕਤਲ ਕਰ ਦਿੱਤਾ। ਕੋਲ ਪਿਸਟਲ, ਰਿਵਾਲਵਰ ਵੀ ਸੀ, ਸਭ ਕੁਝ ਸੀ, ਬਣਿਆ ਫੇਰ ਕੁਛ ਨਹੀਂ। ਤੇ ਬਾਬਾ ਵੀ ਸੀ, ਚੌਂਕੀਆਂ ਵੀ ਲਾਉਂਦਾ ਸੀ। ਉਹਦੇ ਤੇ ਵੀ ਗੱਲ ਕਰਾਂਗੇ। ਸਾਨੂੰ ਸਪੋਰਟ ਕੀਤਾ ਗੋਲਡਨ ਕੀ ਐਕਸਪ੍ਰੈਸ LLC ਪੈਲਸਨਵੀਨੀਆ ਵਾਲਿਆਂ ਨੇ, ਜੋ ਰਿਫਰ ਦਾ ਤੁਹਾਨੂੰ ਲੋਡ ਦਿੰਦੇ ਨੇ। ਓਨਰ ਆਪਰੇਟਰ ਇਹਨਾਂ ਨੂੰ ਚਾਹੀਦੇ ਨੇ ਜਿਨ੍ਹਾਂ ਕੋਲ ਆਪਣੇ ਰਿਫਰ ਨੇ। ਸੋ ਕੰਪਨੀ ਦੇ ਡਾਇਰੈਕਟ ਲੋਡ ਦਿੰਦੇ ਨੇ, ਬ੍ਰੋਕਰ ਨਹੀਂ ਹੈ। ਸਿਰਫ 10% ਕਮਿਸ਼ਨ ਤੇ ਕੰਮ ਕਰਦੇ ਨੇ, ਚਾਰਜਿੰਗ ਮਨੀ। ਤੇ ਬਹੁਤ ਅੱਛੇ ਲੋਡ ਨੇ। ਲਰੀਡੋ ਟੈਕਸਸ, ਸਲੋਵੇਨੀਆ, ਮਿਸ਼ੀਗਨ, ਜੌਨਸਟਾਊਨ, ਪੈਂਸਿਲਵੇਨੀਆ ਦੇ ਲੋਡ ਨੇ। ਰਿਫਰ ਟੈਂਪਰੇਚਰ 33 ਤੋਂ 54 ਡਿਗਰੀ ਦਰਮਿਆਨ ਦਾ। ਫਰੋਜ਼ਨ ਲੋਡ ਬਹੁਤ ਘੱਟ ਹੁੰਦੇ ਨੇ। ਸ਼ਿਪਰ ਟੂ ਸ਼ਿਪਰ ਲੋਡ ਨੇ ਤੇ ਤੁਹਾਨੂੰ ਰੀਫਰ ਖਰੀਦਣ 'ਚ ਵੀ ਇਮਦਾਦ ਕਰਦੇ ਨੇ। ਅਵਤਾਰ ਸਿੰਘ ਬੈਦਵਾਨ ਨੇ ਬਾਈ ਜੀ ਸੁਹਾਣਾ ਸਾਹਿਬ ਆਪਣੇ ਕਾਲਰ, ਉਹਨਾਂ ਦੇ ਬੇਟੇ ਪ੍ਰਗਟ ਸਿੰਘ ਬੈਦਵਾਨ ਹੋਰਾਂ ਦਾ ਕਾਰੋਬਾਰ ਹੈ। goldenkeyexpress.com ਵੈਬਸਾਈਟ ਹੈ। ਈਮੇਲ ਹੈ goldenkeyexpress@gmail.com। ਨੰਬਰ ਹੈ ਪ੍ਰਗਟ ਸਿੰਘ ਆਪਣਾ ਬੈਦਵਾਨ ਦਾ। ਆਫਿਸ ਦਾ ਨੰਬਰ ਹੈ 484 320 6700 4843206700। ਸੈਲਫੋਨ ਆਫਿਸ ਨੰਬਰ ਹੈ ਤੇ ਸੈਲਫੋਨ ਹੈ ਪ੍ਰਗਟ ਹੋਰਾਂ ਦਾ 302 563 0080 302 563 0080। ਇਸੇ ਤਰ੍ਹਾਂ ਬਾਈ ਬਲਵੀਰ ਸਿੰਘ ਸਮਾਨਪੁਰ ਪਰਿਵਾਰ ਹੈ, ਅਮਰੀਕਾ 'ਚ ਇਹਨਾਂ ਦੇ ਕਈ ਸਾਰੇ ਕਾਰੋਬਾਰ ਹੈ। ਵਾਸ਼ਿੰਗਟਨ ਦੇ ਵਿੱਚ ਹੈ ਆਰਲਿੰਗਟਨ ਫਿਊਲ ਸ਼ਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਟਰੱਕਾਂ ਦਾ ਸਮਾਨ ਸਮਗਰੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਹੈ ਇਹਨਾਂ ਦੀ ਕੈਲੀਫੋਰਨੀਆ ਦੇ ਵਿੱਚ ਹੈ, ਲਾਸਟਵੈਲ ਟਰੈਵਲ ਸੈਂਟਰ 1414 ਅਲੋਮਾ ਸਟਰੀਟ, ਲਾਸਟਵੈਲ ਐਗਜ਼ਿਟ 278 ਤੇ। ਇਸ ਲੋਕੇਸ਼ਨ ਤੇ ਚਾਹ, ਸ਼ਾਵਰ, ਲਾਂਡਰੀ, ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਲਿਕਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦ ਉਪਯੋਗ ਕਰੋ। ਬਲਵੀਰ ਸਿੰਘ ਸਮਾਨਪੁਰ ਹੋਰਾਂ ਦਾ ਫਿਊਲ ਕੰਪਨੀਆਂ ਦਾ ਕਾਰੋਬਾਰ ਹੈ। ਇਹਨਾਂ ਦੀਆਂ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ 425 232 84 13 4252328413 ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ।
ਭੀਖੀਵਿੰਡ ਦੇ ਵਿੱਚ ਸੁਨਿਆਰੇ ਦਾ ਕੰਮ ਕਰਦੇ 48 ਸਾਲਾ ਰਣਜੀਤ ਸਿੰਘ ਦਾ ਬੇਰਹਿਮੀ ਨਾਲ ਕਤਲ ਹੋਇਆ ਜਦੋਂ ਉਹ ਕੰਮ ਕਾਜ ਖਤਮ ਕਰਕੇ ਘਰ ਨੂੰ ਜਾ ਰਿਹਾ ਸੀ ਤੇ ਰਣਜੀਤ ਸਿੰਘ ਪੁੱਤਰ ਅੰਗਰੇਜ਼ ਸਿੰਘ ਬੀਤੀ ਸ਼ਾਮ 7 ਵਜੇ ਭੀਖੀਵਿੰਡ ਤੋਂ ਆਪਣੀ ਦੁਕਾਨ ਬੰਦ ਕਰਕੇ ਅੰਮ੍ਰਿਤਸਰ ਆਪਣੇ ਘਰੇ ਜਾ ਰਿਹਾ ਸੀ। ਘਰ ਨਹੀਂ ਪੁੱਜਾ। ਅੱਜ ਸਵੇਰੇ ਉਸ ਦੀ ਲਾਸ਼ ਨੌਰੰਗਾਬਾਦ ਨੇੜੇ ਰਹਿਸ਼ੀਆਣਾ ਦੇ ਵਿੱਚੋਂ ਬਰਾਮਦ ਹੋਈ ਹੈ। ਸਵਿਫਟ ਗੱਡੀ ਦੇ ਵਿੱਚ ਸੀ ਉਹ। ਇੱਕ ਲਾਇਸੈਂਸੀ ਰਿਵਾਲਵਰ ਸੀ, ਸੋਨੇ ਦਾ ਬੈਗ ਸੀਗਾ, ਹੱਥਾਂ ਦੀਆਂ ਮੁੰਦਰੀਆਂ, ਸੋਨੇ ਦੇ ਹੋਰ ਗਹਿਣੇ ਜੋ ਉਹਦੇ ਕੋਲ ਸੀ ਸਭ ਗਾਇਬ ਨੇ। ਪਿੱਛੇ 3 ਬੇਟੀਆਂ ਨੇ, 3 ਬੇਟੇ ਨੇ ਤੇ ਇੱਕ ਬੇਟੀ ਹੈ ਤੇ ਰਣਜੀਤ ਸਿੰਘ ਪਿੰਡ ਬਲੇਰ ਦਾ ਰਹਿਣ ਵਾਲਾ ਸੀ ਤੇ ਅੰਮ੍ਰਿਤਸਰ ਸ਼ਹੀਦ ਊਧਮ ਸਿੰਘ ਨਗਰ ਦੇ ਵਿੱਚ ਰਹਿੰਦਾ ਸੀ ਤੇ ਰਣਜੀਤ ਸਿੰਘ ਦਾ ਪਿਤਾ ਵੀ ਇੱਕ ਧਾਰਮਿਕ ਡੇਰੇ ਤੇ ਗੱਦੀ ਲਾਉਂਦਾ ਸੀ। ਉਸ ਦੀ ਮੌਤ ਤੋਂ ਬਾਅਦ ਰਣਜੀਤ ਸਿੰਘ ਵੀ ਉਸੇ ਧਾਰਮਿਕ ਡੇਰੇ ਤੇ ਗੱਦੀ ਲਾ ਰਿਹਾ ਸੀ ਤੇ ਲਾਸ਼ ਉਸ ਦੀ ਬਰਾਮਦ ਹੋਈ ਹੈ। ਲੁੱਟ-ਖੋਹ ਦੀ ਮਨਸ਼ਾ ਜਾਂ ਕੋਈ ਨਿੱਜੀ ਕਾਰਨ ਇਹ ਅਜੇ ਸਮਝੋਂ ਬਾਹਰ ਹੈ। ਸਾਨੂੰ ਸਪੋਰਟ ਕੀਤਾ ਹੈ ਬਾਈ ਸੁੱਖੀ ਘੁੰਮਣ ਹੋਰਾਂ ਨੇ। ਬੇਕਰਸਫੀਲਡ ਇਲਾਕੇ 'ਚ ਵਿਚਰ ਰਹੇ ਤੇ ਮਾਰੋ ਟਰੱਕ ਟਰਾਲਿਆਂ ਨੂੰ ਬ੍ਰੇਕ ਯੂਨੀਅਨ ਵਿਲੇਜ ਟਰੱਕ ਸ਼ਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਹੈ ਜਿੱਥੇ ਦੇਸੀ ਘਿਓ ਦੇ ਪਰੌਂਠਿਆਂ ਦਾ ਦਹੀਂ ਨਾਲ ਲਓ ਲੁਤਫ ਇਹਨਾਂ ਦੀ ਖਾਸੀਅਤ ਹੈ। ਹੋਰ ਭਾਰਤੀ ਵਿਦੇਸ਼ੀ ਖਾਣੇ ਛਕੋ ਛਕਾਓ। ਟਰੱਕ ਤੋਂ ਆਓ, ਡੀਜ਼ਲ ਪਾਓ। ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਵਿਲੇਜ ਟਰੱਕ ਸ਼ਾਪ ਤੇ ਇੰਡੀਅਨ ਰੈਸਟੋਰੈਂਟ। ਐਡਰੈਸ 2201 ਸਾਊਥ ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ। ਜ਼ਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁੱਖੀ ਘੁੰਮਣ ਹੋਰਾਂ ਦਾ ਕਾਰੋਬਾਰ ਹੈ ਜਿਨ੍ਹਾਂ ਦਾ ਨੰਬਰ ਹੈ 661 304 7500 6613047500 ਤੇ ਜੈਕ ਘੁੰਮਣ ਹੋਰਾਂ ਦਾ ਨੰਬਰ ਹੈ 661 304 7500। ਜੈਕ ਘੁੰਮਣ ਹੋਰਾਂ ਦਾ ਨੰਬਰ ਹੈ 661 885 8858 6618858858 ਨੰਬਰ ਹੈ ਜੈਕ ਘੁੰਮਣ ਹੋਰਾਂ ਦਾ। ਬੇਕਰਸਫੀਲਡ ਦੇ ਵਿੱਚ ਯੂਨੀਅਨ ਵਿਲੇਜ ਟਰੱਕ ਸ਼ਾਪ ਤੇ ਇੰਡੀਅਨ ਰੈਸਟੋਰੈਂਟ। ਗਰਮੀ ਹੈ, ਨਹਾਉਣ ਨਾਲ ਬਹੁਤ ਲੋਕ ਡੁੱਬ ਰਹੇ ਨੇ। ਬੱਚਿਆਂ ਨੂੰ ਵਰਜੋ। ਜੇ ਬੱਚਿਆਂ ਨੂੰ ਕੋਈ ਗਿਫਟ ਦੇਣਾ ਚਾਹੁੰਦੇ ਹੋ ਸਵਿਮਿੰਗ ਪੂਲ ਦੀ ਐਂਟਰੀ ਕਰਾ ਕੇ ਦੇ ਦਿਓ ਮਹੀਨੇ ਦੀ। ਮਹੀਨੇ 'ਚ ਬੱਚਾ ਕਾਫੀ ਕੁਝ ਸਿੱਖ ਜਾਂਦਾ। ਟਾਂਡਾ ਉੜਮੁੜ ਦੇ ਬੇਟ ਖੇਤਰ ਦੇ ਪਿੰਡ ਅਬਦੁੱਲਾਪੁਰ ਦੇ ਵਿੱਚ 2 ਨੌਜਵਾਨ ਜਿਹੜੇ ਡੁੱਬ ਕੇ ਇਸ ਦੁਨੀਆ ਤੋਂ ਰੁਖਸਤ ਹੋ ਗਏ। ਆਪਸ ਦੇ ਵਿੱਚ ਜੀਜਾ ਸਾਲਾ ਸਨ। ਉਮਰ ਵੀ ਬਹੁਤੀ ਨਹੀਂ ਸੀ। ਵੀਰ ਸਿੰਘ 23 ਸਾਲ ਦਾ ਸੀ। ਕੁਲਵੰਤ ਸਿੰਘ ਦਾ ਪੁੱਤਰ ਸੀ। ਪਿੰਡ ਬੂਟਾ, ਜ਼ਿਲ੍ਹਾ ਕਪੂਰਥਲਾ ਦਾ ਤੇ ਉਹ ਆਪਣੇ ਚਚੇਰੇ ਭਰਾ ਗਗਨ ਦੇ ਨਾਲ ਸਹੁਰੇ ਘਰ ਗਿਆ ਪਿੰਡ ਅਬਦੁੱਲਾਪੁਰ ਤੇ ਜਿਵੇਂ ਹੁੰਦਾ ਕਿ ਪ੍ਰਾਹੁਣਾ ਆਇਆ ਤੇ ਪ੍ਰਾਹੁਣਾ ਨਾਲ ਆਪਣੇ ਛੋਟੀ ਜਿਹੀ ਉਮਰ ਦੇ ਸਾਲੇ ਨੂੰ ਲੈ ਗਿਆ ਤੇ ਉਸ ਦੌਰਾਨ ਇਹ ਸਾਲੇ ਤੇ ਭਣੋਈਏ ਦੋਨਾਂ ਦੀ ਡੁੱਬਣ ਨਾਲ ਮੌਤ ਹੋ ਗਈ। ਸਾਲਾ ਇਹਦਾ 19 ਵਰ੍ਹਿਆਂ ਦਾ ਸੀ ਤੇ ਇਹ 23 ਵਰ੍ਹਿਆਂ ਦਾ ਸੀ ਨੌਜਵਾਨ ਜੋ ਆਪਣੇ ਸਹੁਰੇ ਘਰ ਆਇਆ ਸੀ ਤੇ ਡੁੱਬ ਕੇ ਮੌਤ ਹੋ ਗਈ ਹੈ। ਸਵਿਮਿੰਗ ਇਜ਼ ਦੀ ਮਦਰ ਆਫ ਆਲ ਗੇਮਸ। ਜੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਹੋ, ਸ਼ਹਿਰਾਂ 'ਚ ਆਮ ਬਣੇ ਨੇ ਸਵਿਮਿੰਗ ਪੂਲ, ਉੱਥੇ ਸਿਖਾਇਆ ਜਾ ਸਕਦਾ ਜਾਂ ਜਿਹੜੀਆਂ ਛੋਟੀਆਂ ਕੱਸੀਆਂ ਨੇ, ਸੂਏ ਨੇ, ਉਹਨਾਂ 'ਚ ਸਵਿਮਿੰਗ ਸਿਖਾਓ। ਸਵਿਮਿੰਗ ਜੇ ਸਿਖਾਉਣੀ ਆ, ਜੇ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ, ਇੱਕ ਦੇਸੀ ਝੋਲਾ ਲੈ ਲਓ। ਝੋਲੇ 'ਚ ਕੋਕ ਦੀਆਂ 2 ਕਿਲੋ ਵਾਲੀਆਂ ਖਾਲੀ ਬੋਤਲਾਂ ਲੈ ਲਓ, ਉਹਨਾਂ ਨੂੰ ਬੋਡੀ ਨਾਲ ਬੰਨ੍ਹ ਲਓ। ਸਵਿਮਿੰਗ ਬਹੁਤ ਜਲਦੀ ਸਿੱਖ ਜਾਓਗੇ। ਉਹ 4 ਕਿਲੋ ਦੀ ਬੋਟਲ ਜਾਂ 5 ਕਿਲੋ ਦੀ 5 ਲੀਟਰ ਦੀ ਪਲਾਸਟਿਕ ਦੀ ਪੀਪੀ ਗੈਲਨ ਖਾਲੀ ਕਰਕੇ ਅੱਛੀ ਤਰ੍ਹਾਂ ਟਾਈਟ ਕਰਕੇ ਆਪਣੀ ਬੈਕ ਤੇ ਬੰਨ੍ਹ ਲਓ। ਉਹ ਤੁਹਾਨੂੰ ਡੁੱਬਣ ਨਹੀਂ ਦੇਗਾ ਭਾਵੇਂ ਦਰਿਆ 'ਚ ਡਿੱਗ ਜਾਓ। 5 ਲੀਟਰ ਹਵਾ ਤੁਹਾਨੂੰ ਡੁੱਬਣ ਨਹੀਂ ਦਿੰਦੀ। ਇਹ ਜਿਹੜਾ ਸੇਫਟੀ ਜੈਕਟਾਂ ਹੁੰਦੀਆਂ ਨੇ ਇਹਨਾਂ 'ਚ ਕੋਈ ਰੱਬ ਨਹੀਂ ਹੁੰਦਾ ਪਾਇਆ ਹੋਇਆ। ਕੋਕ ਦੀਆਂ 4 ਬੋਤਲਾਂ ਖਾਲੀ ਕਰਕੇ ਝੋਲੇ 'ਚ ਪਾ ਕੇ ਪਿੱਠ ਤੇ ਬੰਨ੍ਹ ਲਓ। ਜੇ ਪੈਸੇ ਨਹੀਂ ਲਾਉਣੇ, ਜਿਹੜੇ ਮਰਜ਼ੀ ਦਰਿਆ 'ਚ ਛਾਲ ਮਾਰ ਦਿਓ। ਸਵਿਮਿੰਗ ਸਿੱਖ ਜਾਓਗੇ। ਥੋੜਾ ਸਪੋਰਟ ਤੁਹਾਨੂੰ ਉਹਨੇ ਕਰਨਾ। ਜੇ ਨਹੀਂ ਕੁਝ ਕਰਨਾ, ਸਕੂਟਰ ਮੋਟਰਸਾਈਕਲ ਦੀ ਖਾਲੀ ਟਿਊਬ ਲੱਕ ਨੂੰ ਪਾ ਲਓ, ਬੰਨ੍ਹ ਲਓ, ਉਹ ਵੀ ਤੁਹਾਨੂੰ ਡੁੱਬਣ ਨਹੀਂ ਦਿੰਦੀ। ਪਰ ਡੋਲਿਆਂ ਦੇ ਜੋਸ਼ ਦੇ ਵਿੱਚ ਜੇ ਛਾਲ ਮਾਰੋਗੇ ਮਰੋਗੇ, ਕਿਉਂਕਿ ਮੱਤ ਕੋਈ ਦਿੰਦਾ ਨਹੀਂ ਨਾ। ਘਰੋਂ ਖਾ ਕੇ ਮੱਤ ਵੀ ਨਹੀਂ ਦਿੰਦਾ ਕੋਈ। ਅਗਲਾ ਕਹਿੰਦਾ ਸਾਨੂੰ ਕੀ। ਸੋ ਹਰ ਦਿਨ 2-4 ਮੌਤਾਂ ਡੁੱਬਣ ਨਾਲ ਹੁੰਦੀਆਂ ਨੇ ਅਤੇ ਕਿੰਨਿਆਂ ਦੀ ਜਿਨ੍ਹਾਂ ਦੀ ਖਬਰ ਤੱਕ ਨਹੀਂ ਲੱਗਦੀ। ਸਵਿਮਿੰਗ ਸਿੱਖਣੀ ਚਾਹੀਦੀ ਹੈ। ਬਹੁਤ ਅੱਛੀ ਐਕਸਰਸਾਈਜ਼ ਹੈ, ਬੜਾ ਲੁਤਫ ਆਉਂਦਾ ਸਵਿਮਿੰਗ ਦਾ। ਪਰ ਜਿਹੜੇ ਖਾਸ ਕਰਕੇ ਪੂਲ ਬਣੇ ਨੇ ਜਾਂ ਜਿੱਥੇ ਵਾਟਰ ਗੇਮਸ ਹੁੰਦੀਆਂ ਨੇ ਉੱਥੇ ਜਾ ਕੇ ਸਿਖਾਓ। ਉੱਥੇ ਮਹਿੰਗਾ ਬਹੁਤ ਹੈ, 150-200 ਰੁਪਏ ਘੰਟਾ ਤੁਹਾਨੂੰ ਚਾਰਜ ਕਰਦੇ ਨੇ। ਸਵਿਮਿੰਗ ਪੂਲ 'ਚ ਸਿਖਾਓ। ਜੇ ਬੱਚਿਆਂ ਨੂੰ ਸਿਖਾਉਣੀ ਹੈ ਕੋਲ ਖੜ ਕੇ ਸਿਖਾਓ। ਅੱਛੇ ਤੈਰਾਕ ਨੇ ਜਿਹੜੇ, ਉਹਨਾਂ ਦੀ ਹਾਜ਼ਰੀ 'ਚ ਉਹਨਾਂ ਨੂੰ ਸੇਵਾ ਸੁਵਾ ਕਰੋ, ਕੁੱਕੜ ਖਵਾਓ ਤੇ ਉੱਥੇ ਉਹਨਾਂ ਦੇ ਇਹਤਿਆਤ ਦੇ ਵਿੱਚ ਟ੍ਰੇਨਿੰਗ ਲਓ। ਕਿਉਂਕਿ ਬੱਚੇ ਚੋਰੀ ਸਿੱਖਣ ਜਾਂਦੇ ਨੇ ਤੇ ਫਿਰ ਡੁੱਬਦੇ ਨੇ, ਸਿੱਧੇ ਦਰਿਆ 'ਚ ਵੜਦੇ ਨੇ। ਪਾਣੀ ਵੇਖ ਕੇ ਬੰਦੇ ਦੀਆਂ ਲਾਲਾਂ ਡਿੱਗਦੀਆਂ, ਮੂੰਹ 'ਚ ਪਾਣੀ ਆ ਜਾਂਦਾ ਕਿ ਪਾਣੀ 'ਚ ਛਾਲ ਮਾਰਾਂ। ਇਹ ਕਿਉਂਕਿ ਜਲ ਮਿਲਿਆ, ਪਰਮੇਸ਼ਰ ਮਿਲਿਆ, ਮਨੁੱਖ ਦੀ ਫਿਤਰਤ ਹੈ। ਖੈਰ, ਸਾਨੂੰ ਸਪੋਰਟ ਕੀਤਾ
ਵਾਸ਼ਿੰਗਟਨ ਫੀਲਡ ਸਰਵਿਸ ਨੇ ਸਿਆਟਲ ਇਲਾਕੇ ਦੇ ਲੋਕਾਂ ਲੋੜ ਚਾਹੁੰਦੇ ਹੋ, ਲੰਮੇ ਰੂਟਾਂ ਤੋਂ ਉਕਤਾਏ ਹੋ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਤੇ ਸਾਂਝ ਬਣਾਓ ਵਾਸ਼ਿੰਗਟਨ ਫੀਲਡ ਸਰਵਿਸ ਵਾਲਿਆਂ ਨਾਲ, ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਪੰਜਾਬੀ ਅੰਗਰੇਜ਼ੀ ਚ ਦਿੰਦੇ ਨੇ। ਡਰਾਈਵਿੰਗ ਦੀ ਜੌਬ ਆਵਰ ਲਈ ਬਹੁਤ ਅੱਛੇ ਵੇਜ਼ਸ ਪੇ ਕੀਤੇ ਜਾਂਦੇ ਨੇ। ਸੋ ਔਨਰ ਆਪਰੇਟਰ ਡਰਾਈਵਰ ਵੀ ਸੰਪਰਕ ਕਰਨ। ਬਾਈ ਜਗਦੇਵ ਸੰਧੂ ਦਾ ਨੰਬਰ 253 266 6924 2532666924 ਨੰਬਰ ਹੈ ਜਗਦੇਵ ਸੰਧੂ ਦਾ। ਤੇ ਗੈਰੀ ਧਾਲੀਵਾਲ ਦਾ ਨੰਬਰ 206 354 4060 2063544060। ਅਪ੍ਰੈਲ ਮਹੀਨੇ ਦੇ ਦੌਰਾਨ ਜਿਨ੍ਹਾਂ ਸੱਜਣਾਂ ਨੇ ਮਾਇਆ ਭੇਜੀ ਇਸ ਫਾਰਮ ਨੂੰ ਸਪਾਂਸਰ ਕੀਤਾ, ਜਾਣੀ ਕਿ ਪੈਸੇ ਦੇ ਕੇ ਸੁਣਿਆ ਜਿਵੇਂ ਅਖਬਾਰ ਖਰੀਦਦੇ ਆ, ਇਦਾਂ ਸਾਡੀ ਸਬਸਕ੍ਰਿਪਸ਼ਨ ਚੱਲਦੀ ਹੈ। ਜਿਨ੍ਹਾਂ ਨੇ ਅਪ੍ਰੈਲ ਮਹੀਨੇ ਦੇ ਦੌਰਾਨ ਕੰਟੀਨਿਊ ਭੇਜੀ ਹੈ ਉਹ ਨੇ ਗੁਰਮੀਤ ਸਿੰਘ ਸੰਧੂ ਚੁੱਪ ਕੀਤੀ ਵਾਲੇ ਬ੍ਰਹਮਟਨ ਤੋਂ, ਹਰਿੰਦਰ ਸਿੰਘ ਸਰਾਂ ਕੈਨੇਡਾ ਤੋਂ ਬਾਈ ਜੀ ਅੱਜ ਜੁੜੇ ਨਹੀਂ, ਗੁਰਪ੍ਰੀਤ ਸਿੰਘ ਰੋਬੀ ਮੰਝ, ਓਂਕਾਰ ਸਿੰਘ, ਰਾਜਵੀਰ ਸਿੰਘ, ਜਗਦੇਵ ਸਿੰਘ ਸਿੱਧੂ ਕੈਨੇਡਾ ਤੋਂ ਬਾਈ ਜੀ, ਗੁਰਦੀਪ ਸਿੰਘ ਔਲਖ ਨਿਊਜ਼ੀਲੈਂਡ ਤੋਂ, ਹਰਮੀਤ ਸਿੰਘ ਸੋਤਾ, ਕੁਲਜਿੰਦਰ ਸਿੰਘ ਬਲਗਣ, ਮਨਜੀਤ ਸਿੰਘ ਤੇ ਰੇਸ਼ਮ ਬਰਾੜ ਬਾਈ ਜੀ ਕੈਲਗਰੀ ਤੋਂ, ਹਰਪ੍ਰੀਤ ਸਿੱਧੂ, ਜਸਵੀਰ ਸਿੰਘ ਚਹਿਲ, ਕਾਂਜਲੀ ਪਿੰਡ ਵਾਲੇ ਬੇਨੜਾ ਤੋਂ ਕੈਲਗਰੀ ਤੋਂ, ਤੇ ਦਰਵਿੰਦਰ ਧਾਲੀਵਾਲ ਤੇ ਗੁਰਦੇਵ ਸਿੰਘ ਬਾਈ ਜੀ ਆਸਟ੍ਰੇਲੀਆ ਤੋਂ, ਹਰਨੇਕ ਸਿੰਘ ਕੈਨੇਡਾ ਤੋਂ, ਇੰਦਰਪ੍ਰੀਤ ਟਵਾਣਾ ਗਰਾਈ ਮੇਰਾ ਕੈਨੇਡਾ ਤੋਂ ਤੇ ਦਲਵੀਰ ਸਿੰਘ। ਇਹ ਮੰਥਲੀ ਸਬਸਕ੍ਰਿਪਸ਼ਨ ਹੈ ਜਿਹੜੀ ਇਹਨਾਂ ਸੱਜਣਾਂ ਨੇ ਭੇਜੀ ਹੈ। ਬਾਕੀ ਬਾਈ ਜੀ ਰਘਵੀਰ ਸਿੰਘ ਫੇਸਬੁੱਕ ਤੇ ਜੁੜੇ ਨੇ ਜਿਨ੍ਹਾਂ ਨੇ ਇਕੱਠਿਆਂ ਇਹ ਸਬਸਕ੍ਰਿਪਸ਼ਨ ਭੇਜੀ ਸੀ, ਉਹਨਾਂ ਦਾ ਵੀ ਧੰਨਵਾਦ। ਪਰਮਜੀਤ ਸਿੰਘ ਪੰਗੂ, ਮਨਜੀਤ ਚਹਿਲ, ਗੁਰਮੁਖ ਸਿੰਘ ਤੇ ਬਲਰਾਜ ਸਿੰਘ ਸੰਧੂ ਅੰਕਲ ਸਬਸਕ੍ਰਾਈਬਰ ਨੇ ਆਪਣੇ, ਧੰਨਵਾਦ ਇਹਨਾਂ ਦਾ ਵੀ। ਸਿਕੰਦਰ ਔਜਲਾ ਧੰਨਵਾਦ, ਭੈਣ ਹਰਵਿੰਦਰ ਜਵਾਲ ਧੰਨਵਾਦ ਸਬਸਕ੍ਰਾਈਬਰ ਨੇ ਆਪਣੇ। ਪਰਮਵੀਰ ਸਿੰਘ ਭੰਗੂ ਕਹਿੰਦੇ ਵੇਰਕਾ 'ਚ ਕੰਮ ਕਰਨ ਵਾਲੇ ਨਕਲੀ ਦੁੱਧ ਬੁਲਾਉਣ ਵਾਲੇ ਮਿਲ ਕੇ ਨਕਲੀ ਦੁੱਧ ਵੇਚ ਰਹੇ ਨੇ। ਹਾਂ ਵੇਰਕਾ 'ਚ ਜਾਂਦਾ ਜੀ ਇਦਾਂ ਦਾ। ਮਨਜੀਤ ਸਿੰਘ, ਜੋਰਾ ਸਿੰਘ ਸਿੱਧੂ ਦੌਧਰੀਆ, ਸੁਖਵੰਤ ਸਿੰਘ ਸ਼ੀਨਾ, ਪ੍ਰੋਫੈਸਰ ਜਸਵੰਤ ਸਿੰਘ ਆਪਣੇ ਸਬਸਕ੍ਰਾਈਬਰ ਨੇ ਤੇ ਧੰਨਵਾਦ ਇਹਨਾਂ ਦਾ ਵੀ ਹੈ। ਤੇ ਜਤਿੰਦਰ ਕੁਮਾਰ ਜੀ ਮਿਹਰਬਾਨੀ, ਹਰਜੀਤ ਲਿਟ, ਜਗਦੀਪ ਸਿੱਧੂ ਧੰਨਵਾਦ। ਜਿਮੀ ਕਾਰਟਰ ਕਹਿੰਦੇ ਔਜਲਾ ਵੀਰ ਨੇ ਸਹੀ ਆਖਿਆ, ਬਾਕੀ ਸੋਚ ਤਾਂ ਸਹੀ ਹੋਣਾ ਬਹੁਤ ਜ਼ਰੂਰੀ ਹੈ। ਮਸਕੀਨ ਕਹਿੰਦੇ ਸੀਗੇ ਤੁਸੀਂ ਗਲਤ ਕੰਮ ਕਰ ਰਹੇ ਹੋ ਤਾਂ ਪੁਲਿਸ ਹੈ ਜੋ ਤੁਹਾਡੇ ਮਨ 'ਚ ਉਹਦੇ ਲਈ ਤੁਸੀਂ ਆਪ ਜ਼ਿੰਮੇਵਾਰ ਹੋ। ਬਲਵਿੰਦਰ ਸਿੰਘ ਥੈਂਕ ਯੂ, ਹਰਜਸ ਬਾਲਾ, ਬਲਵਿੰਦਰ ਸਿੰਘ ਮੈਦਪੁਰੀ ਥੈਂਕ ਯੂ, ਜਸਵਿੰਦਰ ਸਿੰਘ, ਰਾਜਪਾਲ ਸਿੰਘ, ਦਿਆਲ ਸਰਵਸਵਤੀ ਜੀ, ਦਾਨਾ ਸਿੰਘ, ਸ਼ੈਲੀ ਸਿੰਘ, ਮਨਜੀਤ ਸੀਲੋਂ, ਬੂਟਾ ਸਿੰਘ, ਪ੍ਰਿਤਪਾਲ ਸਿੰਘ ਸਿੱਧੂ ਧੂਰੇ ਵਾਲੇ, CM ਪਟਿਆਲਾ ਦੀ ਕੋਟ ਜੀ, ਨਵਜੋਤ ਸਿੰਘ ਸਿੱਧੂ ਦੇ ਘਰ ਦੀ ਰੋਟੀ ਬਾਰੇ ਅਜੇ ਉਸ ਦਾ ਕੁਛ ਨਹੀਂ ਬਣਿਆ ਸਿੱਧੂ ਸਾਹਿਬ। ਤੇ ਕਰਨ ਸਿੰਘ ਥੈਂਕ ਯੂ। ਮੇਰੇ ਕੋਲ ਅਪਡੇਟ ਨਹੀਂ, ਮੈਂ ਗੱਲਬਾਤ ਕੀਤੀ ਨਹੀਂ ਬਾਈ ਜੀ, ਆਪਣਾ HPS ਵਰਮਾ ਸਾਹਿਬ ਨਾਲ ਗੱਲ ਨਹੀਂ ਕਰ ਸਕੇ। ਤੇ ਬਲਦੇਵ ਸਿੰਘ, ਮੁਕੱਦਰ ਸਿੰਘ ਤੇ ਦੀਪ ਅਨੰਦਪੁਰ ਸਾਹਿਬ ਤੋਂ, ਸੁਖਜਿੰਦਰ ਸਿੰਘ, ਬਲਰਾਮ ਧਾਲੀਵਾਲ, ਮਨਦੀਪ ਸਿੰਘ ਤੇ ਜੋਤ ਸਿੰਘ, ਕਰਨੈਲ ਸਿੰਘ ਬਾਈ ਜੀ, ਸੱਤਾ ਬਰਿਆਰ, ਮੁਕੱਦਰ ਜੀ, ਜੌਨ ਡੀਅਰ, ਸ਼ੈਲੀ ਸਿੰਘ, ਬਲਦੇਵ ਸਿੰਘ ਬਠਿੰਡਾ ਤੋਂ, ਅਸ਼ਵਨੀ ਕੁਮਾਰ, ਸੁਰਿੰਦਰ ਕੁਮਾਰ। ਲੇਟ ਦਾ ਕੋਈ ਚੱਕਰ ਨਹੀਂ ਜੀ, ਕੈਰੀ ਔਨ। ਹਾਂ 5-7 ਮਿੰਟ ਇੱਧਰ ਉੱਧਰ ਹੋ ਜਾਂਦੇ, ਕੋਈ ਗੱਲ ਨਹੀਂ। ਗੁਰਤੇਜ ਪਾਵਰਾ, ਰਵਿੰਦਰ ਜੋਸ਼ਨ, ਰੋਬੀ ਮੰਝ, ਦਲਵੀਰ ਰੰਧਾਵਾ, ਖੂਬਸੂਰਤ ਟਰੈਵਲ, ਕਮਲਜੋਤ ਆਪਣਾ, ਹਰਪ੍ਰੀਤ ਟੋਬੇਵਾਲ ਤੋਂ ਤੇ ਹਰਵਿੰਦਰ ਸਿੰਘ, ਰਣਵੀਰ ਸਿੰਘ ਬਾਈ ਜੀ ਮਨਹਾਸ ਤੋਂ ਸਬਸਕ੍ਰਾਈਬਰ ਨੇ, ਭਾਨ ਸਿੰਘ ਗਰੇਵਾਲ USA ਤੋਂ ਸਬਸਕ੍ਰਾਈਬਰ ਨੇ ਆਪਣੇ, ਤੇ ਕੇਵਲ ਬਹਿਰੀਨ ਤੋਂ ਧੰਨਵਾਦ। ਤੇ ਬਾਕੀ ਜਿਹੜੇ ਆਪਣੇ ਪੱਕੇ ਸਬਸਕ੍ਰਾਈਬਰ ਨੇ ਉਹਨਾਂ ਦਾ ਹੁਣ ਜ਼ਿਕਰ ਕਰਾਂਗੇ ਸੋਮਵਾਰ ਨੂੰ। ਪਾਖਰ ਸਿੰਘ ਧੰਨਵਾਦ UK ਤੋਂ। ਲਓ ਦੋਸਤੋ ਹੁਣ ਦਿਓ ਵਧਾਈ, ਆਗਿਆ ਦਿਓ ਤੇ ਸੋਮਵਾਰ ਸਵੇਰੇ ਹੁੰਦੀ ਹੈ ਮੁਲਾਕਾਤ। ਤੇ ਕੋਸ਼ਿਸ਼ ਰਹੇਗੀ ਮੇਰੀ ਕਿ ਸਿਵੀਆ ਸਾਹਿਬ ਹੋਰਾਂ ਦੀ ਵੀਡੀਓ ਤੁਹਾਨੂੰ ਮੈਂ ਕੱਲ ਪਾਵਾਂਗਾ। ਤੇ ਜੋਗਿੰਦਰ ਸਿੰਘ ਸਿਵੀਆ ਹੋਰਾਂ ਘੰਟੇ ਦਾ ਪ੍ਰੋਗਰਾਮ ਕੀਤਾ, ਸੋ ਕੱਲ ਦਾ ਕੋਟਾ ਤੁਹਾਨੂੰ ਮਿਲੇਗਾ ਵੀਡੀਓ ਤੇ ਉਹਦੇ 'ਚ ਲੋਪ ਹੋ ਰਹੇ ਸ਼ਬਦਾਂ ਬਾਰੇ ਬਾਕਮਾਲ ਜਾਣਕਾਰੀ ਹੈ। ਸਿਵੀਆ ਸਾਹਿਬ ਹੋਰਾਂ ਨਾਲ ਗੱਲਬਾਤ ਕੀਤੀ, ਅੱਜ ਮੈਂ ਚੜਾਉਣਾ ਤੇ ਸਵੇਰੇ ਤੁਸੀਂ ਦੇਖ ਸਕੋਗੇ। ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ। ਸਟਾਰਟਿੰਗ ਦੇ ਵਿੱਚ ਥੋੜੀ ਇੰਟਰਵਿਊ ਉਹਨਾਂ ਦੀਆਂ ਕਿਤਾਬਾਂ ਦੇ ਬਾਰੇ ਤੇ ਫਿਰ ਜੋਗਿੰਦਰ ਸਿੰਘ ਸਿਵੀਆ ਹੋਰਾਂ ਵੱਲੋਂ ਲੋਪ ਹੋ ਰਹੇ ਲਫ਼ਜ਼ਾਂ ਦੇ ਬਾਰੇ ਜਾਣਕਾਰੀ ਹੈ। ਸੋ ਕੱਲ ਦਾ ਕੋਟਾ ਤੁਹਾਨੂੰ ਦੇਦਾ 1 ਘੰਟੇ ਦਾ, ਜ਼ਰੂਰ ਇੰਜੋਏ ਕਰਿਓ ਵੀਡੀਓ। ਆਉਣ ਵਾਲੇ ਦਿਨਾਂ 'ਚ ਸਮਾਂ ਮਿਲਿਆ ਹੋਰ ਕੋਸ਼ਿਸ਼ਾਂ ਕਰਾਂਗੇ ਤੇ ਮਿਲਦੇ ਹਾਂ ਸੋਮਵਾਰ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ। ਸ਼ਬਾ ਖੈਰ, ਸਤਿ ਸ਼੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।